ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਐਮਸਟਰਡੈਮ ਦੇ ਬਿਊਟ ਹਾਊਸ ਵਿਖੇ ਸਾਰੀ ਸੰਗਤ ਇਕੱਠੇ ਹੋਏ ਹਾਂ ਜੀ। ਅਤੇ ਆਪਣਾ ਜਿਹੜਾ ਡਿਸਕਸ਼ਨ ਆ ਅੱਜ ਦਾ ਇੱਕ ਓਪਨ ਡਿਸਕਸ਼ਨ ਹੈਗਾ ਆ ਕਿ ਸਿੱਖੀ ਦੇ ਵਿੱਚ ਜਿਹੜੇ 3 ਪਿਲਰਸ ਹੈਗੇ ਨੇ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ, ਇਹਦਾ ਕੀ ਅਰਥ ਹੈਗਾ ਆ। ਮੈਂ ਨਾਲ ਨਾਲ ਇੰਗਲਿਸ਼ ਵਿੱਚ ਵੀ ਬੋਲਾਂਗੀ, ਕੁਝ ਕਈਆਂ ਨੂੰ ਪੰਜਾਬੀ ਨਹੀਂ ਸਮਝ ਆਉਂਦੀ ਹੈਗੀ। ਸੋ ਦ ਟੋਪਿਕ ਆਫ ਟੂਡੇ ਇਜ਼ ਦ 3 ਪਿਲਰਸ ਆਫ ਸਿੱਖਿਜ਼ਮ, ਕਿਰਤ ਕਰੋ, ਨਾਮ ਜਪੋ ਐਂਡ ਵੰਡ ਛਕੋ। slide. And as you know, Guru Nanak Dev Ji implemented this 3 pillars in Sikhism. ਤੇ ਕਿਰਤ ਕਰੋ ਦੇ ਵਿੱਚ ਕੀ ਆਉਂਦਾ ਹੈ? ਟੂ ਵਰਕ ਹਾਰਡ, ਮਤਲਬ ਕਿ ਮਿਹਨਤ ਕਰਨੀ, ਬਟ ਓਨੈਸਟ ਤਰੀਕੇ ਨਾਲ, ਕਿ ਸਹੀ ਤਰੀਕੇ ਨਾਲ ਤੁਸੀਂ ਮਤਲਬ ਆਪਣੀ ਰੋਟੀ ਕਮਾਉਣੀ ਆ। ਯੂ ਹੈਵ ਟੂ ਅਰਨ ਓਨੈਸਟਲੀ। ਬਟ ਜੇ ਆਪਾਂ ਪੁੱਛੀਏ ਕਿ ਕਿਰਤ ਕਰੋ, ਇਹਦੇ ਵਿੱਚ ਕੀ ਆਉਂਦਾ ਆ? ਕਿ ਜਿਵੇਂ ਕਿ ਕਈ ਮੈਂ ਇਹਦੇ 'ਚ ਇੱਕ ਪਹਿਲਾਂ ਹੀ ਸਵਾਲ ਪੁੱਟ ਕਰਾਂਗੀ ਕਿ ਭਗਤ ਰਵਿਦਾਸ ਜੀ ਸੀਗੇ, ਉਹ ਚਮੜੇ ਦਾ ਕੰਮ ਕਰਦੇ ਸੀ, ਤਾਂ ਉਹ ਨਾਲ ਨਾਲ ਨਾਮ ਵੀ ਜਪਦੇ ਸੀਗੇ, ਤਾਂ ਉਹ ਆਪਣਾ ਕਿਰਤ ਕਰਦੇ ਸੀ। ਬਟ ਜੇ ਆਪਾਂ ਅੱਜ ਕਹੀਏ ਕਿ ਆਪਾਂ ਇੱਕ ਸ਼ਰਾਬ ਦਾ ਠੇਕਾ ਖੋਲ੍ਹ ਲਈਏ ਜਾਂ ਮੀਟ ਕੱਟਣ ਦਾ ਕੰਮ ਕਰੀਏ, ਉਹ ਵੀ ਕਿਰਤ ਵਿੱਚ ਆਉਂਦਾ ਹੈ ਕਿ ਨਹੀਂ? ਇਹ ਪਹਿਲਾ ਸਵਾਲ ਆ। ਫਸਟਲੀ ਜਿਹੜਾ ਸਿੱਖਿਜ਼ਮ ਆ ਉਹ ਦਇਆ 'ਤੇ ਖੜ੍ਹਾ ਹੈ। ਦਇਆ ਉਹ ਕਿਸੇ ਵੀ ਚੀਜ਼ 'ਤੇ ਹੋ ਸਕਦੀ ਆ। ਅਤੇ ਜੇਕਰ ਸਾਡਾ ਅਸੀਂ ਗੁਰਬਾਣੀ ਦੀਆਂ ਉਦਾਹਰਨਾਂ ਦੇਖ ਕੇ ਇੱਕ ਲੋਕ ਸਾਬਤ ਹੁੰਦਾ ਕਰਦੇ ਆ ਕਿ ਭਗਤ ਆਪਣੇ ਸਦਨਾ ਜੀ ਵੀ ਕਸਾਈ ਸਨ ਨਾ, ਪਰ ਉਹ ਕਸਾਈ ਪਹਿਲਾਂ ਸੀ, ਪਰ ਜਦੋਂ ਉਹਨਾਂ ਵਿੱਚ ਰੱਬ ਦਾ ਨਾਮ ਵਸਿਆ, ਰੱਬ ਦੀ ਹੋਂਦ ਵਸੀ, ਉਦੋਂ ਕਸਾਈ ਨਹੀਂ ਰਹੇ ਸਨ। ਅਤੇ ਜੇ ਸਿੱਖਿਜ਼ਮ ਵਿੱਚ ਬੰਦਾ ਹੈ ਤਾਂ ਉਹ ਹੋ ਕੇ ਇੱਕ ਸਿੱਖ ਸਰੂਪ ਧਾਰਨ ਕਰਕੇ ਕਹੇ ਕਿ ਮੇਰੀ ਇੱਕ ਕਿਰਤ ਆ, ਮੈਂ ਇੱਕ ਦਸੰਦੋਵਾਂ ਦੀ ਕਮਾਈ ਕਰਦਾ ਹੈ, ਪਰ ਉਹ ਸਿੱਖੀ ਅਸੂਲਾਂ 'ਤੇ ਸਿੱਖੀ ਸਿਧਾਂਤ 'ਤੇ ਉਹ ਪੂਰਾ ਨਹੀਂ ਹੋ ਸਕਦਾ ਮੇਰੇ ਅਕੋਰਡਿੰਗ ਟੂ। ਬਟ ਜੇਕਰ ਤੁਸੀਂ ਇਸ 'ਤੇ ਦਲੀਲਾਂ ਦੇ ਕੇ ਸਾਬਤ ਕਰਨਾ ਚਾਹੋ, ਉਹ ਵੱਡੀ ਗੱਲ ਨਹੀਂ ਹੈ, ਹੋ ਸਕਦਾ ਹੈ ਸਾਰਾ ਕੁਛ, ਪਰ ਸਿੱਖੀ ਦਇਆ 'ਤੇ, ਹਲੀਮੀ 'ਤੇ, ਨਿਮਰਤਾ 'ਤੇ, ਹਿਊਮਿਲਿਟੀ 'ਤੇ ਖੜੀ ਆ। I think it's very difficult killing animals. Yes. I think it's very difficult. And then I think people say, well, yeah, but you eat plants and you kill plants. They also have a life. For me personally, I don't think it's an earnest living to kill animals. ਜਿੱਥੇ ਤੱਕ ਮੇਰਾ ਖਿਆਲ ਹੈਗਾ, ਜੇ ਆਪਾਂ ਗੁਰਬਾਣੀ ਦਾ ਸਾਰ ਲਈਏ ਜਾਂ ਆਪਾਂ ਗੁਰੂ ਸਾਹਿਬ ਦੇ ਇਤਿਹਾਸ ਤੋਂ ਜੇ ਸਾਖੀਆਂ ਲਈਏ ਜਾਂ ਉੱਥੋਂ ਆਪਾਂ ਕੁਛ ਵਿਚਾਰਨ ਦੀ ਕੋਸ਼ਿਸ਼ ਕਰੀਏ, ਸੋ ਸਿੱਖੀ 'ਚ ਜਿਹੜਾ ਹੈਗਾ, ਗੁਰੂ ਸਾਹਿਬ ਨੇ ਸਾਨੂੰ ਇੱਕ ਚੀਜ਼ ਦੱਸੀ, ਇਟਸ ਨਾਟ ਅਬਾਊਟ ਦ ਫਾਈਨਲ ਐਕਸ਼ਨਸ ਯੂ ਹੈਵ। ਗੁਰੂ ਸਾਹਿਬ ਨੇ ਜਦੋਂ ਸੱਜਣ ਠੱਗ ਦੀ ਜੇ ਆਪਾਂ ਸਾਖੀ ਲੈ ਲਈਏ, ਗੁਰੂ ਸਾਹਿਬ ਨੇ ਉਹਨੂੰ ਚੋਰੀ ਕਰਨ ਤੋਂ ਮਨਾ ਨਹੀਂ ਕੀਤਾ। ਗੁਰੂ ਸਾਹਿਬ ਨੇ ਉਹਨੂੰ ਮੂਲ ਸਿਧਾਂਤ ਦੱਸੇ ਜਿਹੜੇ ਉਹਨੂੰ ਇੱਕ ਸਿੱਖ ਬਣਾਉਂਦੇ ਨੇ, ਵੀ ਕਿਸੇ ਗਰੀਬ ਦਾ ਬੁਰਾ ਨਹੀਂ ਕਰਨਾ, ਅਤੇ ਕਿਸੇ ਦਾ ਨਮਕ ਖਾਇਆ ਉਹਦੇ ਘਰ ਚੋਰੀ ਨਹੀਂ ਕਰਨੀ, ਉਹਦਾ ਅਹਿਤ ਨਹੀਂ ਕਰਨਾ। ਸਿੱਖੀ ਇਜ਼ ਬੇਸਿਕਲੀ ਨਾਟ ਅਬਾਊਟ ਕਿ ਤੁਸੀਂ ਕੀ ਕੰਮ ਕਰ ਰਹੇ ਹੋ, ਬਟ ਤੁਸੀਂ ਕਿਸ ਤਰ੍ਹਾਂ ਕਰ। ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ, ਤੁਹਾਡੇ ਅੰਦਰ ਜੇ ਸਿੱਖੀ ਹੈਗੀ ਹੈ, ਯੂ ਵਿਲ ਨੈਵਰ ਡੂ ਦੋਜ਼ ਥਿੰਗਸ ਜਿਹੜੀ ਕਿ ਕਿਸੇ ਦਾ ਅਹਿਤ ਕਰਦੇ ਨੇ। ਜੇ ਹੁਣ ਜਿੱਥੇ ਆਪਾਂ ਗੱਲ ਕਰਦੇ ਹਾਂ ਲਾਈਕ ਬੀਇੰਗ ਅ ਬਚਰ ਜਾਂ ਜੀਵ ਹੱਤਿਆ ਕਰਨਾ, ਵੀ ਹੈਵ ਮਲਟੀਪਲ ਥਿੰਗਸ। ਸਿੱਖੀ ਜਿਹੜੇ ਵਾਦ ਵਿਵਾਦ ਕਾਫੀ ਹੁੰਦੇ ਨੇ, ਕਹਿੰਦੇ ਨੇ ਹਾਂਜੀ ਜਿਹੜੇ ਬੱਕਰੇ ਝਟਕਾਏ ਵੀ ਜਾਂਦੇ ਨੇ। ਸੋ ਦੋਜ਼ ਆਰ ਦ ਥਿੰਗਸ ਲਾਈਕ ਇਟਸ ਨਾਟ ਅਬਾਊਟ ਕਿ ਤੁਸੀਂ ਕੀ ਕਰਦੇ ਹੋ ਜਾਂ ਨਹੀਂ ਕਰਦੇ, ਇਟਸ ਵਾਟ ਅਬਾਊਟ ਕਿ ਅੰਦਰ ਤੁਹਾਡੀ ਮਨਸ਼ਾ ਕੀ ਹੈਗੀ ਹੈ, ਹਾਊ ਯੂ ਅੰਡਰਸਟੈਂਡ ਸਿੱਖੀ, ਐਂਡ ਉਹਦੇ ਬਾਅਦ ਜਿਹੜੇ ਐਕਸ਼ਨਸ ਹੁੰਦੇ ਨੇ ਉਹ ਜਿਹੜੇ ਹੈਗੇ ਨੇ ਸਿੱਖੀ ਦੇ ਹਿਸਾਬ ਨਾਲ ਪੂਰੇ ਪੈਂਦੇ ਨੇ ਕਿ ਨਹੀਂ। ਬੇਸਿਕਲੀ ਜਿਹੜਾ ਸਵਾਲ ਸੀਗਾ ਕਿ ਆਪਾਂ ਜਦੋਂ ਕਿਰਤ ਕਰਦੇ ਹਾਂ ਨਾ, ਆਪਾਂ ਇਹ ਕਹਿੰਦੇ ਕਿ ਓਨੈਸਟ ਲਿਵਿੰਗ, ਤਾਂ ਓਨੈਸਟ ਲਿਵਿੰਗ ਆਪਾਂ ਕਿਹੜੇ ਕੰਮਾਂ ਵਿੱਚ ਰਹਿ ਕੇ ਕਰ ਸਕਦੇ ਹਾਂ? ਜੇ ਕੋਈ ਪਾਰਲਰ ਖੋਲ੍ਹ ਲਵੇ, ਉਹਦੇ ਵਿੱਚ ਆਪਾਂ ਕੇਸ ਕਤਲ ਕਰਦੇ ਹਾਂ, ਉਹ ਓਨੈਸਟ ਲਿਵਿੰਗ ਹੈਗੀ ਆ? ਜਾਂ ਆਪਾਂ ਸਲਾਖਰਾਏ, ਜਿਵੇਂ ਡੱਚ 'ਚ ਕਹਿ ਦਿੰਦੇ ਆ, ਮੀਟ ਕੱਟ ਕੇ ਵੇਚਦੇ ਹਾਂ, ਉਹ ਓਨੈਸਟ ਲਿਵਿੰਗ ਹੈਗੀ? ਕਿਉਂਕਿ ਜਿੱਦਾਂ ਭਗਤ ਰਵਿਦਾਸ ਜੀ, ਜਾਂ ਉਹਨਾਂ ਨੂੰ ਆਪਾਂ ਗੁਰੂ ਰਵਿਦਾਸ ਜੀ ਵੀ ਕਹਿ ਦਿੰਦੇ ਹਾਂ, ਕਿਉਂਕਿ ਉਹਨਾਂ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਉਹ ਜਦੋਂ ਜਿਹੜੀ ਉਹ ਕਿਰਤ ਕਰਦੇ ਸੀ, ਉਹ ਚਮੜੇ ਦੇ ਆਈ ਥਿੰਕ ਜੁੱਤੀਆਂ ਗੰਢਦੇ ਸੀਗੇ, ਚਮੜੇ ਦਾ ਕੰਮ ਸੀ ਉਹਨਾਂ ਦਾ। ਤਾਂ
ਉਹ ਵੀ ਓਨੈਸਟ ਲਿਵਿੰਗ ਵਿੱਚ ਹੀ ਗਿਣਿਆ ਜਾਂਦਾ ਸੀਗਾ। ਤਾਂ ਫਿਰ ਅੱਜ ਕੱਲ੍ਹ ਦੇ ਲੋਕ ਫਿਰ ਇਹ ਸਵਾਲ ਪੁੱਟ ਕਰਨ ਲੱਗ ਜਾਂਦੇ, ਫਿਰ ਮੇਰੀ ਵੀ ਕਿਰਤੀ ਹੋਈ, ਕਿਰਤ ਜੇ ਮੈਂ ਕਿਰਤ ਕਰਦਾ ਤਾਂ ਨਾਲ ਕਿਰਤੀ ਵੀ ਕਰਦਾ ਆ, ਤਾਂ ਮੇਰੀ ਵੀ ਕਿਰਤ ਹੀ ਆ। ਤਾਂ ਅਸੀਂ ਸਾਰੇ ਸਹਿਮਤ ਹਾਂ ਇਸ ਚੀਜ਼ ਦੇ ਵਿੱਚ ਕਿ ਦਇਆ ਵੀ ਹੋਣੀ ਚਾਹੀਦੀ ਆ ਇੱਕ ਐਨੀਮਲ ਦੇ ਪ੍ਰਤੀ, ਜੇ ਆਪਾਂ ਸੋਚਦੇ ਹਾਂ। ਬਟ ਜੇ ਆਪਾਂ ਕਿਸੇ ਨੇ ਕੋਈ ਕਾਪਰ ਖੋਲ੍ਹਿਆ ਜਾਂ ਬਿਊਟੀ ਪਾਰਲਰ ਖੋਲ੍ਹਿਆ, ਉਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਬਾਬਾ ਜੀ? ਇਹ ਵਿਸ਼ਾ ਜਿਹੜਾ ਆ, ਇਹਦੇ ਵਿੱਚ ਇਹ ਨਹੀਂ ਵੀ ਤੁਸੀਂ ਕੀ ਕੰਮ ਕਰਦੇ ਹੋ। ਇਹਦਾ ਮਤਲਬ ਹੈਗਾ ਜੇ ਤੁਸੀਂ ਗਰੋਸਰੀ ਦੁਕਾਨ ਕਰਦੇ ਹੋ ਅਤੇ ਉੱਥੇ ਹੇਰਾ ਫੇਰੀ ਕਰੀ ਜਾਂਦੇ ਹੋ। ਤੁਸੀਂ ਕੋਈ ਆਪਣਾ ਕੰਮ ਆਪਣੇ ਵਰਕਰ ਰੱਖੇ, ਉਹਨਾਂ ਨੂੰ ਤਨਖਾਹ ਘੱਟ ਦੇਈ ਜਾਂਦੇ ਹੋ। ਉਹ ਨਹੀਂ ਇੱਕ ਗੁਰੂ ਬਾਣੀ ਦੇ ਕਹਿੰਦੀ ਹੱਕ ਪਰਾਇਆ ਨਾਨਕਾ ਉਹ ਸੂਰਸ ਗਾਏ, ਗੁਰ ਪੀਰ ਹਾਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ। ਉਹਨੂੰ ਮਰਿਆ ਹੋਇਆ ਮਾਸ ਕਿਹਾ ਗੁਰਬਾਣੀ ਨੇ, ਕਿਸੇ ਦਾ ਹੱਕ ਖਾਣਾ। ਮੇ ਬੀ 90% ਸਾਡੇ ਸਿੱਖ ਲੋਕ ਨੇ ਜਿਹੜੇ ਕੰਮ ਕਰਦੇ ਨੇ ਔਰ ਲੇਬਰ ਨੂੰ ਘੱਟ ਪੈਸੇ ਦਿੰਦੇ ਆ। ਮੈਂ ਦਾਅਵੇ ਨਾਲ ਕਹਿ ਸਕਦਾ ਸਾਡੇ ਜਿੰਨੇ ਨੌਜਵਾਨ ਕੰਮ ਕਰਦੇ, ਕੋਈ ਮੇਰਾ ਬੜਾ ਲੰਬਾ ਵਾਹ 10-11 ਸਾਲ ਤੋਂ, ਜਿਹੜਾ ਗੋਰੇ ਕੋਲ ਕੰਮ ਹੈ, ਗੋਰਾ ਵਾਈਨ ਵੀ ਪੀਂਦਾ, ਗੋਰਾ ਮਾਸ ਵੀ ਖਾਂਦਾ, ਲੇਕਿਨ ਆਪਣੇ ਵਰਕਰ ਨੂੰ ਉਹਦੇ ਕੀਤੇ ਹੋਏ ਮਿਹਨਤਾਨੇ ਦਾ ਮੁੱਲ ਪੂਰਾ ਦਿੰਦਾ। ਅਸੀਂ 30-35 ਰੁਪਏ 'ਚ ਕੰਮ ਕਰਾਉਂਦੇ ਹਾਂ ਗੋਰੇ ਕੋਲੋਂ, ਬੰਦੇ ਕੋਲੋਂ। ਫਿਰ ਅਸੀਂ ਕਹਿੰਦੇ ਹਾਂ ਕਿ ਅਸੀਂ ਅੰਮ੍ਰਿਤਧਾਰੀ ਹਾਂ, ਅਸੀਂ ਪਾਠ ਬੜਾ ਕਰਦੇ ਹਾਂ, ਅਸੀਂ ਆਪਣੇ ਕਿੰਨਾ ਬੜੇ ਗੁਰਸਿੱਖ ਹਾਂ, ਪਰ ਅਸੀਂ ਕਿਸੇ ਦਾ ਹੱਕ ਖਾ ਰਹੇ ਹਾਂ। ਗੁਰ ਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ, ਗੱਲੀ ਭਿਸਤ ਨਾ ਜਾਈਐ, ਛੁੱਟੈ ਸੱਚ ਕਮਾਏ। ਅਤੇ ਗੁਰਬਾਣੀ ਕਹਿੰਦੀ ਆ ਮਾਰਨ ਪਾਏ ਹਰਾਮ ਮੈਂ। ਮਾਰਨ ਦਾ ਮਤਲਬ ਮਸਾਲੇ। ਜੇਕਰ ਹਰਾਮ ਦੀ ਕਮਾਈ ਵਿੱਚ ਤੁਸੀਂ ਬੜੇ ਮਸਾਲੇ ਪਾ ਕੇ ਖਾਓਗੇ ਨਾ, ਹੋਏ ਹਲਾਲ ਨਾ ਜਾਏ, ਉਹ ਕਮਾਈ ਤੁਹਾਡੀ ਹਲਾਲ ਨਹੀਂ ਹੋ ਜਾਣੀ। ਸੋ ਇਸ ਕਰਕੇ ਇਹ ਵਿਸ਼ਾ ਜਿਹੜਾ ਆਪਾਂ ਛੇੜ ਲਿਆ ਆ, ਇਹਦੇ ਬੜੇ ਪੱਖ ਨੇ। ਇਹਦਾ ਇੱਕ ਸਿਰਫ ਪੱਖ, ਹੁਣ ਜਿਹੜੀ ਜੀਵ ਹੱਤਿਆ ਆ, ਇਹ ਕੁਦਰਤ ਦੇ ਨਿਯਮ ਨੇ। ਕੁਦਰਤ ਦੇ ਨਿਯਮ ਨੂੰ ਤੁਸੀਂ ਕਦੇ ਬਦਲ ਨਹੀਂ ਸਕਦੇ। ਕੁਦਰਤ ਆਪਣੇ ਆਪ ਨੂੰ ਬੈਲੈਂਸ ਕਰਦੀ ਹੈ। ਜੰਗਲ ਦੇ ਵਿੱਚ ਜੇ ਬਾਕੀ ਜਾਨਵਰ ਨੇ ਤਾਂ ਉੱਥੇ ਸ਼ੇਰ ਵੀ ਹੈ। ਸ਼ੇਰ ਦੀ ਖੁਰਾਕ ਕੀ ਹੈ? ਗੁਰਬਾਣੀ ਕਹਿੰਦੀ ਹੈ ਇੱਕ ਮਾਸਹਾਰੀ, ਇੱਕ ਤ੍ਰਿਣ ਖਾਹੇ, ਇੱਕ ਨਾ ਛੱਤੀ ਅੰਮ੍ਰਿਤ ਪਾਹੇ, ਇੱਕ ਮਟੀਆ ਮੇ ਮਟੀਆਂ ਖਾਹੇ, ਇੱਕ ਪੌਣ ਸਮਾਰੀ ਪੌਣ ਸਮਾਰ। ਜੀਵੈ ਦਾਤਾ ਮਰੇ ਨ ਕੋਏ, ਨਾਨਕ ਮੁੱਠੇ ਜਾਹੇ ਜਿਨ੍ਹਾਂ ਨਾਹੀਂ ਮਨ ਸੋਏ। ਇੱਥੇ ਗੱਲ ਹੈ ਕਿ ਗੁਰਬਾਣੀ ਕਹਿੰਦੀ ਕਿ ਜਿਹੜਾ ਮਿੱਟੀ ਖਾ ਰਿਹਾ ਰੱਬ ਨੂੰ ਮਿੱਟੀ ਦੇ ਰਿਹਾ, ਜਿਹੜਾ ਮਾਸ ਖਾ ਰਿਹਾ ਉਹਨੂੰ ਮਾਸ ਦੇ ਰਿਹਾ, ਜਿਹੜਾ ਘਾਹ ਖਾਣ ਵਾਲਾ ਉਹਨੂੰ ਘਾਹ ਦੇ ਰਿਹਾ। ਇਹ ਪਰਮਾਤਮਾ ਦਾ ਇੱਕ ਨਿਯਮ ਹੈ। ਹੁਣ ਤੁਸੀਂ ਇਹ ਗੱਲ ਕਰਦੇ ਹੋ ਤਾਂ ਇੰਡੀਆ ਦੇ ਵਿੱਚ ਕੀ ਬਣ ਰਿਹਾ ਹੁਣ? ਜੇ ਕੁੱਤਿਆਂ ਦੇ 10 ਜਾਂ 20 ਕੁੱਤਿਆਂ ਦਾ ਇੱਜੜ ਇੱਕ ਬੱਚੇ ਨੂੰ ਨੋਚ ਕੇ ਖਾ ਰਿਹਾ, ਕੀ ਉਹ ਠੀਕ ਹੋ ਰਿਹਾ? ਮੇਨਕਾ ਕਹਿੰਦੀ ਹੈ ਕੁੱਤੇ ਨਾ ਮਾਰੋ, ਮੋਦੀ ਕਹਿੰਦਾ ਗਾਂ ਨਾ ਮਾਰੋ। ਪਰ ਉੱਥੇ ਹਾਲਾਤ ਕੀ ਬਣ ਰਹੇ ਆ? ਕਿੰਨੇ ਲੋਕ ਰੋਗ ਐਕਸੀਡੈਂਟਾਂ ਨਾਲ ਹੋ ਕੇ ਮਰ ਰਹੇ ਨੇ। ਸੜਕਾਂ ਵਿੱਚ ਪਸ਼ੂ ਫਿਰ ਰਹੇ ਨੇ ਅਵਾਰਾ। ਜਿਸ ਮੁਲਕ ਤੁਸੀਂ ਰਹਿ ਕੇ ਇਹ ਗੱਲਾਂ ਕਰ ਰਹੇ ਹੋ, ਇੱਥੇ ਵੀ ਇੱਦਾਂ ਕਰਕੇ ਵੇਖੋ। ਫਿਰ ਇੱਥੇ ਕੋਈ ਅਵਾਰਾ ਕੁੱਤਾ ਵੇਖਿਆ ਤੁਸੀਂ? ਕੋਈ ਅਵਾਰਾ ਡੰਗਰ ਵੇਖਿਆ ਕਦੀ ਕੋਈ? ਇਹਨਾਂ ਨੇ ਇੱਕ ਸਿਸਟਮ ਬਣਾ ਰੱਖਿਆ, ਬੈਲੈਂਸ ਰੱਖਿਆ ਹੋਇਆ। ਕਿੰਨੀਆਂ ਗਾਵਾਂ ਨੇ ਇੱਥੇ, ਕਿੰਨੇ ਬਲਦ ਨੇ, ਕਿੰਨੇ ਕੁੱਤੇ ਨੇ, ਸਾਰਾ ਕੁਝ ਇੱਕ ਸਿਸਟਮ 'ਚ ਪਰੋਇਆ ਹੋਇਆ। ਉੱਥੇ ਨੂੰ ਕੁੱਤਿਆਂ ਦੀਆਂ ਧਾੜਾਂ ਫਿਰ ਰਹੀਆਂ ਨੇ। ਉਹ ਕਈਆਂ ਬੱਚਿਆਂ ਨੂੰ ਵਿਚਾਰਿਆਂ ਨੂੰ ਨੋਚ ਕੇ ਖਾ ਰਿਹਾ ਉਹਨਾਂ ਨੇ। ਉਹ ਕਹਿੰਦੇ ਆ ਮਾਰਨੇ ਨਹੀਂ, ਪਰ ਅਵਾਰਾ ਕਿੰਨਾ ਕੁੱਤਾ ਫਿਰ ਰਿਹਾ ਉੱਥੇ। ਗਾਵਾਂ ਨੂੰ ਕਹਿੰਦੇ ਮਾਰਨਾ ਨਹੀਂ, ਪਰ ਉੱਥੇ ਹਾਲਾਤ ਕੀ ਬਣ ਰਹੇ ਆ। ਕਿਸਾਨ ਦੀ ਕਿਸਾਨੀ ਜਿਹੜੀ ਆ, ਉਹਨੂੰ ਜਾ ਕੇ ਪੁੱਛੋ ਕਿ ਇਹ ਪਾਪ ਹੈ ਕਿ ਪੁੰਨ ਹੈ, ਫਿਰ ਪਤਾ ਲੱਗੇਗਾ। ਅਸੀਂ ਆਪਾਂ ਇੱਥੇ ਬਹਿ ਕੇ ਗੱਲਾਂ ਜ਼ਰੂਰ ਕਰ ਲੈਂਦੇ ਹਾਂ, ਲੇਕਿਨ ਉਹਨੂੰ ਪੁੱਛੋਗੇ ਪਾਪ ਹੈ ਕਿ ਪੁੰਨ ਹੈ। ਜਿਹੜਾ ਵਿਚਾਰਾ ਦਿਨ ਰਾਤ ਸੱਪਾਂ ਦੀਆਂ ਮਿੱਧੀਆਂ ਜਿਹੜੀਆਂ ਸਿਰੀਆਂ ਮਿੱਧਦਾ ਹੋਇਆ ਉੱਥੇ ਖੇਤਾਂ 'ਚ ਫਿਰ ਰਿਹਾ, ਅਤੇ ਸਵੇਰੇ ਜਾਂਦਾ ਅਤੇ 20 ਡੰਗਰ ਉਹਦੇ ਖੇਤ 'ਚ ਪਏ ਹੋਏ ਆ। ਸੋ ਇਹ ਇਹਨਾਂ ਗੱਲਾਂ ਨਾਲ ਨਹੀਂ ਗੱਲ ਬਣਨੀ ਹੈਗੀ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਹਾਂ ਕਿ ਇਹ ਪਾਪ ਹੈ, ਇਹ ਪੁੰਨ ਹੈ, ਇਹ ਪਾਪ ਹੈ, ਇਹ ਪੁੰਨ ਹੈ। ਇਹ ਕੁਦਰਤ ਦੇ ਨਿਯਮ ਨੇ। ਕੁਦਰਤ ਹਰ ਚੀਜ਼ ਨੂੰ ਬੈਲੈਂਸ ਕਰਦੀ ਹੈ। ਗੁਰਬਾਣੀ ਵੀ ਕਹਿੰਦੀ ਆ ਵੀ ਧਿਣ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ। ਦੁੱਧ ਤੋਂ ਬਿਨਾਂ ਫਿਰ ਗਾਂ ਨੂੰ ਕੌਣ ਪਾਲੇਗਾ? ਦੱਸੋ ਕੌਣ ਪੱਠੇ ਪਾਉਂਦਾ? ਹੈ ਕੋਈ ਸਾਡੇ 'ਚ ਹੈਗਾ ਕੋਈ ਇੱਦਾਂ ਦਾ ਬੰਦਾ ਜਿਹੜਾ ਬਹੁਤਾ ਗੁਰਸਿੱਖ ਆਪਣੇ ਨੂੰ ਕਹਿੰਦਾ ਜਾਂ ਕਹਿੰਦਾ ਮੈਂ ਬਿਲਕੁਲ ਮਾਸ ਨਹੀਂ ਖਾਂਦਾ? ਉਹਨੂੰ ਕਹੇ 10 ਡੰਗਰਾਂ ਨੂੰ ਪੱਠੇ ਪਾ ਕੇ ਦਿਖਾਏ। ਜਿਹੜੇ ਵਿਚਾਰੇ ਦੁੱਧ ਨਹੀਂ ਦਿੰਦੇ, ਉਹਨਾਂ ਨੂੰ ਮਾਲਕ ਕੋਈ ਪਾਲਦਾ ਨਹੀਂ, ਕਿਵੇਂ ਉਹਨੂੰ ਪਾਲੇਗਾ? ਦੱਸੋ। ਇਹ ਕੁਦਰਤ ਦੇ ਨਿਯਮਾਂ ਨੂੰ ਕੋਈ ਬਦਲ ਨਹੀਂ ਸਕਦਾ। ਇਹ ਕੁਦਰਤ ਦੇ ਨਿਯਮ ਨੇ, ਉਹਨੇ ਬੈਲੈਂਸ ਕਰਨਾ ਹੀ ਕਰਨਾ ਇਹਨੂੰ, ਚਾਹੇ ਕਿਸੇ ਤਰ੍ਹਾਂ ਵੀ ਕਰੇ।
ਉਹ ਬੀਫ ਸਪਲਾਈ ਹੋ ਰਿਹਾ, ਇੱਕ ਬਿਜ਼ਨਸ ਹੈ, ਉਹਦੇ ਨਾਲ ਕਿੰਨੇ ਲੋਕ ਹੋਰ ਕਿੰਨੇ ਵਰਕਰ ਕੰਮ ਕਰ ਰਹੇ ਆ, ਕਿੰਨੇ ਬੰਦੇ ਅੱਗੇ ਅੱਗੇ ਰੋਜੀ ਰੋਟੀ ਕਮਾ ਰਹੇ ਆ। ਇਹਨੂੰ ਤੁਸੀਂ ਬਦਲ ਨਹੀਂ ਸਕਦੇ। ਤੁਸੀਂ ਨਹੀਂ ਖਾਓਗੇ ਕਿੰਨੇ ਪਰਸੈਂਟ, ਆਪਾਂ 2%, ਤੇ ਫਿਰ ਕੀ ਜੀ ਹੱਤਿਆ ਨਹੀਂ ਹੋਣੀ। ਸਭ ਤੋਂ ਵੱਡਾ ਜਿਹੜਾ ਹੈ ਹੱਕ ਪਰਾਇਆ ਨਾਨਕਾ ਉਸੁਰ, ਇਹ ਹੱਕ ਅਸੀਂ ਜਿਹੜਾ ਆ ਉਹ ਕਿਸੇ ਦਾ ਖਾਣ ਨੂੰ ਲੱਗਿਆ ਵੇਖਦੇ ਸੁਣਦੇ ਕੱਖ ਨਹੀਂ ਅਸੀਂ। ਹਾਂਜੀ, ਝੂਠ ਸੱਚ ਅਸੀਂ ਸਾਰਾ ਬੋਲਦੇ ਹਾਂ। ਪੇਪਰ ਬਣਾਉਣ ਲੱਗੇ ਅਸੀਂ 20 ਤਰ੍ਹਾਂ ਦੇ ਪਾਪੜ ਵੇਲੇ ਇੱਥੇ। ਹਾਂਜੀ, ਝੂਠੇ ਸੱਚੇ ਰਿਸ਼ਤੇ ਬਣਾ ਕੇ ਅਸੀਂ ਤੇ ਆਪਣੇ ਉਹਨਾਂ ਨੂੰ ਲਿਆ ਕੇ ਇੱਥੇ ਵਸਾਉਣ ਨੂੰ ਸੋਚਦੇ ਹਾਂ। ਇਹ ਨਹੀਂ ਕੁਫਰ, ਇਹ ਨਹੀਂ ਮਾਸ, ਇਹ ਬੜਾ ਕੁਛ ਇਹਦੇ ਵਿੱਚ ਆਉਂਦਾ। ਜੇ ਇਹਨਾਂ ਗੱਲਾਂ 'ਚ ਪਾਓਗੇ ਨਾ ਤੇ ਬਹੁਤ ਕੁਛ ਸੋਚਣਾ ਪੈਣਾ ਫਿਰ। ਸੋ ਜਿਹੜੀ ਸੱਚਾਈ ਦਾ ਜੀਵਨ ਸੀ ਜਿਉਣਾ ਆ, ਇੱਕ ਗੁਰਮਤ ਦਾ ਜੀਵਨ ਜਿਉਣਾ ਆ, ਉਹਦੇ ਵਿੱਚ ਹਰ ਨਿੱਕੀ ਨਿੱਕੀ ਗੱਲ ਨੂੰ ਵੇਖਣਾ ਪਵੇਗਾ। ਸੋ ਇੰਨੀਆਂ ਕੁ ਬੇਨਤੀ। ਕਿਉਂਕਿ ਗੱਲ ਅੱਜ ਚੱਲ ਪਈ ਹੈਗੀ ਆ ਕਿਰਤ ਦੀ, ਅਤੇ ਸਭ ਤੋਂ ਪਹਿਲਾਂ ਮੈਂ ਇਸ ਗੱਲ ਨਾਲ ਕਹਿ ਕੇ ਮਾਫੀ ਮੰਗ ਲੈਂਦਾ ਕਿ ਜਿਹੜਾ ਮਾਸ ਵਾਲਾ ਵਿਸ਼ਾ ਹੈਗਾ, ਜਿਹੜੇ ਖਾਣ ਵਾਲੇ ਬੰਦੇ ਨੇ ਉਹਨਾਂ ਕੋਲ ਬਹੁਤ ਉਦਾਹਰਨਾਂ ਨੇ ਖਾਣ ਦੀਆਂ, ਜਿਹੜੇ ਨਹੀਂ ਖਾਣ ਵਾਲੇ ਉਹਨਾਂ ਕੋਲ ਬਹੁਤ ਉਦਾਹਰਨਾਂ ਹੈਗੀਆਂ ਨਾ ਖਾਣ ਦੀਆਂ। ਲੇਕਿਨ ਗੱਲ ਖਾਣ ਜਾਂ ਨਾ ਖਾਣ ਦੀ ਨਹੀਂ ਹੈ। ਆਪਾਂ ਇੱਕ ਦੋਹਰਾ ਪੜ੍ਹਦੇ ਹਾਂ ਜਦੋਂ ਵੀ ਆਪਾਂ ਅਰਦਾਸ ਕਰਦੇ ਹੈਗੇ ਹਾਂ ਐਂਡ ਦੇ ਉੱਤੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਉਹ ਸਰਬੱਤ ਕੌਣ ਹੈਗਾ? ਅਸੀਂ ਸਿੱਖ ਨਹੀਂ ਹੈਗੇ ਸਾਰੇ, ਉਹਦੇ 'ਚ ਪੂਰੀ ਕਾਇਨਾਤ ਹੈ। ਜਿੱਥੇ ਕਿਤੇ ਵੀ ਕੋਈ ਜੀਵ ਪਸ਼ੂ ਪੰਛੀ ਵਸਦਾ ਹੈਗਾ, ਉਹ ਸਾਰੀ ਕਾਇਨਾਤ ਜਿਹੜੀ ਆ ਉਹ ਭਲੇ ਵਿੱਚ ਆਉਂਦੀ ਹੈਗੀ ਆ। ਉਸ ਦੇ ਨਾਲ ਹੀ ਨਾਲ ਇੱਕ ਅੱਜ ਪੰਜਾਬ ਦੇ ਵਿੱਚ ਬਹੁਤ ਵੱਡਾ ਦੌਰ ਚੱਲ ਰਿਹਾ ਨਸ਼ਿਆਂ ਦਾ। ਤੁਸੀਂ ਦੇਖ ਰਹੇ ਹੋਗੇ ਕਿੱਦਾਂ ਲੋਕੀ ਮਰ ਰਹੇ, ਫਿਲਮਾਂ ਪੈ ਰਹੀਆਂ, ਉਹਨਾਂ ਨੂੰ ਨਸ਼ੇ ਨਹੀਂ ਮਿਲਦੇ। ਜਿਸ ਘਰ ਦੇ ਵਿੱਚ ਇੱਕ ਸ਼ਰਾਬੀ ਬੰਦਾ ਹੋਵੇ, ਉਸ ਘਰ ਦੀ ਘਰ ਵਾਲੀ ਕੋਲ ਜਾ ਕੇ ਪੁੱਛੋ ਕਿ ਉਹਦਾ ਹਾਲ ਕੀ ਹੈ, ਉਹਦੇ ਬੱਚਿਆਂ ਦਾ ਕੀ ਹਾਲ ਹੈ। ਰਾਤਾਂ ਨੂੰ ਉਹ ਕੁੱਟਦੇ ਆ ਜਨਾਨੀਆਂ ਨੂੰ ਅਤੇ ਬੱਚਿਆਂ ਨੂੰ ਕੁੱਟਦੇ ਆ, ਅਤੇ ਉਹਦੇ ਨਾਲ ਹੁੰਦਾ ਕੀ ਹੈਗਾ? ਆਪਣਾ ਪਰਿਵਾਰ ਦਾ ਅਤੇ ਆਪਣੀ ਨਸਲ ਦਾ ਨਾਸ਼। ਜੇ ਹੁਣ ਗੱਲ ਇਹ ਚੱਲੀ ਹੈਗੀ ਆ ਅਤੇ ਠੇਕੇ ਦੀ ਸ਼ਰਾਬ ਦੀ, ਅਤੇ ਚਾਹੇ ਉਹ ਬੱਚਾ ਗੋਰੇ ਦਾ ਹੋਵੇ, ਚਾਹੇ ਉਹ ਬੱਚਾ ਕਾਲੇ ਦਾ ਹੋਵੇ, ਚਾਹੇ ਉਹ ਸਿੱਖ ਦਾ ਹੋਵੇ, ਚਾਹੇ ਉਹ ਹਿੰਦੂ ਦਾ ਹੋਵੇ, ਚਾਹੇ ਉਹ ਮੁਸਲਮਾਨ ਦਾ, ਜੇ ਇਹਨੂੰ ਅਸੀਂ ਸ਼ਰਾਬ ਦੇ ਦਿੱਤੀ ਜ਼ਹਿਰ, ਅਤੇ ਉਹਨੂੰ ਤਾਂ ਨਾਸ਼ ਹੋਣਾ ਹੀ ਹੋਣਾ। ਅਤੇ ਇਹਦਾ ਮਤਲਬ ਇਹ ਹੈਗਾ ਕਿ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਉਹਦੇ ਨਾਲ ਕਿਸੇ ਦੂਜੇ ਬੰਦੇ ਦਾ ਨੁਕਸਾਨ ਹੋ ਰਿਹਾ ਹੈਗਾ। ਅਤੇ ਸਾਨੂੰ ਇਹ ਸੋਚ ਲੈਣਾ ਚਾਹੀਦਾ ਕਿ ਜਦੋਂ ਇਹ ਕੜਾ ਸਾਨੂੰ ਗੁਰੂ ਮਹਾਰਾਜ ਨੇ ਦਿੱਤਾ ਸੀ ਨਾ, ਉਹ ਇਸ ਕਰਕੇ ਦਿੱਤਾ ਸੀ ਕਿ ਜਦੋਂ ਤੁਸੀਂ ਕੰਮ ਕਰਨ ਲੱਗੇ ਨਾ, ਤੈਨੂੰ ਇੱਕ ਵਾਰੀ ਯਾਦ ਆ ਜਾਵੇ ਵੀ ਮੈਂ ਕੰਮ ਕਿਹੜਾ ਕਰਨ ਲੱਗਾ। ਦੁਨੀਆ ਦਾ ਕੋਈ ਵੀ ਇਨਸਾਨ ਇਸ ਚੀਜ਼ ਤੋਂ ਮੁਨਕਰ ਨਹੀਂ ਹੋ ਸਕਦਾ। ਜਦੋਂ ਕੋਈ ਕੰਮ ਕਰਦਾ ਉਹਨੂੰ ਇੱਕ ਵਾਰੀ ਜ਼ਰੂਰ ਇਹ ਪਤਾ ਲੱਗਦਾ ਹੈਗਾ, ਜਦੋਂ ਕੜਾ ਮੂਹਰੇ ਆਉਂਦਾ ਹੈਗਾ, ਕਿ ਮੈਂ ਕੰਮ ਚੰਗਾ ਹੈ ਕਿ ਮਾੜਾ। ਲੇਕਿਨ ਉਸ ਤੋਂ ਬਾਅਦ ਆਪਣੇ ਮਨ ਦੀ ਮਰਜ਼ੀ ਕਰਦਾ। ਮਨ ਦੀ ਮਰਜ਼ੀ ਕਰਨ ਉਹ ਪੁੱਠੇ ਕੰਮ ਵੱਲ ਸਭ ਤੋਂ ਪਹਿਲਾਂ ਦੌੜ ਕੇ ਜਾਂਦਾ, ਚੰਗੇ ਵੱਲ ਨਹੀਂ ਜਾਂਦਾ। ਅਤੇ ਇਵੇਂ ਹੀ ਗੁਰੂ ਸਾਹਿਬ ਨੇ ਜਦੋਂ ਆਪਣੇ ਇਤਿਹਾਸ ਦੇ ਵਿੱਚ ਦੀ ਝਾਤ ਮਾਰਦੇ ਹੈਗੇ ਆ, ਅਤੇ ਤੰਬਾਕੂ ਦੇ ਖੇਤ ਦੇ ਵਿੱਚ ਗੁਰੂ ਸਾਹਿਬ ਦਾ ਘੋੜਾ ਨਹੀਂ ਗਿਆ। ਅੱਜ ਪੂਰੀ ਦੁਨੀਆ ਨੇ ਜੋ ਜ਼ੋਨ ਬਣਾਤੇ ਹੈਗੇ ਕਿ ਇੱਥੇ ਤੰਬਾਕੂ ਨਹੀਂ ਪੀਤਾ ਜਾ ਸਕਦਾ। ਗੁਰੂ ਸਾਹਿਬ ਨੇ ਸਾਨੂੰ ਪਹਿਲਾਂ ਹੀ ਇੱਥੇ ਬੰਦਸ਼ ਲਾਤੀ ਸੀ, ਇਹ ਤੁਹਾਡੇ ਸਰੀਰ ਲਈ ਹਾਨੀਕਾਰਕ ਹੈਗਾ। ਅਤੇ ਜੇ ਅਸੀਂ ਕਿਸੇ ਨੂੰ ਦੇਵਾਂਗੇ, ਪੀਵਾਂਗੇ ਜਾਂ ਪਿਲਾਵਾਂਗੇ, ਅਤੇ ਇਹਦਾ ਮਤਲਬ ਹੈ ਉਹ ਚਾਹੇ ਸਾਡੀ ਕਿਰਤ ਸੱਚੀ ਹੈ ਚਾਹੇ ਝੂਠੀ, ਉਹ ਗਲਤ ਹੈਗੀ ਆ। ਅਤੇ ਮੈਂ ਇੰਨਾ ਹੀ ਕਹਿਣਾ ਚਾਹੁੰਦਾ, ਕਿਉਂਕਿ ਬਹੁਤ ਜ਼ਿਆਦਾ ਨਹੀਂ, ਕਿਉਂਕਿ ਜਿਹੜੀਆਂ ਗੱਲਾਂ ਬਾਤਾਂ ਆਪਾਂ ਮੀਟ ਵਾਲੀਆਂ ਕਰਦੇ ਹੈਗੇ ਆ, ਉਹਨਾਂ ਦੇ ਜਿਹੜੇ ਖਾਣ ਵਾਲੇ ਆ ਉਹਨਾਂ ਕੋਲ ਬਹੁਤ ਆ। ਬਾਕੀ ਰਹੀ ਗੱਲ, ਗੁਰੂ ਨੇ ਕਿਹਾ ਮੇਰਾ ਜਿਹੜਾ ਸਿੱਖ ਉਹ ਰੋਮਾਂ ਦੀ ਬੇਅਦਬੀ ਨਹੀਂ ਕਰੂਗਾ। ਅਤੇ ਜੇ ਮੈਂ ਆਪਣੇ ਰੋਮਾਂ ਦੀ ਬੇਅਦਬੀ ਨਾ ਕਿਸੇ ਦੇ ਰੋਮਾਂ ਦੀ ਬੇਅਦਬੀ ਕਰਦਾ, ਇਹਦਾ ਮਤਲਬ ਮੈਂ ਗੁਰੂ ਦੇ ਕੰਮ ਤੋਂ ਉਲਟ ਜਾ ਰਿਹਾ ਹੈਗਾ। ਇਹ ਠੀਕ ਹੈ। ਜਦੋਂ ਇੱਥੇ ਹੁਣ ਜਿਹੜੀ ਗੱਲ ਹੋ ਰਹੀ ਆ ਉਹ ਸਿੱਖੀ ਦੇ ਅਸੂਲਾਂ ਦੀ ਹੋ ਰਹੀ ਆ, ਨਾ ਕਿ ਇੱਕ ਬੰਦੇ ਦੇ ਆਮ ਜੀਵਨ ਦੀ ਹੋ ਰਹੀ ਆ। ਆਮ ਜੀਵਨ ਵਿੱਚ ਤੁਸੀਂ ਜੋ ਕਰਦੇ ਆ ਉਹ ਤੁਹਾਨੂੰ ਸਭ ਜਾਇਜ਼ ਹੋ ਜਾਂਦਾ, ਲੇਕਿਨ ਜਦੋਂ ਤੁਸੀਂ ਸਟੇਜ 'ਤੇ ਬਹਿ ਕੇ ਇਹ ਗੱਲ ਕਰਨੀ ਹੈਗੀ ਆ ਸਿੱਖੀ ਦੇ ਅਸੂਲ ਦੀ, ਫਿਰ ਤੁਹਾਨੂੰ ਇਹ ਸਮਝਣਾ ਪੈਣਾ ਹੈਗਾ। ਬਾਕੀ ਭਾਈ ਸਾਹਿਬ ਨੇ ਦੱਸਿਆ ਕਿ ਜਿਹੜੇ ਕੰਮਕਾਰ ਕਰਦੇ ਆ ਬੰਦੇ, ਉਹ ਵੀ ਘੱਟ ਪੈਸੇ ਦੇ ਆਉਂਦੇ ਆ, ਜੋ ਆ ਬੂਆ, ਉਹ ਸਾਰੇ ਜਿੱਦਾਂ ਉਦੋਂ ਉਲਟ ਹੈਗੇ ਸਿਸਟਮ। ਅੱਜ ਗੱਲ ਜਿਹੜੀ ਆਪਾਂ ਦੁਨੀਆ ਨੂੰ ਮੈਸੇਜ ਕੀ ਦੇਣਾ ਹੈਗਾ ਕਿ ਸਾਡੇ ਲਈ ਗੱਲ ਜਾਇਜ਼ ਆ ਕਿ ਨਜਾਇਜ਼ ਆ। ਸਾਡੇ ਲਈ ਜਿਹੜਾ ਵੀ ਕੋਈ ਗਲਤ ਕੰਮ ਆ, ਚਾਹੇ ਉਹ ਕੰਮ ਕਰਾ ਕੇ ਬੰਦਿਆਂ ਨੂੰ ਘੱਟ ਪੈਸੇ ਦੇ ਦਿੰਦਾ ਹੋਵੇ, ਚਾਹੇ ਉਹ ਸ਼ਰਾਬ ਵੇਚ ਕੇ ਲੋਕਾਂ ਨੂੰ ਆਪਣੇ ਪੈਸੇ ਕਮਾਉਣ ਦਾ ਹੋਵੇ, ਚਾਹੇ ਉਹ ਡਰੱਗਸ, ਜੋ ਵੀ ਕਿਸੇ ਵੀ ਤਰ੍ਹਾਂ ਦਾ ਧੰਦਾ ਹੈਗਾ ਉਹ ਕਰਨ ਦਾ ਹੋਵੇ, ਉਹ ਸਾਰੇ ਕੰਮ ਗਲਤ ਹੈਗੇ ਆ। ਉਹ ਗਲਤ ਕਿਰਤ ਵਿੱਚ ਆਉਂਦੇ ਹੈਗੇ ਆ। ਮੇਰੇ ਆਪਣੇ ਵਿਚਾਰ ਹੈਗੇ ਆ, ਕਿਸੇ ਦੇ ਵਿਚਾਰ ਥੋਪੇ ਨਹੀਂ ਜਾ ਸਕਦੇ। ਅਤੇ ਲੇਕਿਨ ਮੇਰੇ ਖਿਆਲ ਅਨੁਸਾਰ ਦੁਨੀਆ ਵਿੱਚ ਜਿੱਥੇ ਵੀ ਕੋਈ ਬੈਠਾ ਇਹ ਪ੍ਰੋਗਰਾਮ ਦੇਖੂਗਾ, ਅਤੇ ਉਹ ਜ਼ਰੂਰ ਇੱਕ ਵਾਰੀ ਆਪਣੇ ਮਨ ਦੇ ਅੰਦਰ ਝਾਤੀ ਮਾਰੂਗਾ ਕਿ ਮੇਰੀ ਜਿਹੜੀ ਕਿਰਤ ਹੈਗੀ ਆ ਉਹ ਕਿਵੇਂ ਦੀ ਹੈ, ਸੱਚੀ ਹੈ ਜਾਂ ਝੂਠੀ। ਅਤੇ ਬਾਕੀ ਜੋ ਗੁਰੂ ਸਾਹਿਬ ਨੇ ਤੁਹਾਨੂੰ ਜੀਵਨ ਦਿੱਤਾ ਹੈ, ਵੀ ਤੁਸੀਂ ਜੋ ਆਪਣਾ ਸਰਲ ਜੀਵਨ ਹੈਗਾ ਉਹਨੂੰ ਜੀਵਨ ਨੂੰ
ਵਧੀਆ ਤਰਜੀਹ ਦਿੱਤੀ ਹੈਗੀ ਆ। ਜੇ ਆਪਾਂ ਸਰਲ ਜੀਵਨ ਜੀਵਾਂਗੇ ਤੇ ਸਾਨੂੰ ਕੋਈ ਬਾਹਲੀ ਦੌੜ ਦੀ ਲੋੜ ਨਹੀਂ ਹੈ ਵੀ ਬਹੁਤ ਜ਼ਿਆਦਾ ਤੁਹਾਡੇ ਕੋਲ ਪੈਸਾ ਆ ਜਾਵੇ, ਕਿ ਉਹ ਬਹੁਤ ਜ਼ਿਆਦਾ ਪੈਸੇ ਵਾਲੇ ਵੀ ਮੈਂ ਰੋਂਦੇ ਦੇਖੇ ਆ, ਜਿਨ੍ਹਾਂ ਦੇ ਕੋਲ ਬਿਲਕੁਲ ਕੁਛ ਨਹੀਂ ਉਹ ਖੁਸ਼ ਵੀ ਦੇਖੇ ਹੈਗੇ ਆ। ਸੋ ਇਸ ਨਾਲ ਖੁਸ਼ੀ ਜਾਂ ਗਮੀ ਦਾ ਕੋਈ ਸੰਬੰਧ ਨਹੀਂ ਹੈਗਾ, ਗੱਲ ਆਪਣੇ ਮਨ ਦੇ ਸਥਿਰਤਾ ਦੀ ਹੈਗੀ ਆ। ਮੈਂ ਬਾਬਾ ਰਾਮ ਸਿੰਘ ਜੀ ਨਾਲ ਬਿਲਕੁਲ ਸਹਿਮਤ ਹਾਂ। ਆਈ ਵਰਕ ਇਨ ਅ ਬੈਂਕ ਐਂਡ ਸਮਟਾਈਮਸ ਵੈਨ ਪੀਪਲ ਆਸਕ ਮੀ ਲਾਈਕ ਯੂ ਆਰ ਸਿਕ, ਰਾਈਟ, ਐਂਡ what do you don't eat, what kind of meat do you don't eat, like the Muslims, they don't eat pork, the Hindus doesn't eat beef, and what do you not eat? And then I tell them, like, I don't eat someone's bread, I don't eat someone's right. And that is same what Babaji said, we don't eat someone's haq. Like, if I know that I am a owner of a company and I have an employer, I made a commitment with him to pay him 50 euro in a day to work for me. But at the end of a month, I pay him 30 a day. Then I'm eating his right. And there is also a Sakhi of Guru Nanak Dev Ji, that Guru Nanak Dev Ji poured blood out of a roti. So that is eating someone's haq. And that is what a Sikh doesn't eat. So we are not talking about meat. I'm completely honest that what you said, I was also right, that we have to be sympathized with animals. But it's not about eating meat, it's about eating someone's right. So that is what, when we earn honestly, we also take for granted that the someone we are paying for, that they are getting his right. ਕਿ ਆਪਾਂ ਕਿਸੇ ਦੀ ਰੋਟੀ ਨਹੀਂ ਖਾਂਦੇ, ਜਿੱਦਾਂ ਤੁਸੀਂ ਬਾਬਾ ਜੀ ਨੇ ਕਿਹਾ। ਇਹ ਵੀ ਮੈਂ ਜਦੋਂ ਵੀ ਕੋਈ ਗੋਰਾ ਮੈਨੂੰ ਪੁੱਛਦਾ ਕਿ ਸਿੱਖ ਕੀ ਨਹੀਂ ਖਾਂਦੇ, ਕਿ ਮੁਸਲਮਾਨ ਜਿਹੜੇ ਸੂਰ ਨਹੀਂ ਖਾਂਦੇ, ਹਿੰਦੂ ਗਾਂ ਨਹੀਂ ਖਾਂਦੇ, ਫਿਰ ਮੈਂ ਇਹੀ ਦੱਸਦੀ ਹਾਂ ਕਿ ਅਸੀਂ ਕਿਸੇ ਦੀ ਬ੍ਰੈਡ ਨਹੀਂ ਖਾਂਦੇ ਹੈਗੇ, ਅਸੀਂ ਕਿਸੇ ਦੀ ਟੰਗ ਖਿੱਚ ਕੇ ਆਪ ਨਹੀਂ ਅੱਗੇ ਜਾਣਾ ਚਾਹੁੰਦੇ ਹੈਗੇ। ਇਹ ਸਾਨੂੰ ਸਿਖਾਇਆ ਜਾਂਦਾ ਹੈ ਸਿੱਖੀ ਵਿੱਚ। ਨੈਕਸਟ ਟੌਪਿਕ ਹੈਗਾ ਆ ਨਾਮ ਜਪੋ, ਸਟੇ ਕਨੈਕਟਡ ਟੂ ਦ ਕ੍ਰੀਏਟਰ। ਨਾਮ ਜਪਣਾ, ਵਾਹਿਗੁਰੂ 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 ਵਾਹਿਗੁਰੂ, ਇੱਦਾਂ ਤੋਤਾ ਰਟਣ ਜਿਹੜਾ ਆਪਾਂ ਕਰ ਲਏ ਉਹਨੂੰ ਨਾਮ ਜਪਣਾ ਕਹਿੰਦੇ, ਕਿ ਹੋਰ ਕੋਈ ਤਰੀਕਾ ਹੈਗਾ ਆ ਉਸ ਪਰਮਾਤਮਾ ਨਾਲ ਜੁੜਨ ਦਾ? ਹਾਊ ਡੂ ਯੂ ਸਟੇ ਕਨੈਕਟਡ ਵਿਦ ਗੋਡ? ਇਜ਼ ਇਟ ਜਸਟ saying ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, oh people are looking ਵਾਹਿਗੁਰੂ ਵਾਹਿਗੁਰੂ, or is it for us inside? How do we stay connected with God? ਇਹ ਵਿਸ਼ਾ ਆ ਅਗਲਾ। ਸਿਮਰਨ ਜਦੋਂ ਆਪਾਂ ਕਰਦੇ ਆ, ਉਦੋਂ ਆਪਾਂ ਨੂੰ ਕੀ ਧਿਆਨ ਵਿੱਚ ਰੱਖਣਾ ਚਾਹੀਦਾ? ਆਪਾਂ ਕੀ ਪਾਉਣਾ ਚਾਹੁੰਦੇ ਆ? ਕਿੱਦਾਂ ਆਪਾਂ ਨਾਮ ਜਪਣ ਵਿੱਚ ਕੀ ਕੀ ਆ ਜਾਂਦਾ ਹੈ? ਗੁਰਬਾਣੀ ਇਹਦੇ ਬਾਰੇ ਕੀ ਕਹਿੰਦੀ ਆ? ਗੁਰਬਾਣੀ ਕਹਿੰਦੀ ਆ, ਹਰ ਹਰ ਕਰਾਂ ਨਿਤ ਗਬੜ ਕਮਾਵੇਂ। ਵੀ ਹਰੀ ਹਰੀ ਰਾਵ ਵਾਹਿਗੁਰੂ ਵਾਹਿਗੁਰੂ ਕਰਦਾ, ਤੂੰ ਹਰੀ ਹਰੀ ਵੀ ਕਰਦਾ, ਅਤੇ ਹਿਰਦੇ 'ਚ ਗਬਟ ਵੀ ਰੱਖਦਾ, ਵੈਰ ਵਿਰੋਧ ਵੀ ਰੱਖਦਾ, ਈਰਖਾ ਵੀ ਰੱਖਦਾ, ਹਿਰਦਾ ਸ਼ੁੱਧ ਨਾ ਹੋਈ। ਹੁਣ ਗੁਰਬਾਣੀ ਕਹਿੰਦੀ ਆ ਵੀ ਤੂੰ ਜਿੰਨਾ ਮਰਜ਼ੀ ਇੱਦਾਂ ਤੋਤਾ ਟਨ ਕਰੀ ਜਾ, ਪਰ ਤੇਰਾ ਹਿਰਦਾ ਉਹਦੇ ਨਾਲ ਸਾਫ਼ ਨਹੀਂ ਹੋਣਾ ਜਦੋਂ ਤੱਕ ਤੂੰ ਉਸ ਨਾਮ ਨੂੰ ਆਪਣੇ ਹਿਰਦੇ 'ਚ ਵਸਾ ਕੇ ਉਸ ਅਨੁਸਾਰ ਆਪਣਾ ਜੀਵਨ ਨਹੀਂ ਢਾਲਦਾ। ਅਤੇ ਜੇ ਤੁਸੀਂ ਇਕੱਲਾ ਹਰ 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 ਰੱਬ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਆ, ਅਤੇ ਗੁਰਬਾਣੀ ਕਹਿੰਦੀ ਹੈ ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰਮੁਖ ਸਗਲੀ ਗੰਤ ਮਿਟਾਵੈ। ਗੁਰਮੁਖ ਜਿਹੜਾ ਉਹ ਗਿਣਤੀਆਂ ਮਿੱਤੀਆਂ 'ਚ ਨਹੀਂ ਪੈਂਦਾ, ਮੈਂ ਕਿੰਨੀ ਵਾਰੀ ਪਾਠ ਕੀਤਾ, ਕਿੰਨੀ ਵਾਰੀ ਵਾਹਿਗੁਰੂ ਕਿਹਾ। ਅਤੇ ਗੁਰਮੁਖ ਵੈਰ ਵਿਰੋਧ ਗਵਾਵੈ। ਜਦੋਂ ਇਹ ਅਵਸਥਾ ਆ ਜਾਂਦੀ ਹੈ ਨਾ, ਜਿਹੜਾ ਨਾਮ ਸਿਮਰਨ ਦਾ ਉਹ ਬੇਮਤਾਜ ਹੋ ਜਾਂਦਾ, ਕਿਸੇ ਦਾ ਆਜ ਹੀ ਨਹੀਂ ਰਹਿੰਦਾ, ਬੇਖੌਫ ਹੋ ਜਾਂਦਾ, ਨਿਡਰ ਹੋ ਜਾਂਦਾ, ਔਰ ਨਿਰਵੈਰ ਹੋ ਜਾਂਦਾ। ਜੇ ਤੇ ਨਾਮ ਜਪਣ ਕਰਕੇ ਇਹ ਸਾਡੇ ਵਿੱਚ ਗੁਣ ਆ ਰਹੇ ਨੇ, ਅਤੇ ਸਮਝ ਲਓ ਕਿ ਸਾਡਾ ਜਿਹੜਾ ਨਾਮ ਜਪਿਆ ਉਹ ਸਫਲ ਹੈ, ਜਾਂ ਅਸੀਂ ਉਹ ਤੋਤਾ ਰਟਨ ਨਹੀਂ ਕਰ ਰਹੇ। ਪਰ ਜੇਕਰ ਤਬਦੀਲੀ ਕੋਈ ਨਹੀਂ, ਵਾਹਿਗੁਰੂ ਵਾਹਿਗੁਰੂ ਸਵੇਰ ਤੋਂ ਸ਼ਾਮ ਤੱਕ ਕਰੀ ਜਾ ਰਹੇ ਹਾਂ, ਔਰ ਮਨ ਵਿੱਚ ਬੁਰਾ ਵਿਚਿਤ ਵੀ ਜਾ ਰਹੇ ਹਾਂ, ਬੈਰ ਵਿਰੋਧ ਵੀ ਰੱਖੀ ਜਾ ਰਹੇ ਹਾਂ, ਈਰਖਾ ਵੀ ਕਰੀ ਜਾ ਰਹੇ ਹਾਂ, ਅਤੇ ਫਿਰ ਉਹ ਤੋਤਾ ਰਟਨ ਬਣ ਜਾਏਗਾ। ਅਤੇ ਜੇ ਤਾਂ ਕੋਈ ਜੀਵਨ 'ਚ ਕੋਈ ਕ੍ਰਾਂਤੀ ਘਟਦੀ ਹੈ, ਕੋਈ ਰੈਵੋਲੂਸ਼ਨ ਆਉਂਦਾ ਹੈ, ਫਿਰ ਸਮਝ ਲਓ ਕਿ ਉਹਦਾ ਅਸਰ ਹੋ ਰਿਹਾ। ਅਤੇ ਜਿਨ੍ਹਾਂ ਨੇ ਨਾਮ ਜਪਿਆ, ਤੁਸੀਂ ਦੇਖਿਆ ਕਿ ਉਹਨਾਂ ਦੇ ਸਾਹਮਣੇ ਚਰਖੜੀਆਂ ਵੀ ਆਈਆਂ ਅਤੇ ਉਹਨਾਂ ਨੇ ਪਰਵਾਹ ਨਹੀਂ ਕੀਤੀ, ਰੰਬੀਆਂ ਦੀ ਵੀ ਪਰਵਾਹ ਨਹੀਂ ਕੀਤੀ। ਉਹ ਕਿਉਂ? ਕਿਉਂਕਿ ਉਹ ਬੇਖੌਫ ਹੋ ਜਾਂਦਾ, ਨਿਡਰ ਹੋ ਜਾਂਦਾ ਹੈ, ਬੇਮੁਤਾਜ ਹੋ ਜਾਂਦਾ ਹੈ, ਉਹਨੂੰ ਕਿਸੇ ਦਾ ਕੋਈ ਭੈ ਨਹੀਂ ਰਹਿੰਦਾ। ਜਿਵੇਂ ਪਰਮਾਤਮਾ ਨਿਰਭਉ ਹੈ, ਨਿਰਵੈਰ ਹੈ, ਇਸੇ ਤਰ੍ਹਾਂ ਹੀ ਇਹ ਗੁਣ ਜਿਹੜੇ ਨੇ
ਉਹ ਉਸ ਵਿੱਚ ਆ ਜਾਂਦੇ ਨੇ, ਜੋ ਪਰਮਾਤਮਾ ਦੇ ਆਪਣੇ ਦੈਵੀ ਗੁਣ ਨੇ, ਉਹ ਇਨਸਾਨ ਵਿੱਚ ਜਦੋਂ ਆ ਜਾਂਦੇ ਨੇ ਤੇ ਫਿਰ ਉਹ ਹਰ ਬਦੀ ਦੇ ਖਿਲਾਫ ਅੜ ਖਲੋਣ ਦੀ ਉਹਦੇ ਵਿੱਚ ਜੁਰਤ ਆ ਜਾਂਦੀ ਹੈ ਤੇ ਉਹ ਅੜ ਖਲੋਂਦਾ ਹੈ। ਸੋ ਇਹ ਜੇ ਤੇ ਇੱਦਾਂ ਦੀ ਸਾਡੇ ਵਿੱਚ ਕੋਈ ਹੋ ਰਹੀ ਹੈ, ਉਹਦੇ ਨਾਲ ਕੋਈ ਜੀਵਨ ਦੇ ਵਿੱਚ ਕੋਈ ਤਬਦੀਲੀ ਆ ਰਹੀ ਹੈ ਤੇ ਫਿਰ ਤੇ ਨਾਮ ਜਪਿਆ ਸਫਲ ਹੈ। ਤੇ ਜੇ ਇਹ ਗੱਲਾਂ ਸਾਡੇ ਵਿੱਚ ਨਹੀਂ ਆ ਰਹੀਆਂ ਤੇ ਫਿਰ ਸਮਝ ਲਓ ਫਿਰ ਤੋਤਾ ਰਟਣ ਹੈ, ਤੋਤਾ ਰਟਣ ਕਰੀ ਜਾ ਰਹੇ ਹਾਂ ਅਸੀਂ। ਤੇ ਮਤਲਬ ਦੂਸਰਾ, ਮਨ ਦੀ ਜਿਹੜੀ ਵਿੱਚ ਇਕਾਗਰਤਾ ਬੜੀ ਜ਼ਰੂਰੀ ਹੈ। ਰਸਨਾ ਤੋਂ ਕਹੀ ਜਾ ਰਹੇ ਹਾਂ ਲੇਕਿਨ ਨਾ ਕੰਨ ਸੁਣ ਰਹੇ ਨੇ ਔਰ ਨਾ ਮਨ ਉਸ ਨੂੰ ਮੰਨ ਰਿਹਾ। ਸੋ ਇਸ ਕਰਕੇ ਬਾਕੀ ਦੇਖੋ, ਗੁਰਬਾਣੀ ਨੇ ਇੱਥੇ ਸਿੱਖ ਧਰਮ ਨੇ ਜਿਹੜਾ ਪਹਿਲਾ ਪ੍ਰਿੰਸੀਪਲ ਦਿੱਤਾ ਸਾਨੂੰ, ਉਹ ਦਿੱਤਾ ਕਿਰਤ ਕਰਨੀ। ਸਿੱਖੀ ਵਿੱਚ ਕਿਰਤ ਪ੍ਰਧਾਨ ਹੈ, ਪੂਜਾ ਪ੍ਰਧਾਨ ਨਹੀਂ। ਪਹਿਲੀ ਗੱਲ ਤਾਂ ਇਹ ਦੇਖੋ ਕਿ ਕੋਈ ਕਹੇ ਕਿ ਮੈਂ ਕੰਮ ਛੱਡ ਕੇ ਮੈਂ ਸਿਮਰਨ ਕਰ ਰਿਹਾ, ਗੁਰਬਾਣੀ ਨਹੀਂ ਮੰਨਦੀ ਨਾ। ਸਿੱਖੀਜ਼ਮ ਨੂੰ ਉਹਨੂੰ ਕੋਈ ਤਰਜੀਹ ਦਿੰਦਾ। ਅਸੀਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਤੇ ਗੁਰੂ ਕਲਗੀਧਰ ਪਾਤਸ਼ਾਹ ਤੱਕ ਜੀਵਨ ਪੜ੍ਹੀਏ ਤੇ ਉਹਨਾਂ ਨੇ ਕਿਰਤ ਨੂੰ ਨਾਲ ਰੱਖਿਆ। ਕਿਰਤ ਇਸੇ ਕਰਕੇ ਪਹਿਲਾਂ ਲਿਖਿਆ ਕਿ ਕਿਰਤ ਕਰਨੀ ਫਿਰ ਨਾਮ ਜਪਣਾ। ਹੁਣ ਟ੍ਰੈਂਡ ਇਹ ਬਣ ਗਿਆ ਕਿ ਤੁਸੀਂ ਚੋਲਾ ਪਾਓ ਲੰਬਾ ਜਿਹਾ, ਗੋਲ ਪੱਗ ਬੰਨੋ, ਡੇਰੇ 'ਚ ਬਹਿ ਜਾਓ, ਇਹ ਨਾਮ ਜਪ ਰਹੇ ਹਾਂ ਅਸੀਂ। ਦੂਜਿਆਂ ਉੱਤੇ ਅਸੀਂ ਬੋਝ ਬਣ ਰਹੇ ਹਾਂ। ਤੇ ਗੁਰਬਾਣੀ ਕੀ ਕਹਿ ਰਹੀ ਹੈ ਕਿ ਧ੍ਰਿਗ ਦਿਨਾਂ ਜੀਵਿਆ ਜਿਨ੍ਹਾਂ ਵਡਾਣੀ ਆਸ। ਤੇ ਅਸੀਂ ਕਹਿ ਰਹੇ ਹਾਂ ਕਿ ਕੋਈ ਪੱਕੀਆਂ ਪਕਾਈਆਂ ਲੈ ਕੇ ਲੰਗਰ ਆਏਗਾ, ਅਸੀਂ ਤਾਂ ਜੀ ਨਾਮ ਜਪਣ ਡਏ ਹਾਂ। ਇਹੋ ਜਿਹੀਆਂ ਸਾਨੂੰ ਕਥਾ ਕਹਾਣੀਆਂ ਸੁਣਾ ਕੇ ਤੇ ਕਿਰਤ ਨਾਲੋਂ ਤੋੜਿਆ ਜਾ ਰਿਹਾ। ਅੱਜ ਵਿਹਲੜ ਲੋਕਾਂ ਨੂੰ ਦੀ ਧਾੜ ਪੈਦਾ ਕੀਤੀ ਜਾ ਰਹੀ ਹੈ ਸਿੱਖੀਜ਼ਮ ਵਿੱਚ। ਕਿਰਤ ਤੋਂ ਪਾਸਾ ਵੱਟਿਆ ਜਾ ਰਿਹਾ। ਜਿਹੜਾ ਵੀ ਸੰਤ ਨਵਾਂ ਉੱਠਦਾ ਜਾਂ ਬਣਦਾ, ਆਪਣੇ ਆਪ ਨੂੰ ਉਹ ਨਾਮ ਸਿਮਰਨ ਵਾਲਾ ਦੱਸਦਾ, ਲੇਕਿਨ ਉਹਨੂੰ ਜੇ ਪੁੱਛੀਏ ਤੁਸੀਂ ਉਹਨਾਂ ਨਾਲ ਗੱਲ ਕਰੋਗੇ ਤੂੰ ਕਿੰਨਾ ਨਾਮ ਜਪਦਾ, ਅਤੇ ਜੇ ਉਹਨੂੰ ਸਵਾਲ ਕਰੋ ਵੀ ਤੁਸੀਂ ਕਿਰਤ ਕਿੰਨੀ ਕਰਦੇ ਹੋ, ਕੰਮ ਤੁਸੀਂ ਕੋਈ ਕਰਦੇ ਨਹੀਂ, ਦੂਜਿਆਂ 'ਤੇ ਬੋਝ ਬਣੀ ਬੈਠੇ ਹੋ। ਸੋ ਕਿਰਤ ਨੂੰ ਤਾਂ ਹੀ ਕਰਕੇ ਪ੍ਰਧਾਨ ਦੱਸਿਆ ਕਿ ਪਹਿਲਾਂ ਕਿਰਤ ਕਰਨੀ ਫਿਰ ਨਾਮ ਜਪਣਾ। ਕਿਰਤ ਕਰਾਂਗੇ ਤੇ ਫਿਰ ਹੀ ਉਹਦੇ ਵਿੱਚੋਂ ਕੋਈ ਵੰਡ ਕੇ ਛਕਾਂਗੇ। ਤੇ ਜੇ ਆਪਾਂ ਕਿਰਤ ਨਹੀਂ ਕਰਦੇ, ਆਪਾਂ ਤਾਂ ਦੂਜਿਆਂ 'ਤੇ ਡਿਪੈਂਡ ਬੈਠੇ ਹਾਂ। ਅਸੀਂ ਤੇ ਜੋ ਕੋਈ ਲਿਆ ਰਿਹਾ ਉਹ ਪੂਜਾ ਦੇ ਧਾਮ 'ਚ ਉਹਦੇ 'ਚੋਂ ਖਾ ਰਹੇ ਹਾਂ ਅਸੀਂ, ਤੇ ਅਸੀਂ ਕਿਸੇ ਨੂੰ ਕੀ ਵੰਡ ਕੇ ਛਕਾਂਗੇ? ਅਸੀਂ ਤਾਂ ਕਿਸੇ ਦਾ ਹੱਕ ਖਾ ਰਹੇ ਹਾਂ। ਸੋ ਇਸ ਕਰਕੇ ਇਹ ਸਿਸਟਮ ਜਿਹੜਾ ਸੀ ਸਾਰਾ, ਭਗਤ ਜਿੰਨੇ ਵੀ ਨੇ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੀ ਬਾਣੀ ਆ, ਇੱਕ ਵੀ ਉਹਨਾਂ ਵਿੱਚੋਂ ਦੱਸ ਦਿਓ ਵੀ ਜਿਹੜਾ ਵਿਹਲੜ ਸੀ। ਕੋਈ ਤਾਂ ਕੱਪੜਾ ਬੁਣ ਰਿਹਾ, ਕੋਈ ਕੱਪੜਾ ਸਿਉਂ ਰਿਹਾ, ਕੋਈ ਜੁੱਤੀਆਂ ਗੰਢ ਰਿਹਾ, ਹਰ ਕੋਈ ਆਪਣੀ ਕਿਰਤ ਕਰ ਰਿਹਾ। ਵਿਹਲੜਾਂ ਨੂੰ ਉੱਥੇ ਥਾਂ ਹੀ ਨਹੀਂ ਮਿਲੀ। ਕਾਨ੍ਹਾ ਆਇਆ ਸੀ, ਗੁਰੂ ਅਰਜਨ ਦੇਵ ਜੀ ਨੇ ਕਿਹਾ ਨਹੀਂ। ਸੱਜੂ ਆਇਆ ਸੀ, ਪੀਲੂ ਆਇਆ ਸੀ, ਸਾਹਬ ਹੁਸੈਨ ਆਇਆ ਸੀ। ਉਹਨਾਂ ਨੇ ਕਿਹਾ ਸੀ ਕਿ ਇੱਥੇ ਇਹ ਕਿਰਤੀਆਂ ਦੀ ਬਾਣੀ ਹੈ, ਜਿਨ੍ਹਾਂ ਨੇ ਕਿਰਤ ਕਰਦੇ ਨੇ ਅਤੇ ਨਾਲ ਰੱਬ ਨੂੰ ਯਾਦ ਕਰਦੇ ਨੇ। ਅਤੇ ਬਾਕੀ ਸਿਰਫ ਇਹਦੀ ਵੀ ਜ਼ਬਾਨ ਤੋਂ ਬੋਲਿਆ ਜਾ ਰਿਹਾ, ਜੇ ਹਿਰਦੇ ਵਿੱਚ ਚਿੰਤਨ ਹੈ। ਜਦੋਂ ਅਸੀਂ ਯਾਦ ਕਰਦੇ ਹਾਂ, ਆਪਣੇ ਬੱਚੇ ਨੂੰ ਯਾਦ ਕਰਦੇ ਹਾਂ, ਆਪਣੇ ਮਾਂ ਬਾਪ ਨੂੰ ਯਾਦ ਕਰਦੇ ਹਾਂ, ਅਤੇ ਅਸੀਂ ਕਦੀ ਉਹਨਾਂ ਦਾ ਕਈ ਵਾਰੀ ਨਾਂ ਲੈ ਕੇ ਨਹੀਂ ਯਾਦ ਕਰਦੇ। ਸਾਡੇ ਮਨ ਵਿੱਚ ਉਹਦੀ ਯਾਦ ਬਣੀ ਰਹਿੰਦੀ ਹੈ, ਚਿੰਤਨ ਬਣਿਆ ਰਹਿੰਦਾ। ਇਸੇ ਕਰਕੇ ਜਿਹੜੇ ਭਗਤ ਸੀ ਕਿਰਤ ਕਰਦੇ ਸੀ, ਭਾਵੇਂ ਮੂੰਹ ਤੋਂ ਨਹੀਂ ਸੀ ਬੋਲ ਰਹੇ, ਲੇਕਿਨ ਉਹਨਾਂ ਦੇ ਅੰਦਰ ਜਿਹੜਾ ਸੀ ਉਹ ਚਿੰਤਨ ਜਿਹੜਾ ਸੀ ਚੱਲਦਾ ਸੀਗਾ। ਜਿਵੇਂ ਹੁਣ ਜਾਨਵਰ ਪੰਛੀ ਜਿਹੜੇ ਨੇ ਉੱਡ ਕੇ ਚੱਲ ਜਾਂਦੇ ਆ, ਕੂੰਜਾਂ ਉੱਡ ਕੇ ਚੱਲ ਜਾਂਦੀਆਂ, ਲੇਕਿਨ ਕੀ ਕਰ ਰਹੀਆਂ ਨੇ ਉਹ? ਉਹਨਾਂ ਦਾ ਚਿੱਤ ਜਿਹੜਾ ਹੈ ਆਪਣੇ ਬੱਚਿਆਂ 'ਚ ਹੈ। ਗਾਂ ਚੱਲ ਰਹੀ ਹੈ ਲੇਕਿਨ ਉਹਦਾ ਧਿਆਨ ਕਿੱਥੇ ਆ? ਆਪਣੇ ਵੱਛੇ ਵਿੱਚ। ਇਸੇ ਤਰ੍ਹਾਂ ਦਾ ਹੀ ਸੰਬੰਧ ਜਿਹੜਾ ਪਰਮਾਤਮਾ ਨਾਲ ਬਣੇ ਤੇ ਫਿਰ ਕਿਰਤ ਕਰਦਿਆਂ ਫਿਰ ਜਿੱਥੇ ਵੀ ਬੰਦਾ ਕੰਮ ਕਰ ਰਿਹਾ ਆਪਣਾ ਉਹਦੀ ਯਾਦ ਬਣੀ ਰਹਿਣੀ। In my opinion, naam japna or simran karna is a way to stay connected to the Creator. I follow this line. It's written in Gurbani. ਅਰਦਾਸ ਤੋਂ ਬਾਅਦ ਅਸੀਂ ਕਹਿੰਦੇ ਹੁੰਦੇ ਆ ਜਾਂ ਅਰਦਾਸ ਦੇ ਵਿੱਚ ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਮੇਰੇ ਹਿਸਾਬ ਨਾਲ ਅਗਰ ਇਸ ਨੂੰ ਅਸੀਂ ਟਰਾਂਸਲੇਟ ਕਰੀਏ ਤਾਂ ਇੱਦਾਂ ਲਿਖਿਆ ਹੋਇਆ ਕਿ ਕਈ ਵਾਰ ਬੱਚਿਆਂ ਤੋਂ ਗਲਤੀ ਹੋ ਜਾਂਦੀ ਆ, ਬਟ ਜੇ ਤੁਸੀਂ ਨਾਮ ਤੇ ਆ ਰਹੇ ਹੋ ਸੱਚੇ ਦਿਲ ਤੋਂ ਤੇ ਬਾਬਾ ਜੀ ਨੇ ਤੁਹਾਨੂੰ ਮਾफ़ ਕਰ ਦੇਣਾ ਐਂਡ ਵਿੱਚ। ਅਤੇ ਮੇਰਾ ਕੁਐਸਚਨ ਇਹ ਆ ਕਿ ਤੁਸੀਂ ਕਿਸ ਹੱਦ ਤੱਕ ਗਲਤੀ ਕਰਕੇ ਫਿਰ ਤੁਸੀਂ ਮਾफ़ੀ ਨਾਮ ਜਪ ਕੇ ਮੰਗਣਾ ਚਾਹੁੰਦੇ ਹੋ, ਅਤੇ ਅਗਰ ਨਾਮ ਵੀ ਜਪਦੇ ਹੋ ਅਤੇ ਤੁਸੀਂ ਕਿਸ ਦਿਲ ਤੋਂ, ਮਤਲਬ ਕੀ ਸੋਚ ਕੇ? ਇੱਦਾਂ ਵੀ ਲਿਖਿਆ ਹੋਇਆ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੇ। ਅਤੇ ਇਹ ਸਭ ਗੱਲਾਂ ਤੁਸੀਂ ਅਗਰ ਬੱਚਿਆਂ ਨੂੰ ਸਮਝਾਓ ਤਾਂ ਸਾਨੂੰ ਵਧੀਆ ਲੱਗੂਗਾ। ਜਿਹੜਾ ਗੁਰਬਾਣੀ ਨਾਮ ਦੇ ਵਿਸ਼ੇ ਬਾਰੇ ਸਾਨੂੰ ਦੱਸਦੀ ਹੈ, ਉਹ ਇੱਦਾਂ ਕਿ ਪਹਿਲੀ ਗੱਲ ਹੈ, ਗੁਰੂ ਨਾਨਕ ਦਾ ਜਿਹੜਾ ਨਾਮ ਹੈ ਉਹ ਵਾਹਿਗੁਰੂ ਆ। ਉਹ ਵਿਸਮਾਦੀ ਘੇਰੇ ਵਾਲਾ ਨਾਮ ਹੈ।
ਜਿੱਥੇ ਜੇ ਤੁਸੀਂ ਕਹਿੰਦੇ ਨਾ ਜਿਵੇਂ ਅਸੀਂ ਇਹਦੇ ਬਾਰੇ ਸਮਝਣਾ ਚਾਹੀਏ ਪੂਰਨ ਤੌਰ ਤੇ ਮੈਨੂੰ ਤਾਂ ਕਿ ਅਜੇ ਤੱਕ ਗੁਰਬਾਣੀ ਵਿੱਚ ਪੜ੍ਹਦਿਆਂ ਸਮਾਂ ਬਹੁਤ ਹੋਇਆ, ਪਰ ਜੇ ਤੁਹਾਨੂੰ ਮੁਕੰਮਲ ਇਹਦੇ ਬਾਰੇ ਦੱਸਣਾ ਹੈ ਨਾਮ ਹੈ ਕੀ ਜਾਂ ਗੋਡ ਨਾਲ ਕੰਡਕਟ ਕਿੱਦਾਂ ਬਣਾਉਣਾ ਹੈ, ਇਹ ਹਰੇਕ ਦਾ ਇਸ ਆਤਮੇ ਦਾ ਆਪੋ ਆਪਣਾ ਵੇ ਹੈ, ਤਰੀਕਾ ਬਣਾਉਂਦੀ ਹੈ। ਪਰ ਗੁਰਬਾਣੀ ਦੱਸਦੀ ਹੈ ਸਾਨੂੰ ਕਿੱਦਾਂ ਨਾਮ ਜਪਣਾ ਚਾਹੀਦਾ ਹੈ। ਤੇ ਨਾਮ ਵੈਸੇ ਹੈ ਵਸਮਾਦੀ, ਇਹ ਮੰਨਣ ਦਾ ਵਿਸ਼ਾ ਹੈ ਨਾ ਕਿ ਸਮਝਣ ਦਾ ਵਿਸ਼ਾ ਹੈ। ਚਲੋ ਅਸੀਂ ਇਹ ਕਹਿ ਸਕਦੇ ਹਾਂ ਸਾਡਾ ਮਨ 'ਚ ਮੈਲ ਆ ਨਾ, ਮਨ ਸਾਡਾ ਪਵਿੱਤਰ ਨਹੀਂ ਹੈ, ਸਾਡਾ ਨਾ ਮਨ ਦੀ ਜਿਹੜੀ ਅਵਸਥਾ ਹਮੇਸ਼ਾ ਇੱਕ ਥਾਂ 'ਤੇ ਨਹੀਂ ਰਹਿੰਦੀ, ਸਥਿਰ ਨਹੀਂ ਰਹਿੰਦਾ, ਕਦੇ ਸਥਿਰ ਨਹੀਂ ਰਹਿੰਦਾ। ਜੇ ਕਿ ਤੁਸੀਂ ਨਾਮ ਜਪਣ ਬੈਠਦੇ ਵੀ ਹੋ, ਜਪਦੇ ਵੀ ਹੋ, ਤੁਹਾਡਾ ਉਹ ਰਸ ਜਾਂ ਉਹ ਆਨੰਦ ਜਿਹੜਾ ਉਹ ਹਮੇਸ਼ਾ ਇੱਕ ਨਹੀਂ ਰਹਿੰਦਾ, ਕਦੇ ਨਹੀਂ ਇੱਕ ਰਹੇਗਾ। ਬਾਕੀ ਜੇਕਰ ਜੀਵਨ ਦੇ ਵਿੱਚ ਜਿੱਦਾਂ ਤੁਹਾਡਾ ਕੋਈ ਜੀਵਨ ਕਰੈਕਟਰ ਵਧੀਆ ਹੈ, ਚਰਿੱਤਰ ਵਧੀਆ ਹੈ, ਜੇਕਰ ਨਾਮ ਹਮੇਸ਼ਾ ਤੁਸੀਂ ਗੋਡ ਨਾਲ ਕੰਡਕਟ ਕਰਨਾ ਚਾਹੁੰਦੇ ਹੋ ਜਾਂ ਤੁਹਾਡਾ ਪੱਕਾ ਬਣਿਆ ਰਵੇ ਕੰਡਕਟ, ਉਹ ਇੱਦਾਂ ਕਿ ਜੀਵਨ ਦੀਆਂ ਜਿਹੜੀਆਂ ਮਨ ਦੀਆਂ ਬੁਰਾਈਆਂ, ਸਾਡੇ ਮਨ ਦੇ ਜਿਹੜੇ ਕਾਰ ਆ ਉਹ ਵਿਕਾਰ ਬਣ ਚੁੱਕੇ ਆ, ਉਹਨਾਂ 'ਤੇ ਜੇਕਰ ਤੁਸੀਂ ਕੰਮ ਕਰੋ, ਉਹਨਾਂ ਨੂੰ ਸਮਝਾਓ ਜਿੱਥੇ ਉਹ ਬਦੀ ਸੋਚਦਾ ਹੈ, ਤਾਂ ਤੁਸੀਂ ਨਾਮ ਨਾਲ ਦੇ ਰਾਹੀਂ ਨਾਮੀ ਨਾਲ ਜੁੜ ਸਕਦੇ ਆ। ਅਦਰਵਾਈਜ਼ ਤੁਸੀਂ ਇਹਦੇ ਨਾਲ ਜੁੜ ਨਹੀਂ ਸਕਦੇ। ਅਤੇ ਬਾਕੀ ਸਾਡੇ ਜੀਵਨ ਦੇ ਵਿੱਚ ਜੋ ਅਸੀਂ ਕੰਮ ਕਰਦੇ ਹਾਂ, ਨਿੱਤ ਦਾ ਕਰਮ ਕਰਦੇ ਹਾਂ, ਉਹ ਸਾਡੇ ਮਨ 'ਤੇ ਬਹੁਤ ਇਫੈਕਟ ਕਰਦਾ। ਉਹਦੇ ਜੋ ਅਸੀਂ ਸੋਚਦੇ ਹਾਂ ਸਾਡਾ ਮਨ ਉੱਦਾਂ ਦਾ ਹੁੰਦਾ। ਅਤੇ ਨਾਮ ਵਿੱਚ ਜਦੋਂ ਵੀ ਆਪਾਂ ਬੈਠਦੇ ਹਾਂ, ਜਪਣ ਕਰਦੇ ਹਾਂ, ਅਤੇ ਸਾਡੇ ਮਨ ਵਿੱਚ ਉਹੀ ਗੱਲਾਂ ਵਾਰ-ਵਾਰ ਚੱਲਦੀਆਂ ਹੈ। ਇਸ ਕਰਕੇ ਸਾਨੂੰ ਨਾਮ ਜਪਣ ਤੋਂ ਪਹਿਲਾਂ ਮਨ 'ਤੇ ਜਿਹੜਾ ਕੰਟਰੋਲ ਹੈ ਵਿਕਾਰਾਂ ਤੋਂ ਉਹ ਕਰਨਾ ਚਾਹੀਦਾ ਹੈ, ਅਤੇ ਉਹ ਤਾਂ ਹੀ ਅਸੀਂ ਜਿਹੜੀ ਆ ਗੌਰ ਨਾਲ ਆਪਣਾ ਕੰਡਕਟ ਕਰ ਸਕਦੇ ਹਾਂ। ਅਤੇ ਹੈ ਅਚਰਜਤਾ ਦੇ ਨਾਲ। ਭਾਈ ਸੰਤੋਖ ਸਿੰਘ ਕਹਿੰਦੇ ਵਾਹ ਨਾਮ ਅਚਰਜ ਤੇ ਹੋਈ, ਅਚਰਜ ਉੱਪਰ ਉਕਤ ਨਾ ਕੋਈ। ਜਿਹੜਾ ਵਾਹਿਗੁਰੂ ਗੁਰੂ ਨਾਨਕ ਨੇ ਨਾਮ ਦਿੱਤਾ ਹੈ, ਅਚਰਜਤਾ ਦਿੱਤਾ ਹੈ, ਜਿੱਥੇ ਹਰੇਕ ਚੀਜ਼ ਨੂੰ ਬੜੀ ਖੁਸ਼ੀ ਅਤੇ ਵਿਗਾਸ ਨਾਲ ਕਿਹਾ ਜਾਂਦਾ ਹੈ ਵਾਹ। ਵਾਹ ਦਾ ਕੋਈ ਅਰਥ ਨਹੀਂ, ਕੋਈ ਉਹਦੀ ਭਾਸ਼ਾ ਨਹੀਂ, ਕੋਈ ਲੈਂਗੁਏਜ ਤੁਸੀਂ ਉਹਨੂੰ ਬਿਆਨ ਕਰ ਸਕੋਗੇ। ਪਰ ਜੇਕਰ ਤੁਸੀਂ ਆਨੰਦ ਲੈਣਾ ਵਾਹਿਗੁਰੂ ਦਾ, ਉਹ ਤਾਂ ਤੁਸੀਂ ਹਰੇਕ ਚੀਜ਼ ਨੂੰ ਇੱਕ ਖੁਸ਼ੀ ਲੈ ਕੇ ਉਹਦਾ ਤੁਸੀਂ ਬਿਆਨ ਨਹੀਂ ਉਹਨੂੰ ਕਰ ਸਕਦੇ। ਬਾਕੀ ਉਹਦਾ ਆਨੰਦ ਹੀ ਲਿਆ ਜਾ ਸਕਦਾ, ਇਹ ਤੋਂ ਵੱਧ ਕੁਛ ਵੀ ਨਹੀਂ ਆ। ਗੁਰਬਾਣੀ ਵਿੱਚ ਬਹੁਤ ਐਸੀਆਂ ਉਦਾਹਰਨਾਂ ਹੈ, ਅਤੇ ਨਾਮ ਦੀ ਹੀ ਗੱਲ ਕੀਤੀ ਆ, ਰੱਬ ਦੀ ਹਰੇਕ ਸ਼ਬਦ ਵਿੱਚ ਨਾਮ ਦੀ ਗੱਲ ਕੀਤੀ ਆ। ਪਰ ਨਾਮ ਨੂੰ ਜੇਕਰ ਤੁਸੀਂ ਡਿਫਾਈਨ ਕਰਨਾ ਕਿ ਇੱਦਾਂ ਜਪਣਾ ਚਾਹੀਦਾ, ਅੰਤ ਗੁਰੂ ਅਰਾਧਨਾ ਜੀਵਾ ਜਪ ਗੁਰੂ ਨਾਮ, ਸਦਕੇ ਜੋ ਤੁਸੀਂ ਬੋਲਦੇ ਆ ਆਪਣੇ ਕੰਨਾਂ ਨਾਲ ਸੁਣੋ, ਮਨ ਨੂੰ ਇਕਾਗਰ ਰੱਖੋ, ਤਾਂ ਤੁਸੀਂ ਇਹਨੂੰ ਕੰਟੀਨਿਊ। ਬਾਕੀ ਤੋਤਾ ਰੱਟਣ ਵਾਲੀ ਜਿਹੜੀ ਤੁਸੀਂ ਗੱਲ ਕਰਦੇ ਆ, ਤੋਤਾ ਰੱਟਣਾ ਗੱਲ ਇਹ ਹੁੰਦੀ ਹੈ ਕਿ ਸਾਡੇ ਆਪੋ ਮਨ ਦੀ ਸ਼ਬਦਾਵਲੀ ਅਤੇ ਭਾਵਨਾ ਹੁੰਦੀ ਆ। ਜੇ ਕੋਈ ਬੰਦਾ ਘੰਟਾ ਨਾਮ ਜਪਣ ਬੈਠਦਾ ਹੈ, ਮੂੰਹ ਤੋਂ ਬੋਲਦਾ ਹੈ, ਉੱਚੀ ਬੋਲਦਾ ਹੈ, ਇਕੱਲਾ ਬੈਠਦਾ ਹੈ, ਉਹ ਆਪਣੇ ਫਾਇਦੇ ਲਈ ਬੋਲਦਾ ਕਿ ਜਿਹੜਾ ਮੇਰਾ ਮਨ ਬਾਹਰ ਜਾਂਦਾ ਹੈ ਨਾ, ਉਹਨੂੰ ਮੈਂ ਆਪਣੇ ਵੱਲ ਖਿੱਚ ਕੇ ਰੱਖਾਂ। ਉੱਚੀ ਤਾਂ ਬੋਲਦਾ ਹੈ। ਤੋਤਾ ਰੱਟ ਸਾਡੇ ਵਾਸਤੇ ਤੋਤਾ ਰੱਟਣਾ, ਕਿਉਂਕਿ ਅਸੀਂ ਇੱਕ ਪੈਰ ਨਹੀਂ ਚੱਲਿਓ ਬਸ, ਸਾਡੇ ਵਾਸਤੇ ਅੱਗੇ ਉੱਚੀ ਬੋਲਣਾ ਤੋਤਾ ਰੱਟਣਾ। ਪਰ ਜਿਹੜਾ ਨਾਮ ਵਿੱਚ ਖੁੱਭਿਆ ਬੰਦਾ, ਉਹਨੂੰ ਪਤਾ ਦੱਸਦਾ ਹੈ ਕਿ ਇਹ ਤੋਤਾ ਰੱਟਣ ਨਹੀਂ ਹੈ, ਇਹ ਤਾਂ ਮੈਂ ਆਪਣੇ ਮਨ ਨੂੰ ਖਿੱਚ ਕੇ ਰੱਖਦਾ ਉੱਚੀ ਬੋਲ ਕੇ। ਅਤੇ ਬਾਕੀ ਚਲੋ ਵਿਖਾਵਾ ਵੀ ਹੁੰਦਾ ਵੈ, ਸੰਸਾਰ ਦੇ ਵਿੱਚ ਲੋਕ ਵਿਖਾਵਾ ਹੀ ਕਰਦੇ ਆ, ਮੈਂ ਬਹੁਤ ਨਾਮ ਜਪਦਾ। ਪਰ ਜਿਹੜੀਆਂ ਗੁਰਮੁਖ ਰੂਹਾਂ ਹੁੰਦੀਆਂ ਨਾ, ਉਹ ਕਦੇ ਵਿਖਾਵਾ ਨਹੀਂ ਕਰਦੀਆਂ। ਜੇ ਸੰਗਤ ਵਿੱਚ ਉੱਚੀ ਵੀ ਬੋਲਦੀਆਂ ਤਾਂ ਲੋਕਾਂ ਦੇ ਭਲੇ ਵਾਸਤੇ ਹੀ ਬੋਲਦੀਆਂ, ਕਿਸੇ ਦੇ ਮੂੰਹ ਤੋਂ ਰੱਬ ਦਾ ਨਾਮ ਨਿਕਲ ਜਾਏ ਨਾ, ਗੱਲ ਇੱਦਾਂ ਹੁੰਦੀ ਹੈ। ਅਤੇ ਬਾਕੀ ਇਹਦੀ ਆਪੋ ਆਪਣੀ ਵਿਚਾਰ ਆ, ਥੋਟ ਆ ਨਾ, ਜਿਵੇਂ ਵੀ ਇਸ ਰਾਹ 'ਤੇ ਕੋਈ ਚੱਲਦਾ ਹੈ, ਉਹ ਆਪੋ ਆਪਣੇ ਉਹਦੇ ਵਿਚਾਰ ਉਵੇਂ 'ਤੇ ਬਣਦੇ ਜਾਂਦੇ ਆ। ਬਾਕੀ ਇਹ ਮੈਂ ਸਮਝਦਾ ਕਿ ਇਹ ਨਾਮ ਸਮਝਣ ਦਾ ਵਿਸ਼ਾ ਨਹੀਂ ਹੈ, ਇਹ ਮੰਨਣ ਦਾ ਵਿਸ਼ਾ ਹੈ। ਜਦੋਂ ਤੁਸੀਂ ਇਹਦਾ ਨਾਮ ਦਾ ਰਸ ਲੈਣ ਲੱਗ ਪਏ, ਤੁਹਾਨੂੰ ਆਟੋਮੈਟਿਕਲੀ ਪਤਾ ਲੱਗ ਜਾਏਗਾ ਕਿ ਨਾਮ ਹੈ ਕੀ ਚੀਜ਼, ਇਹ ਕਿਹੜਿਆਂ ਮੰਡਲਾਂ 'ਚ ਸਾਨੂੰ ਲੈ ਕੇ ਜਾਂਦਾ ਹੈ। ਅਤੇ ਇਹ ਮੇਰੀ ਭਾਵਨਾ ਜਾਂ ਇਹੀ ਵਿਚਾਰ ਨਾਮ ਪ੍ਰਤੀ ਆ। ਇਹ ਜਿਹੜਾ ਨਾਮ ਵਾਲਾ ਵਿਸ਼ਾ ਹੈ ਨਾ, ਇਹ ਵਿਸ਼ਾ 1-2 ਦਿਨ ਦੀ ਕਹਾਣੀ ਹੈ, ਭਾਵੇਂ ਤੁਸੀਂ ਇੱਕ ਪੂਰਾ ਸਾਲ ਲੱਗੇ ਰਹੋ, ਤੁਸੀਂ ਇਸ ਦੇ ਉੱਤੇ ਪੂਰੀ ਕੰਪਲੀਟ ਨਹੀਂ ਕਰ ਸਕਦੇ ਹੈਗੇ। ਕਿਉਂਕਿ ਜਿਹੜਾ ਤੁਹਾਨੂੰ ਨਿਤਨੇਮ ਆਪਾਂ ਨੂੰ ਦਿੱਤਾ ਮਹਾਰਾਜ ਨੇ, ਉਹ ਇਸ ਕਰਕੇ ਦਿੱਤਾ ਕਿ ਰਹਿਰਸ ਸੋਦਰ ਦੀ ਬਾਣੀ। ਉਹ ਕਿਉਂ ਦਿੱਤੀ ਆ? ਉਹ ਇਸ ਕਰਕੇ ਦਿੱਤੀ ਹੈ ਕਿ ਉਹ ਸ਼ਾਮ ਦਾ ਟਾਈਮ ਜਦੋਂ ਬੰਦਾ ਘਰ ਆਉਂਦਾ ਹੈਗਾ, ਅਤੇ ਉਸ ਵਕਤ ਆਣ ਕੇ ਉਹ ਗਲਾਸੀ ਖੋਲ੍ਹ ਕੇ ਚੱਕ ਕੇ ਦੇ ਵਿੱਚ ਬੋਤਲ ਦੇ ਨਾਲ ਲਾਲ ਰੰਗ ਦਾ ਪਾਣੀ ਜਿਹਨੂੰ ਆਪਾਂ ਕਹਿੰਦੇ ਹਾਂ ਜਾਂ ਸ਼ਰਾਬ ਕਹਿੰਦੇ ਹਾਂ, ਉਹ ਪੀਂਦਾ ਹੈਗਾ। ਜੇ ਤੁਸੀਂ ਨਿਤਨੇਮ ਕਰਦੇ ਹੋਵੋਗੇ ਸ਼ਾਮ ਨੂੰ, ਅਤੇ ਐਟੋਮੈਟਿਕਲੀ ਤੁਹਾਨੂੰ ਉਹ ਚੀਜ਼ ਤੋਂ ਤੁਸੀਂ ਦੂਰ ਰਹੋਗੇ, ਉਹ ਮਾੜੇ ਕੰਮ ਤੋਂ। ਸਭ ਤੋਂ ਵੱਡਾ ਫਾਇਦਾ ਤਾਂ ਇਹੀ ਹੈਗਾ ਵੀ ਇੱਕ ਜਿਹੜੀ ਕਿ ਗੁਰਬਾਣੀ ਹੈਗੀ ਆ, ਇਹੀ ਸਿਮਰਨ ਹੈ, ਇਹੀ ਨਾਮ ਹੈ। ਅਤੇ ਮਹਾਰਾਜ ਨੇ ਬਾਣੀ 'ਚ ਵੀ ਲਿਖਤਾ, ਬਾਹੋ ਬਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨ ਕੋਏ। ਜੇ ਉਹ ਬਾਣੀ ਨਿਰੰਕਾਰ ਹੈਗੀ ਆ, ਤਾਂ ਫਿਰ ਸਾਨੂੰ ਉਸ ਨੂੰ ਤੋਤਾ ਰੱਟਣ ਨਹੀਂ ਕਹਿਣਾ ਚਾਹੀਦਾ, ਕਿਉਂਕਿ ਵਾਹਿਗੁਰੂ 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 ਵਾਹਿ ਜੀਓ
ਆਪਾਂ ਪੜ੍ਹਦੇ ਹੈਗੇ ਆ। ਜੋ ਵਾਹਿਗੁਰੂ ਸ਼ਬਦ ਹੈਗਾ ਆ ਉਸ ਨੂੰ ਹੀ ਪਰਮਾਤਮਾ ਨੇ ਆਪਾਂ ਨੂੰ ਜਪਣ ਦਾ ਜੋ ਪੰਜ ਪਿਆਰੇ ਹੈ ਉਹ ਵੀ ਆਪਾਂ ਨੂੰ ਕਹਿੰਦੇ ਗੁਰਮੰਤਰ ਦਿੰਦੇ ਆ, ਮੰਤਰ ਦਿੰਦੇ ਹੈਗੇ ਆ। ਜੇ ਤੁਸੀਂ ਇਹ ਨਾਮ ਜਪ ਕੇ ਕਦੀ ਤੁਹਾਡੇ ਮਨ ਦੇ ਵਿੱਚ ਖੁਸ਼ੀ ਨਹੀਂ ਆਈ, ਖੇੜਾ ਨਹੀਂ ਆਇਆ, ਇਹ ਸਮਝ ਲੈਣਾ ਕਿ ਆਪਣਾ ਤੋਤਾ ਰੱਟ ਨਹੀਂ ਹੈਗਾ। ਜੇ ਤੁਹਾਨੂੰ ਕੁਛ ਮਿਲਦਾ ਹੈਗਾ ਆ ਤਾਂ ਫਿਰ ਤੁਸੀਂ ਜ਼ਰੂਰ। ਔਰ ਇੱਕ ਗੱਲ ਇਹ ਵੀ ਹੁੰਦੀ ਹੈ, ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਭਾਈ ਰਾਮ ਸਿੰਘ ਜੀ, ਭਾਈ ਗੁਰਲਾਲ ਸਿੰਘ ਜੀ, ਇਸ ਸਟੇਜ ਤੋਂ ਜਦੋਂ ਵੀ ਬੋਲਦੇ ਆਪਣਾ ਪਾਠ ਕਰਦੇ ਆ, ਕੀਰਤਨ ਕਰਦੇ ਆ, ਕਥਾ ਕਰਦੇ ਆ, ਅਤੇ ਸੰਗਤਾਂ ਨੂੰ ਆਵਾਜ਼ ਦਿੰਦੇ ਆ, ਭਾਈ ਆਓ ਚਾਹ ਪਾਣੀ ਛੱਡ ਕੇ ਆਪਾਂ ਇਸ ਵੇਲੇ ਆਈਏ। ਆਪਾਂ ਹਰ ਰੋਜ਼ ਸੰਡੇ ਨੂੰ ਗੁਰਦੁਆਰੇ ਜਾਂਦੇ ਹੈਗੇ ਆ, ਅਤੇ ਸਾਡਾ ਜ਼ਿਆਦਾਤਰ ਸਮਾਂ ਜੋ ਲੰਗਰ ਵਿੱਚ ਬੀਤ ਜਾਂਦਾ ਹੈਗਾ ਅਤੇ ਉਹ ਸੰਗਤ ਵਿੱਚ ਆਪਾਂ ਬਿਤਾਉਂਦੇ ਨਹੀਂ ਹੈਗੇ। ਜੇ ਆਪਾਂ ਸਮਾਂ ਸੰਗਤ ਵਿੱਚ ਬਿਤਾਇਆ ਨਹੀਂ ਹੈ ਤਾਂ ਫਿਰ ਸਾਨੂੰ ਉਸ ਦਾ ਆਨੰਦ ਵੀ ਨਹੀਂ ਮਿਲਣਾ। ਅਤੇ ਇਹਨਾਂ ਦਾ ਮਕਸਦ ਕੀ ਹੁੰਦਾ ਹੈਗਾ, ਕਿਉਂਕਿ ਇਹਨਾਂ ਨੂੰ ਤਾਂ ਜਿਹੜਾ ਫਾਇਦਾ ਮਿਲਣਾ ਹੈਗਾ ਉਹ ਮਿਲਣਾ ਹੀ ਆਪਣਾ ਜਪਦੇ ਹੈਗੇ ਆ। ਉਹਦਾ ਇਹ ਹੁੰਦਾ ਵੀ ਜਿਹੜੇ ਹੋਰ ਆਪਾਂ 10-20 ਬੰਦੇ ਗਏ ਹੁੰਦੇ ਉਹ ਵੀ ਜੁੜ ਕੇ ਆਪਣੇ ਪਰਿਵਾਰ ਦਾ ਆਪਣਾ ਭਲਾ ਕਰ ਲਈਏ। ਇਹੀ ਜੋ ਨਾਮ ਹੈਗਾ ਆ, ਸੰਗਤ ਵਿੱਚ ਬੈਠ ਕੇ ਜਾਂ ਇਕੱਲੇ ਬੈਠ ਕੇ, ਬਾਕੀ ਲੋਕ ਦਿਖਾਵਾ ਕਰਨ ਦੀ ਇਹ ਕਿਰਿਆ ਨਹੀਂ ਹੈਗੀ। ਅਤੇ ਜੇ ਕੋਈ ਬੰਦਾ ਧੌਂਸ ਕਰੇ ਕਿਸੇ 'ਤੇ ਵੀ ਮੈਂ ਇੰਨੇ ਪਾਠ ਕੀਤੇ, ਤੂੰ ਇੰਨੇ ਕੀਤੇ ਹੈਗੇ ਆ, ਅਤੇ ਲੇਕਿਨ ਇਹ ਗੱਲ ਮੇਰਾ ਖਿਆਲ ਉੱਥੇ ਉਹ ਬੰਦੇ ਆਪਾਂ ਸਾਰੇ ਗਲਤ ਹੈਗੇ ਆ। ਅਤੇ ਇਹ ਜਾਪ ਕੇ ਇੱਕ ਇਹ ਹੈਗਾ। ਦੂਸਰਾ ਇਹ ਹੈਗਾ ਆ ਵੀ ਜੇ ਤੁਸੀਂ ਅੱਜ ਆਵਾਜ਼ ਦਿੱਤੀ ਹੈਗੀ ਆ, ਤੁਹਾਡੇ ਕਹਿਣ ਨਾਲ 1-2 ਪੁਰਾਣੀ ਸਵੇਰ ਦਾ ਨਿਤਨੇਮ ਕਰਨ ਲੱਗ ਪਏ, ਸ਼ਾਮ ਦਾ ਨਿਤਨੇਮ ਕਰਨ, ਭਾਵੇਂ ਜਪਜੀ ਸਾਹਿਬ ਆ, ਚੌਪਈ ਸਾਹਿਬ ਆ, ਜਾਂ ਤੁਸੀਂ ਮੂਲ ਮੰਤਰ ਹੀ ਕਹਿ ਲਓ, ਜਿੰਨਾ ਵੀ ਤੁਸੀਂ ਪੜ੍ਹਨ ਲੱਗ ਪਏ, ਅਤੇ ਮੇਰੇ ਖਿਆਲ ਸਾਹਿਬ ਉੱਥੇ ਕਹਿਣ ਵਾਲੇ ਦਾ ਵੀ ਅਤੇ ਕਰਨ ਵਾਲੇ ਦੋਹਾਂ ਦਾ ਹੀ ਭਲਾ ਹੈਗਾ। ਇਤਿਹਾਸ ਦੇ ਵਿੱਚ ਗੱਲ ਆਉਂਦੀ ਹੈ ਕਿ ਆਪਣੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਭਾਈ ਬੈਲੋ ਜੀ ਨੇ ਕਿ ਗੁਰਮੁਖ ਰੋਮ ਰੋਮ ਹਰ ਧਿਆਵਾ ਦਾ ਕੀ ਮਤਲਬ ਹੈ। ਤਾਂ ਗੁਰੂ ਸਾਹਿਬ ਨੇ ਕਿਹਾ ਤੁਹਾਨੂੰ ਇਹਦਾ ਜਵਾਬ ਦੇਵਾਂਗੇ। ਉਹਨਾਂ ਨੇ 2 ਕੁੱਜੇ ਸੀਗੇ, ਇੱਕ ਦੇ ਵਿੱਚ ਪਾਣੀ ਅਤੇ ਇੱਕ ਦੇ ਵਿੱਚ ਘਿਓ ਸੀ। ਅਤੇ ਗੁਰੂ ਸਾਹਿਬ ਨੇ ਢੱਕ ਕੇ ਕਿਹਾ ਵੀ ਉਹਨੂੰ ਜਾ ਕੇ ਘਿਓ ਵਾਲਾ ਚੱਕ ਕੇ ਲਿਆਉਣਾ, ਪਰ ਢੱਕਣ ਨਹੀਂ ਚੁੱਕਣਾ, ਅਤੇ ਘਿਓ ਵਾਲਾ ਚੱਕ ਕੇ ਲੈਣਾ। ਜਦੋਂ ਉਹ ਗਏ ਤਾਂ ਜਾ ਕੇ ਉਹਨਾਂ ਨੇ ਚੁੱਕਿਆ ਕੁੱਜਾ ਅਤੇ ਉਹ ਘਿਓ ਵਾਲਾ ਲੈਣ ਦਾ। ਉਹਨਾਂ ਪੁੱਛਿਆ ਵੀ ਇਹ ਘਿਓ ਵਾਲਾ ਕਿਵੇਂ ਲੈ ਕੇ ਆਇਆ, ਤੁਸੀਂ ਢੱਕਣ 'ਤੇ ਚੁੱਕਿਆ ਨਹੀਂ, ਪਤਾ ਨਹੀਂ ਵੀ ਕਿਹ 'ਚ ਘਿਓ ਹੈ ਅਤੇ ਕਿਹ 'ਚ ਪਾਣੀ ਹੈ, ਅਤੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇਹਦੇ ਵਿੱਚ ਘਿਓ ਹੈ ਅਤੇ ਇਹ 'ਚ ਪਾਣੀ ਹੈ। ਅਤੇ ਉਹਨਾਂ ਨੇ ਕਿਹਾ ਵੀ ਇਹਦੇ ਬਾਹਰੋਂ ਜਿਹੜੀ ਥੰਧਿਆਈ ਸੀ ਨਾ, ਉਹ ਤੋਂ ਪਤਾ ਲੱਗ ਗਿਆ ਵਿੱਚ ਘਿਓ ਹੈ, ਅਤੇ ਜਿਹੜਾ ਪਾਣੀ ਸੀ ਉਹ ਤੋਂ ਪਤਾ ਲੱਗ ਗਿਆ ਵੀ ਉਹ ਪਾਣੀ ਨੇ, ਕਿਉਂਕਿ ਉਹਨੂੰ ਥੰਧਿਆਇਆ ਨਹੀਂ ਕਰਨਾ, ਉਹਨੂੰ ਮੁਲਾਇਮ ਨਹੀਂ ਕਰਨਾ, ਨਰਮ ਨਹੀਂ ਕਰਨਾ। ਇਸ ਕਰਕੇ ਜਿਹਦੇ ਵਿੱਚ ਘਿਓ ਸੀ ਉਹ ਆਪੇ ਪਤਾ ਲੱਗ ਗਿਆ। ਫਿਰ ਗੁਰੂ ਸਾਹਿਬ ਨੇ ਕਿਹਾ ਜਿਹੜਾ ਰੋਮ ਰੋਮ ਹਰ ਧਿਆਵਾ ਦਾ ਮਤਲਬ ਵੀ ਇਹੀ ਹੈ ਕਿ ਉਸ ਸਿੱਖ ਦਾ ਬਾਹਰੋਂ ਪਤਾ ਚੱਲ ਜਾਂਦਾ ਹੈ, ਗੁਰਸਿੱਖ ਦਾ, ਵੀ ਇਹ ਨਾਮ ਜਪਣ ਵਾਲਾ। ਮੇਰੇ ਮਤਲਬ ਕਹਿਣ ਦਾ ਇਹੀ ਹੈ ਕਿ ਤੋਤਾ ਰਟਣ ਦੀ ਮਤਲਬ ਇਹ ਨਹੀਂ ਗੱਲ ਮੈਂ ਕਹਿ ਰਿਹਾ, ਗੁਰਬਾਣੀ ਕਹਿ ਰਹੀ ਹੈ। ਸਾਡੇ ਕਹਿਣ ਨਾਲ ਨਹੀਂ ਗੱਲ ਕਹੀ ਜਾ ਰਹੀ, ਗੁਰਬਾਣੀ ਕਹਿ ਰਹੀ ਹੈ ਵੀ ਜੇ ਤੂੰ ਰੱਬ ਦਾ ਨਾਮ ਵੀ ਲੈਣਾ, ਹਰ ਹਰ ਵੀ ਕਰਦਾ ਅਤੇ ਕਪਟ ਨਹੀਂ ਛੱਡਦਾ, ਵੈਰ ਵਿਰੋਧ ਨਹੀਂ ਛੱਡਦਾ, ਅਤੇ ਤੇਰਾ ਹਿਰਦਾ ਸ਼ੁੱਧ ਨਹੀਂ ਹੋਣਾ। ਉਹ ਤਾਂ ਫਿਰ ਉਹ ਕੁੱਜੇ ਵਾਲੀ ਗੱਲ ਹੋਣੀ ਹੈ। ਜੇ ਤੇ ਅੰਦਰੋਂ ਕੋਈ ਠੰਡਿਓਲਿਆ ਹੋ ਗਿਆ, ਜਾਂ ਉਹਦੇ ਵਿੱਚ ਥੰਧਿਆਈ ਆਈ ਆ ਜੀਵਨ ਦੇ ਵਿੱਚ, ਜਾਂ ਬਾਹਰੋਂ ਦਿਸਦਾ, ਅਤੇ ਫਿਰ ਤਾਂ ਸਮਝ ਲੈ ਕਿ ਨਾਮ ਦਾ ਕੋਈ ਅਸਰ ਹੋ ਰਿਹਾ। ਅਤੇ ਜੇ ਨਹੀਂ ਹੈ ਤਾਂ ਫਿਰ ਕਿਸ ਤਰ੍ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਇੱਥੇ ਵੀ ਸਿੱਖਾਂ ਨੇ ਪੁੱਛਿਆ ਸੀਗਾ ਕਿ ਪਾਠ ਕਰੈ ਹਮ ਨਿਤ ਗੁਰਬਾਣੀ, ਅਰਥ ਪਰਮਾਰਥ ਕਿਛੂ ਨਾ ਜਾਣੀ, ਜੋ ਮਾਰਗ ਹਮ ਗੁਰ ਬਤਲਾਏ, ਸੋ ਹਮ ਤੇ ਨਾ ਜਾਤ ਕਮਾਏ। ਅਤੇ ਗੁਰੂ ਸਾਹਿਬ ਨੇ ਉੱਥੇ ਵੀ ਇਹੀ ਦੱਸਿਆ ਸੀਗਾ। ਠੀਕਰ ਇੱਕ ਦੇ ਕੇ ਅਤੇ ਉਹ ਟੁੱਟਾ ਪਿਆ ਸੀ ਠੀਕਰ, ਅਤੇ ਗੁਰੂ ਸਾਹਿਬ ਨੇ ਕਿਹਾ ਇਹਨੂੰ ਸਾਫ਼ ਕਰਕੇ, ਅਤੇ ਦੇਖੋ ਵਿੱਚ ਕਿ ਮਾਈ ਨੇ ਕਿਸ ਨੇ ਕੀ ਪਾਇਆ ਸੀ ਪਹਿਲਾਂ, ਟੁੱਟਣ ਤੋਂ ਪਹਿਲਾਂ। ਅਤੇ ਸਿੱਖਾਂ ਨੇ ਜਦੋਂ ਦੇਖਿਆ ਤਾਂ ਕਹਿੰਦੇ ਲੱਗਦਾ ਇਹਦੇ ਵਿੱਚ ਘਿਓ ਕਿਤੇ ਕੋਈ ਮਾਈ ਰਿੜਕ ਕੇ ਅਤੇ ਪਾਉਂਦੀ ਰਹੀ ਹੈ। ਉਹਨਾਂ ਕਿਹਾ ਤਾਂ ਇਹ ਕਿਸ ਤਰ੍ਹਾਂ, ਕਹਿੰਦੇ ਕਿ ਇਹ ਬੜੀ ਮੁਲਾਇਮ, ਬੜਾ ਇਹ 'ਚ ਨਰਮੀ ਹੈ, ਇਹਦੇ ਵਿੱਚ ਨਿਰਮਾਨਤਾ ਆ। ਤਾਂ ਗੁਰੂ ਸਾਹਿਬ ਨੇ ਕਿਹਾ ਸੀ ਰਹੀ ਚਿਕਨ ਤਾਂ ਠੀਕਰ ਮਾਹੇ, ਤਿਉਂ ਗੁਰਬਾਣੀ ਰਹਿ ਮਨ ਮਾਹੇ, ਕਿ ਜਿਵੇਂ ਇਹਦੇ ਠੀਕਰ ਦੇ ਵਿੱਚ ਘਿਓ ਪੈਣ ਕਰਕੇ ਇਹਦੇ ਅੰਦਰ ਨਰਮਾਈ ਪੈਦਾ ਹੋ ਗਈ ਹੈ, ਇਸੇ ਤਰ੍ਹਾਂ ਹੀ ਗੁਰਬਾਣੀ ਜਿਹਦੇ ਹਿਰਦੇ ਅੰਦਰ ਟਿਕਦੀ ਆ, ਉਹਦੇ ਅੰਦਰ ਵੀ ਨਿਰਮਾਨਤਾ, ਨਿਰਮਲਤਾ, ਅਤੇ ਇਸ ਤਰ੍ਹਾਂ ਮੁਲਾਇਮਪਣਾ, ਅਤੇ ਇਸ ਤਰ੍ਹਾਂ ਦੀ ਥੰਧਿਆਈ ਉਹਦੇ ਵਿੱਚ ਪੈਦਾ ਹੁੰਦੀ ਹੈ। ਸੋ ਇਹ ਉਹਦਾ ਅਸਰ ਗੁਰੂ ਸਾਹਿਬਾਂ ਨੇ ਵੀ ਐਗਜ਼ਾਮਪਲਾਂ ਦੇ ਕੇ ਦੱਸਿਆ ਕਿ ਜੇ ਤਾਂ ਅੰਦਰ ਕੁਛ ਠਹਿਰਿਆ ਅਤੇ ਉਹਦਾ ਅਸਰ ਦਿਸਦਾ ਹੈ, ਜੇ ਨਹੀਂ ਠਹਿਰਿਆ ਤਾਂ ਫਿਰ ਉਹਦਾ। ਕਿਉਂਕਿ ਜੋ ਗੁਰਬਾਣੀ ਹੈਗੀ ਆ, ਵਾਰ-ਵਾਰ ਗੁਰੂ ਸਾਹਿਬ ਇਹ ਕਹਿੰਦੇ ਹੈਗੇ ਆ, ਕੋਈ ਇਨਸਾਨ ਆਪਣੇ ਕੀਤੇ ਕਰਮ ਜੋ
ਬਖਸ਼ਾਉਣੇ ਚਾਹੁੰਦਾ ਹੈਗਾ, ਜਿਹੜੇ ਉਹਨੂੰ ਲੱਗਦੇ ਹੈਗੇ ਉਹ ਚੰਗੇ ਨਹੀਂ ਹੈਗੇ ਮੈਂ ਕੀਤੇ ਜਾਂ ਮਾੜਾ ਕੰਮ ਕੀਤਾ ਹੈਗਾ, ਉਹ ਆਪਣੇ ਆਪ ਨੂੰ ਸਮਰਪਿਤ ਕਰਕੇ ਗੁਰੂ ਕੋਲ ਆ ਜਾਵੇ ਤੇ ਗੁਰੂ ਮਹਾਰਾਜ ਹਮੇਸ਼ਾ ਇਹਨੂੰ ਬਖਸ਼ ਦਿੰਦੇ ਹੈਗੇ ਆ। ਆਪਣਾ ਪਛਤਾਤਾਪ ਕਰ ਲਵੇ। ਜੇ ਮੈਂ ਆਣ ਕੇ ਮੱਥਾ ਵੀ ਟੇਕ ਲਿਆ ਤੇ ਲੇਕਿਨ ਮਨ ਦੇ ਵਿੱਚੋਂ ਫਿਰ ਆਪਣਾ ਉਹ ਗੱਲ ਕੱਢੀ ਨਹੀਂ ਹੈਗੀ ਜਿਹੜੀ ਪਛਤਾਤਾਪ ਵਾਲੀ ਹੈਗੀ, ਫਿਰ ਉਹ ਜਿੰਨੀ ਵਾਰੀ ਮਰਜ਼ੀ ਆਪਾਂ ਬਖਸ਼ਾਈਏ ਆਪਾਂ ਬਖਸ਼ ਨਹੀਂ ਹੁੰਦੇ। ਗੁਰੂ ਮਹਾਰਾਜ ਕਹਿੰਦੇ ਆ ਵੀ ਇਹ ਆਪਣੇ ਜੋ ਪਰਮਾਤਮਾ ਹੈਗਾ, ਅਕਾਲ ਪੁਰਖ ਪਰਮੇਸ਼ਰ ਹੈਗਾ, ਉਹ ਸਾਨੂੰ ਹਮੇਸ਼ਾ ਹੀ ਬਖਸ਼ਿੰਦਾ, ਉਹ ਬਖਸ਼ਦਾ ਹੈਗਾ ਸਾਡੇ ਕੀਤੇ ਕੰਮਾਂ ਦੇ ਕਿਤੇ ਵੀ, ਕਿਉਂਕਿ ਆਪਾਂ ਇਨਸਾਨ ਜੀਵ ਹੈਗੇ ਆ। ਇਸ ਇਨਸਾਨੀ ਜੀਵਨ ਦੇ ਵਿੱਚ ਚੱਲਦਿਆਂ ਅੱਜ ਬਹੁਤ ਵੱਡਾ ਜਿਹੜਾ ਸਾਡਾ ਸਿੱਖ ਧਰਮ ਦੇ ਵਿੱਚ ਜਾਂ ਸਿੱਖ ਧਰਮ ਤੋਂ ਬਾਹਰ ਸਾਡੇ 'ਤੇ ਬਲੇਮ ਲਾਇਆ ਜਾਂਦਾ ਹੈਗਾ ਕਿ ਇਹ ਬੰਦਾ ਸਿੱਖ ਵਾ, ਇਹ ਅੰਮ੍ਰਿਤਧਾਰੀ ਹੈਗਾ, ਇਹ ਆਹ ਕੰਮ ਨਹੀਂ ਕਰ ਸਕਦਾ, ਇਹ ਕੰਮ ਉਹ ਨਹੀਂ ਕਰ ਸਕਦਾ। ਲੇਕਿਨ ਉਹਦੇ ਨਾਲ ਕੀ ਹੁੰਦਾ ਹੈਗਾ ਕਿ ਜਿਹੜਾ ਇਨਸਾਨੀ ਜੀਵਨ ਸਾਡਾ ਹੈਗਾ, ਅਸੀਂ ਚੱਲਦੇ ਜੀਵਨ 'ਚ ਬਹੁਤ ਸਾਰੇ ਗਲਤ ਕੰਮ ਕਰਦੇ ਹੈਗੇ ਆ, ਸਾਡੇ ਕੋਲ ਹੋ ਜਾਂਦੇ ਆ ਅਚਨਚੇਤ ਵਿੱਚ। ਅਤੇ ਲੇਕਿਨ ਜਿਹੜਾ ਮਹਾਰਾਜ ਜਦੋਂ ਬਖਸ਼ਿਸ਼ ਕਰਦੇ ਹੈਗੇ ਆ ਅਤੇ ਉਹ ਬੰਦਾ ਜੇ ਬਖਸ਼ਿਆ ਜਾਵੇ ਤਾਂ ਉਹਨਾਂ ਕੰਮਾਂ ਤੋਂ ਆਪਾਂ ਅੰਗਰੇਜ਼ ਕਰ ਸਕਦੇ ਹੈਗੇ ਆ। ਦੂਜਾ ਜਿਹੜੀ ਗੱਲ ਨਾਮ ਦੀ ਜਾਂ ਸਿਮਰਨ ਦੀ ਹੈਗੀ ਹੈ ਕਿ ਸਾਡਾ ਟੌਪਿਕ ਉਹੀ ਰਹਿਣਾ ਹਮੇਸ਼ਾ ਹੀ, ਜਦੋਂ ਆਪਾਂ ਵੰਡ ਛਕਦੇ ਹੋਣਾ ਉਦੋਂ ਵੀ ਇਹੀ ਰਹਿਣਾ। ਅਤੇ ਇਹੀ ਹੈਗਾ ਕਿ ਇਹ ਜੇ ਪਰਮਾਤਮਾ ਚਾਹੇ ਤਾਂ ਫੇਰ ਹੀ ਤੁਸੀਂ ਸਵੇਰ ਨੂੰ ਉੱਠ ਕੇ ਜਪਜੀ ਦਾ ਪਾਠ ਕਰ ਸਕਦੇ ਆ। ਜੇ ਉਹ ਨਾ ਜਾਵੇ ਤਾਂ ਕਈ ਵਾਰੀ ਹਫ਼ਤੇ ਭਰ ਨਿਕਲ ਜਾਂਦੇ ਆ ਅਤੇ ਇਨਸਾਨ ਮੂੰਹ ਦੇ ਵਿੱਚੋਂ ਵਾਹਿਗੁਰੂ ਸ਼ਬਦ ਵੀ ਨਹੀਂ ਕੱਢ ਸਕਦਾ। ਜਦੋਂ ਤੁਸੀਂ ਸਵੇਰੇ ਉੱਠਦੇ ਆ, ਇਸ਼ਨਾਨ ਕਰਨ ਲੱਗਦੇ ਹੈਗੇ ਆ, ਤੁਹਾਡੇ ਮਨ ਦੇ ਵਿੱਚੋਂ ਕਈ ਵਾਰੀ ਆਵਾਜ਼ ਆਉਂਦੀ ਹੈਗੀ ਆ, ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹ ਤੁਹਾਡੀ ਨਿਰਮਲਤਾ ਹੁੰਦੀ ਹੈ। ਉਸ ਟਾਈਮ ਤੁਹਾਨੂੰ ਕੋਈ ਬੰਦਾ ਆਵਾਜ਼ ਮਾਰੇ ਚੰਗੀ ਨਹੀਂ ਲੱਗਦੀ ਹੈਗੀ, ਕਿਉਂਕਿ ਉਹ ਨਿਰਮਲ ਉਸ ਟਾਈਮ ਹੁੰਦੇ ਸੀ ਆਪਣੇ। ਅਤੇ ਕਈ ਵਾਰੀ ਜਦੋਂ ਸਾਡੇ ਜਿਹੜੇ ਕੀਤੇ ਕੰਮ ਰਾਤ ਦੇ ਜਾਂ ਪਿਛਲੇ ਦਿਨਾਂ ਦੇ ਹੁੰਦੇ ਆ, ਉਹ ਸਵੇਰ ਨੂੰ ਨਹਾਉਣ ਲੱਗੇ ਸਾਡੇ ਮਨ 'ਚ ਘੁੰਮਦੇ ਰਹਿੰਦੇ ਹੈਗੇ ਆ, ਫਿਰ ਆਪਾਂ ਉਸ ਵੇਲੇ ਵਾਹਿਗੁਰੂ ਦਾ ਸ਼ਬਦ ਵੀ ਨਹੀਂ ਲੈ ਸਕਦੇ। ਸੋ ਇਸ ਕਰਕੇ ਪ੍ਰਮਾਤਮਾ ਹੀ ਕਿਰਪਾ ਕਰੇ, ਉਹੀ ਜਿਹ ਤੋਂ ਵੀ ਜੇ ਕੋਈ ਜਪਦਾ ਉਹ ਤੋਂ ਜਪਾਉਂਦਾ। ਕੋਈ ਕਹੇ ਕਿ ਮੈਂ ਆਹ ਕਰਦਾ ਮੈਂ ਉਹ ਕਰਦਾ, ਨਹੀਂ, ਉਹ ਆਪਣੇ ਸੇਵਕਾਂ ਤੋਂ ਆਪੇ। ਕਿਉਂ ਜੇ ਹਾਲੇ ਵੀ ਕਿਸੇ ਨੂੰ ਇਸ ਨਾਮ ਦੇ ਉੱਤੇ ਸ਼ੱਕ ਹੋਵੇ, ਕਿਉਂਕਿ ਆਪਣੇ ਕੋਲ ਸਮਾਂ ਥੋੜ੍ਹਾ ਹੈਗਾ, ਸੁਖਮਨੀ ਸਾਹਿਬ ਦੀ 10ਵੀਂ ਅਸ਼ਟਪਦੀ ਹੈਗੀ ਆ, ਕਈ ਕੋਟ ਹੋਈ ਪੁਜਾਰੀ, ਉਹਦੇ ਅਰਥ ਤੁਸੀਂ ਆਪ ਪੜ੍ਹ ਲਿਓ, ਤੁਹਾਨੂੰ ਬਹੁਤ ਸਾਰੇ ਸਵਾਲਾਂ ਦੇ ਜਵਾਬ ਉਸ 10ਵੀਂ ਅਸ਼ਟਪਦੀ 'ਚੋਂ ਮਿਲ ਜਾਣੇ ਹੈਗੇ ਆ। So we had put the question here, how we stay connected with the Creator. I want to ask my friend Satkirtan, you give yoga lessons and also you are wearing the star. I want to ask you, how do you stay connected with the God? Because when I came to the Gurdwara, I also saw that your little children were singing the Jaap Sahib. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। My journey into Sikh started like in 2007 or 4. 2004. And so it's a long journey already. And for me, I'm a Kundalini yoga teacher, and our teacher Yogi Bhajan, he was a Sikh and a yoga teacher. So he implemented a lot of the Sikh tools and the Sikh values into the Kundalini yoga. And for me, one of the things that came to my mind was one of his quotes, and he said, you have to dwell in God. And I feel that if you work hard and you work honestly, then you really feel that you are guided and helped by the Creator and the universe, that to stay on your path. And even sometimes it's very hard and you're like, oh, I don't know how to do it. Then you can just say, okay, please help me, and take out your ego. And we have a lot of Kundalini yoga exercises that help you to really cut down the ego. And for me, the biggest one was to take Amrit, because then I really felt like, okay, I've been living from my head or from my ego for almost 40 years now, and now it's time to live from the heart. So when I did that, I really felt like, okay, now I just want to serve. And because I have had everything in my life, and I've felt like, okay, you can have, because I think many people, they are here and just, you grow up and you feel like, okay, I should study hard, work hard, and get a lot of money and get a big house and go on holidays, and then I should be happy. But happiness doesn't come, or at least with me, it didn't come that way. I needed to go to inside and really feel
this creator and this connection with me inside. And then it doesn't matter if you have a big house, small house, or whatever. I feel connected within myself. And that is for me true happiness and true wealth. And when I took Amrit, also my little children, they really felt like, okay, I also want to crown myself every day. So they're proud of it. They go to school with it, and it's a tool, because people always ask me if it's a religion and why do you do it, and I always say it's a tool because it helps me to, there's so many things that come on your path and so many things that can distract you, or so this turban is a way for me to just say, okay, no, this is my way, and let the other things just go by. And also every day when you do this, you feel like you're a prince or a princess, and you crown yourself, and it makes you feel, or it makes me feel good about myself. And yeah, that's what I take from Siki, and I'm very, very grateful that it came on my path, and I don't know where it's going to take me, but for my soul, it's really, I really feel blessed. Thank you. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਭੈਣ ਜੀ ਨੇ ਸਮਝਾਇਆ ਕਿ ਜਦੋਂ ਉਹ ਨਾਮ ਜਪਦੇ ਆ ਉਹਨਾਂ ਨੂੰ ਇੱਦਾਂ ਲੱਗਦਾ ਕਿ ਉਹ ਗੋਡ ਦੇ ਨਾਲ ਕਨੈਕਟਡ ਹੈਗੇ, ਤੇ ਜਦੋਂ ਵੀ ਉਹ ਜਿਹੜੇ ਰਾਹ ਵੀ ਚੱਲਦੇ, ਚਾਹੇ ਉਹਨਾਂ ਨੂੰ ਔਖਾ ਵੀ ਲੱਗੇ, ਤਾਂ ਉਹ ਉਸ ਪਰਮਾਤਮਾ ਦੀ ਹੈਲਪ ਲੈ ਲੈਂਦੇ ਆ ਕਿ ਵਾਹਿਗੁਰੂ ਮੇਰੀ ਹੈਲਪ ਕਰੋ ਨਾ ਇਸ ਰਾਹ 'ਤੇ ਤੁਰਨ ਦੀ, ਕਿਉਂਕਿ ਸਹੀ ਰਸਤਾ ਜਿਹੜਾ ਹੁੰਦਾ ਆ ਅਰਨਿੰਗ ਓਨੈਸਟਲੀ ਕਿਰਤ ਕਰਨੀ, ਇਹ ਔਖਾ ਹੁੰਦਾ ਆ, ਤਾਂ ਔਖੇ ਰਸਤੇ ਵਿੱਚ ਫਿਰ ਪਰਮਾਤਮਾ ਆਪ ਸਹਾਈ ਹੁੰਦੇ ਆ। ਬਟ ਜਿੱਦਾਂ ਭਾਈ ਸਾਹਿਬ ਨੇ ਕਿਹਾ ਕਿ ਜਿਹੜਾ ਨਾਮ ਦਾ ਟੌਪਿਕ ਹੈਗਾ ਕੈਨ ਨਾਟ ਬੀ ਕਵਰ ਇਨ ਅ ਡੇ ਔਰ ਫਿਊ ਆਵਰਸ, ਕਿ ਨਾਮ ਅਥਾਹ ਹੈਗਾ। ਬਟ ਜਿੱਦਾਂ ਭਾਈ ਸਾਹਿਬ ਨੇ ਦੱਸਿਆ ਨਾਮ ਦਾ ਸਾਰਾ ਸਾਰ ਜਦੋਂ ਆਪਾਂ ਵਾਹਿਗੁਰੂ ਕਹਿੰਦੇ ਹਾਂ, ਇਟਸ ਆਈ ਹੈਵ ਦ ਐਕਸਪੀਰੀਅੰਸਿਸ ਫਰੋਮ ਅਦਰ ਪੀਪਲ ਓਨਲੀ, ਲਾਈਕ ਮੈਂ ਇੰਨਾ ਗਿਆਨੀ ਨਹੀਂ ਜਿੱਦਾਂ ਭਾਈ ਸਾਹਿਬ 'ਤੇ ਕਿਰਪਾ ਹੈਗੀ ਗੁਰੂ ਸਾਹਿਬ ਦੀ। ਦੇਰ ਵਾਜ਼ ਅ ਪ੍ਰੋਫੈਸਰ ਫਰੋਮ ਅੰਮ੍ਰਿਤਸਰ ਯੂਨੀਵਰਸਿਟੀ, ਉਹਨਾਂ ਨੇ ਸਾਨੂੰ ਇੱਕ ਵਾਰੀ ਦੱਸਿਆ ਸੀ ਕਿ ਬੇਸਿਕਲੀ ਹਾਊ ਹੀ ਪਰਸੀਵਸ ਵਾਟ ਵਾਹਿਗੁਰੂ ਮੀਨਸ। He told us Vaha is something like you are saying wow. When you are saying wow to Guru, that you are, it's such a big universe, and you are just like this much, not even this much. ਤੁਸੀਂ ਕਿੰਕਰ ਮਾਤਾ ਬਹੁਤ ਛੋਟੇ ਜਿਹੇ ਹੈਗੇ ਹੋ, ਐਂਡ ਤਾਂ ਵੀ ਤੁਹਾਡੇ ਪਲ ਦਾ ਜਿਹੜਾ ਹੈਗਾ ਗੁਰੂ ਸਾਹਿਬ ਆਪ ਰਾਖੀ ਕਰਦੇ ਨੇ। He takes care of you as like for every second, even less than a second, he take care of you for everything. So that's the vadiyai of Guru Sahib. That's something you feel like when you feel that, see, inne atha, inne pyar wale sade Guru Sahib hege, that's what Rab is for us. And then when you say Vaha, Guru, so you feel that inside, that this is something Guru Sahib do for us. And ਜਦੋਂ ਆਪਾਂ ਗੱਲ ਕਰਦੇ ਹਾਂ ਨਾਮ ਦੀ, ਤੇ ਗੁਰੂ ਸਾਹਿਬ ਨੇ ਜਦੋਂ ਸਾਨੂੰ ਬਾਣੀ ਦਿੱਤੀ, ਸਾਨੂੰ ਸਾਡੇ ਜੁਗੋ ਜੁਗਟਲ ਗੁਰੂ ਸਾਹਿਬ ਦਿੱਤੇ, ਗੁਰੂ ਗ੍ਰੰਥ ਸਾਹਿਬ ਦਿੱਤੇ, the starting he did with ਇੱਕ ਓਂਕਾਰ. So I was reading somewhere, ਇੱਕ ਓਂਕਾਰ ਦਾ ਉਹਨਾਂ ਨੇ like try to translate. This is something which actually covers the whole universe. They said like the way we communicate to everybody, ਤਿੰਨ ਤਰ੍ਹਾਂ ਦੀ languages ਹੈਗੀਆਂ ਨੇ, like there are 3 type of languages: the sign language, the number language, and the word language. So ਇੱਕ ਜਿਹੜਾ ਹੈਗਾ that represents a number language, it's 1. Oang ਜਿਹੜਾ ਹੈਗਾ that's a word language which means the creator, and Kar is a symbol language which means the creation. So Guru Sahib gave us the very first word in our Guru Granth Sahib as the sar of the whole universe, like the creator and the creation is one. So when he actually told that thing, from there it starts like, this is the Naam. The Bani, how you actually read the Bani, you have to understand that you are an image of the creator. So ਜਦੋਂ ਵੀ ਤੁਸੀਂ ਨਾਮ ਸਿਮਰਨ ਕਰਦੇ ਹੋ, ਜਦੋਂ ਵੀ ਤੁਸੀਂ ਬਾਣੀ ਪੜ੍ਹਦੇ ਹੋ, it's more of like Bani tells you how you have to be that creator, how you have to feel inside that you are a part of that creator. And ਜਿੱਦਾਂ ਭੈਣ ਜੀ ਨੇ ਗੱਲ ਕੀਤੀ ਤੋਤਾ ਰਤਨ ਦੀ, there's a very funny thing actually we had an experience from my life. ਜਿੱਦਾਂ ਗੁਰੂ ਸਾਹਿਬ ਕਹਿੰਦੇ ਨੇ ਸਾਥ ਸਿਮਰਨਾ ਚਾਹੀਦਾ ਹੈ, ਅਤੇ ਇੱਕ ਸਿੰਘ ਸਾਹਿਬ ਨੇ ਸਾਨੂੰ ਲੰਗਰ ਛਕ ਰਹੇ ਸੀ, ਸਿੰਘ ਸਾਹਿਬ ਨੇ ਸਾਨੂੰ ਪੁੱਛਿਆ ਕਿ ਜਦੋਂ ਤੁਸੀਂ ਸਮਾਗਮ 'ਤੇ ਜਾਂਦੇ ਹੋ ਅਤੇ ਤੁਸੀਂ ਉੱਚੀ ਨਾਮ ਬੋਲਦੇ ਹੋ, ਇੱਦਾਂ ਲੱਗਦਾ ਜਿੱਦਾਂ ਕੋਈ ਕੁੱਤਾ ਆਵਾਜ਼ ਨਿਕਾਲ ਰਿਹਾ ਹੋਵੇ। ਮਾਫ ਕਰਨਾ, ਦੈਟਸ ਵਾਟ ਹਿਜ਼ ਵਰਡਸ ਵਰ, ਲਾਈਕ
as like the dog is barking. You take the naam so loud. He was like, I don't understand. ਤੁਸੀਂ ਸਿੱਖੀ ਦਾ ਮਜ਼ਾਕ ਬਣਾਉਂਦੇ ਹੋ. Then Guru Sahib ਦੀ ਵਡਿਆਈ ਹੈਗੀ ਸੀ. Guru Sahib actually gave this answer, and we were talking, and we just asked him ਕਿ ਵਾਹਿਗੁਰੂ ਜੀ ਤੁਸੀਂ ਸਵੇਰੇ ਬਾਣੀ ਪੜ੍ਹਦੇ ਹੋ, ਤੁਸੀਂ ਸਵੇਰੇ ਆਪਣਾ ਨਿਤਨੇਮ ਕਰਦੇ ਹੋ, you do ਜਪਜੀ ਸਾਹਿਬ, right? ਤੇ how you do it, like ਤੁਸੀਂ ਬਹਿ ਕੇ ਕਰਦੇ ਹੋ? ਕਹਿੰਦੇ ਨਹੀਂ, ਟਾਈਮ ਨਹੀਂ ਮਿਲਦਾ ਇਹਨਾਂ, ਤੇ ਆਫਿਸ ਜਾਣਾ ਹੁੰਦਾ, ਬਟ ਮੈਨੂੰ ਜਪਜੀ ਸਾਹਿਬ ਪੂਰਾ ਯਾਦ ਹੈਗਾ, ਤੇ ਮੈਂ ਪੱਗ ਬੰਨ੍ਹਦੇ ਮੈਂ ਜਪਜੀ ਸਾਹਿਬ ਕਰ ਲੈਂਦਾ. ਮੈਂ ਕਿਹਾ ਤੁਹਾਨੂੰ ਯਾਦ ਹੈਗਾ ਕਦੀ ਇੱਦਾਂ ਵੀ ਹੁੰਦਾ ਹੋਏਗਾ, ਲਾਈਕ ਸਮਟਾਈਮ ਇਟ ਮਾਈਟ ਹੈਪਨ ਕਿ ਯੂ ਆਰ ਡੂਇੰਗ ਦ ਪਾਰਟ and you forget that doing your part, but then you do it perfectly and it completed. So like, yeah, because I remember it from my heart, ਤੇ ਇਸ ਕਰਕੇ ਜਦੋਂ ਮੈਂ ਪਾਠ ਸ਼ੁਰੂ ਕਰਦਾ ਤੇ ਪਾਠ ਆਪੇ ਮੇਰੇ ਅੰਦਰ ਚੱਲਦਾ ਜਾਂਦਾ ਹੈ, ਬਿਕੋਜ਼ ਮੈਂ ਰੋਜ਼ ਕਰਦਾ ਤੇ ਮੈਨੂੰ ਪ੍ਰੈਕਟਿਸ ਹੋ ਗਈ ਹੈ. So Guru Sahib actually gave this answer himself on this. Then this came in, like ਜਦੋਂ ਤੁਸੀਂ ਟੋਟਾ ਰਿਟਨ ਕਰਦੇ ਹੋ, I'll say the exact word, ਤੁਸੀਂ ਜਦੋਂ ਨਾਮ ਵਾਹਿਗੁਰੂ ਵਾਹਿਗੁਰੂ ਬਾਰ-ਬਾਰ ਜਪਦੇ ਹੋ, it's a practice you do. No, when you actually do it again and again and again with your saas, when you actually use your breath as a medium to do something again and again, ਜਿੱਦਾਂ ਤੁਸੀਂ ਬਾਣੀ ਜਿਹੜੀ ਹੈਗੀ ਹੈ, ਤੁਸੀਂ ਪਾਠ ਜਿਹੜਾ ਤੁਹਾਨੂੰ ਯਾਦ ਹੋ ਗਿਆ, ਉਹ ਨਾਮ ਜਿਹੜਾ ਹੈਗਾ ਤੁਹਾਡੇ ਸਾਸ ਦੇ ਨਾਲ ਜਿਹੜਾ ਹੈਗਾ ਇੱਕਮਿਕ ਹੋ ਜਾਂਦਾ ਹੈ. then you don't have to actually remember ਕਿ ਤੁਸੀਂ ਨਾਮ ਜਪ ਰਹੇ ਹੋ ਕਿ ਨਹੀਂ ਜਪ ਰਹੇ, ਤੁਸੀਂ ਵਾਹਿਗੁਰੂ ਵਾਹਿਗੁਰੂ ਕਹਿ ਰਹੇ ਹੋ ਕਿ ਨਹੀਂ ਕਹਿ ਰਹੇ ਹੋ. that actually gets inside your breath, and since you have to take breath every time, you can't live without it. So the naam automatically actually gets into you, and you can live without the naam as such. ਬੜੇ ਸਾਰੇ ਟੌਪਿਕਸ ਹੈਗੇ ਨੇ ਜਦੋਂ ਸਾਰਿਆਂ ਨੇ ਗੱਲਾਂ ਕੀਤੀਆਂ, ਬਿਕਾਜ਼ ਆਈ ਡੂ ਲਾਈਕ ਸਟੋਰੀਜ਼, ਸੋ ਆਈ ਹੈਵ ਸਮਾਲ ਸਟੋਰੀਜ਼ ਵਿਚ ਐਕਚੁਅਲੀ ਟਾਕਸ ਅਬਾਊਟ ਅ ਲੋਟ ਆਫ ਥਿੰਗਸ, ਜਿਹੜੀ ਸਾਨੂੰ ਦੱਸਦੀ ਆ ਕਿ ਹਾਊ ਵੀ ਕੈਨ ਬੀ ਅ ਗੁੱਡ ਸਿੱਖ. ਅਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਆਈ been meeting many Singhs, many Chardika wale Sikh, and they told me many beautiful things about Sikhi. And it's not about how other person perceives Sikhi. It's about how you accept Sikhi. A person told me it doesn't matter that whether you have big dada or not, whether you wear dumala or whether you wear a small patka. He said the main important thing of Sikhi is that you should know how to learn. Sikh ਦਾ ਮਤਲਬ ਹੈਗਾ ਉਹ ਜਿਹੜਾ ਸਿੱਖਦਾ. And then he told me one word. I'll not explain it because it's like a long story. He told me, like, if you want to be a Sikh, you have to be selfish. He said, be selfish, be a Sikh. I was like kind of really confused because ਸਾਨੂੰ ਗੁਰੂ ਸਾਹਿਬ ਕਹਿੰਦੇ ਨੇ ਕਿ ਤੁਹਾਨੂੰ ਪਰਉਪਕਾਰ ਕਰਨਾ ਹੈ. ਸਿੱਖ ਜਿਹੜਾ ਹੈਗਾ ਉਹਨੂੰ ਪਰਉਪਕਾਰ ਦਿੱਤਾ. That's one main important thing of Sikhi principles. Then he explained me. He said, like, what we do in this world, ਆਪਾਂ ਜੋ ਵੀ ਕੰਮ ਕਰਦੇ ਹਾਂ, ਆਪਾਂ ਇਹ ਸੋਚ ਕੇ ਕਰਦੇ ਹਾਂ ਕਿ ਅਗਲੇ ਨੂੰ ਕਿੱਦਾਂ ਦਾ ਲੱਗੇਗਾ, how the other person thinks about it. If you be selfish, what you want in this world? Do you want money? Why you want money? You want good life? Why you want good life? ਇੱਕ ਛੋਟਾ ਜਿਹਾ, it's like I'll take just 2 minutes. ਇੱਕ kind of joke ਹੈਗਾ. There was a guy, he was a laborer. He was actually sleeping in a farmland. ਅਤੇ ਜਿਹੜਾ ਫਾਰਮ ਦਾ ਓਨਰ ਹੈਗਾ ਸੀ, ਹੀ ਕੇਮ ਟੂ ਹਿਮ, ਉਹਨੇ ਉਹਨੂੰ ਉਠਾਇਆ, ਉਹਨੂੰ ਕਹਿੰਦਾ, ਵਾਈ ਯੂ ਆਰ ਸਲੀਪਿੰਗ? ਸੈਡ, ਬਿਕੋਜ਼ ਆਈ ਫੀਲ ਪੀਸ ਵੈਨ ਆਈ ਐਮ ਸਲੀਪਿੰਗ. ਇਟਸ ਲਾਈਕ ਯੂ ਸ਼ੁੱਡ ਵਰਕ, ਲਾਈਕ ਕੰਮ ਕਰਨਾ ਚਾਹੀਦਾ ਤੁਹਾਨੂੰ. ਅੱਛਾ, ਕੰਮ ਕਰਨ ਨਾਲ ਕੀ ਹੋਏਗਾ? ਇਜ਼ ਇਟ ਲਾਈਕ ਯੂ ਵਿਲ ਗੈਟ ਮੋਰ ਮਨੀ, ਯੂ ਵਿਲ ਬੀ ਏਬਲ ਟੂ ਬਾਈ ਗੁੱਡ ਹਾਊਸ, ਯੂ ਵਿਲ ਬੀ ਬਾਈ ਗੁੱਡ ਬੈਡ, ਐਂਡ ਯੂ ਵਿਲ ਬੀ ਏਬਲ ਟੂ ਸਲੀਪ ਪੀਸਫੁਲੀ. ਐਂਡ ਹੀ ਸੈਡ, ਲਾਈਕ, ਦੈਟਸ ਵਾਟ ਆਈ ਐਮ ਡੂਇੰਗ ਰਾਈਟ ਨਾਓ. No, but that's just a joke. But ਜਿਹੜੀ ਗੱਲ I'm trying to actually explain from this, it's more about, it's not what other people think about you. It's what you perceive Sikhi as. ਜੇ ਮੈਂ ਹੁਣ ਦੁਮਾਲਾ ਬੰਨ੍ਹਦਾ, ਜੇ ਮੈਂ ਹੁਣ ਸੋਹਣੀ ਪੱਗ ਬੰਨ੍ਹਦਾ, ਜਾਂ ਮੈਂ ਆਪਣੀ ਪੱਗ ਨੂੰ ਟਾਈਮ ਦਿੰਦਾ, it's not because ਕਿ ਮੈਂ ਦੁਨੀਆ ਨੂੰ ਦਿਖਾਉਣਾ ਚਾਹੁੰਦਾ ਕਿ ਮੇਰਾ ਦੁਮਾਲਾ ਸੋਹਣਾ ਹੈਗਾ. It's because I feel that ਜਦੋਂ ਗੁਰੂ ਸਾਹਿਬ ਨੇ ਸਾਨੂੰ ਸਿੱਖੀ ਦਿੱਤੀ, that time in India, it was a ਪ੍ਰਚਲਨ ਕਿ ਜਿਹੜੇ ਰਾਜਾ ਮਹਾਰਾਜਾ ਹੈਗੇ ਸਨ, they used to have crowns. ਬਿਗ ਉਹਨਾਂ ਦੇ ਬੜੇ ਬੜੇ ਤਾਜ ਹੁੰਦੇ ਸਨ. ਐਂਡ ਜਿਨ੍ਹਾਂ ਦੀ ਜਿੰਨੀ ਦਾੜਾ ਵੱਡਾ ਹੈਗਾ, ਜਿੰਨੀ ਮੁੱਛਾਂ ਹੈਗੀਆਂ ਨੇ, ਉਹਨਾਂ ਨੂੰ ਪਰਾਕਰਮੀ ਜਾਂ ਵੱਡਾ ਮੰਨਿਆ ਜਾਂਦਾ ਸੀ. ਸੋ ਗੁਰੂ ਸਾਹਿਬ ਜਦੋਂ ਸਾਨੂੰ ਸਿੱਖੀ ਦਿੱਤੀ, ਦੈਟਸ ਅਗੇਨ ਲਾਈਕ ਨਾਟ ਫਰਮ ਦਾ ਹਿਸਟਰੀ, ਬਟ ਇੱਕ ਸਿੰਘ ਸਾਹਿਬ ਨੇ ਬੜੀ ਪਿਆਰੀ ਤਰ੍ਹਾਂ ਇਹ ਚੀਜ਼ ਐਕਸਪਲੇਨ ਕੀਤੀ ਸੀ. ਇਟਸ ਮੋਰ ਆਫ ਲਾਈਕ ਹਾਊ ਯੂ ਪਰਸੀਵ ਇਟ. ਅਤੇ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਨੇ ਜਿਹੜਾ ਹੈਗਾ ਸਾਨੂੰ ਇੱਕ ਦੱਸਿਆ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਰਾਜਾ ਬਣਾ ਚੱਲਿਆ. ਆਈ ਐਮ ਮੇਕਿੰਗ ਆਲ ਯੂ ਐਸ ਕਿੰਗ. ਦੇਰ ਇਜ਼ ਨੋ ਡਿਫਰੈਂਸ ਬਿਟਵੀਨ ਯੂ ਨਾਓ. Everybody have this crown, and this actually tells you that you're a king. So these all things, it's how we perceive. When we say naam,
there are multiple ways actually people say that you can actually do the Naam Simran. Even if we talk about meditation, not our topic, but then in meditation they give you a mantra, which actually they say when you are getting distracted, use that mantra to come back to that inner peace. And Guru Sahib ne sanu ਉਹ ਸਹਿਜ ਸੁਭਾਅ ਦਿੱਤਾ. Guru Sahib ਨੇ ਕਿਹਾ ਕਿ ਜੇ ਤੁਹਾਨੂੰ you want to understand yourself, then you have to understand what Gurbani is. It's not about how other people live their life, it's about how you have to live your life. ਵੀਰ ਜੀ ਨਾਲ ਮੈਂ ਸਹਿਮਤ ਹੈਗੀ ਆ ਕਿ ਤੁਹਾਡੀ ਜਿਹੜੀ ਦਸਤਾਰ ਆ ਇਹ ਤੁਹਾਡਾ ਕਰਾਊਨ ਆ। ਕੁਝ ਸਾਡੇ ਵੀਰ ਆਏ ਸੀਗੇ ਜਿਨ੍ਹਾਂ ਨੇ ਦਸਤਾਰ ਨਹੀਂ ਸੀ ਬੰਨੀ ਤੇ ਉਹ ਵੈਸੇ ਡਿਸਕਸ਼ਨ ਦਾ ਹਿੱਸਾ ਲੈਣਾ ਚਾਹੁੰਦੇ ਸੀਗੇ, ਬਟ ਉਹ ਇਹ ਸਮਝਦੇ ਸੀਗੇ ਕਿ ਉਹਨਾਂ ਨੇ ਦਸਤਾਰ ਨਹੀਂ ਬੰਨੀ ਤਾਂ ਸ਼ਾਇਦ ਉਹਨਾਂ ਦੇ ਵਿਊ ਆਪਾਂ ਸਮਝ ਨਹੀਂ ਪਾਵਾਂਗੇ। ਬਟ ਦਸਤਾਰ ਮੈਂ ਵੀ ਨਹੀਂ ਬੰਨਦੀ, ਦਸਤਾਰ ਮੇਰੀਆਂ ਭੈਣਾਂ ਨੇ ਵੀ ਕੁਛ ਆਈਆਂ ਜਿਨ੍ਹਾਂ ਨੇ ਨਹੀਂ ਬੰਨੀ, ਅਤੇ ਆਪਾਂ ਫਿਰ ਵੀ ਸਾਰੇ ਸਿੱਖ ਹੈਗੇ ਹਾਂ। ਤਾਂ ਆਪਾਂ ਇੱਥੇ ਬੈਠੇ ਹਾਂ ਤਾਂ ਜਿੱਥੇ ਸਿੱਖੀ ਦੇ ਵਿਚਾਰ ਹੁੰਦੇ ਆ ਉੱਥੇ ਹੀ ਸੰਗਤ ਬਣ ਜਾਂਦੀ ਹੈ, ਤਾਂ ਸੰਗਤ ਵਿੱਚ ਸਾਰੇ ਹੀ ਆ ਜਾਂਦੇ ਆ। ਆਪਣਾ ਜਿਹੜਾ ਲਾਸਟ ਟੋਪਿਕ ਹੈਗਾ ਉਹ ਹੈਗਾ ਵੰਡ ਕੇ ਛਕੋ। ਅਤੇ ਖਾਲਸਾ ਸੇਵਾ ਸੁਸਾਇਟੀ ਹਾਲੈਂਡ ਇੱਥੇ ਇੱਕ ਫਾਊਂਡੇਸ਼ਨ ਹੈਗੀ ਆ, ਅਤੇ ਅਸੀਂ ਵੀ ਇੱਕ ਫਾਊਂਡੇਸ਼ਨ ਖੋਲ੍ਹੀ ਹੈ ਸਟਿਖਟਿੰਗ ਸਿੱਖਿਜ਼ਮ ਐਂਡ ਕਲਚਰ। ਉਹ ਅਸੀਂ ਇਸ ਕਰਕੇ ਖੋਲ੍ਹੀ ਹੈ ਸਟਿਖਟਿੰਗ ਕਿ ਅਸੀਂ ਇੱਦਾਂ ਦੇ ਟੋਪਿਕਸ ਜ਼ਿਆਦਾ ਕਰਨਾ ਚਾਹੁੰਦੇ ਹਾਂ ਕਿ ਸਿੱਖੀ ਬਾਰੇ ਅਸੀਂ ਵਿਚਾਰ ਕਰੀਏ, ਇੱਥੇ ਦੇ ਲੋਕਾਂ ਨੂੰ ਅਸੀਂ ਸਿੱਖੀ ਬਾਰੇ ਦੱਸੀਏ, ਕਿਉਂਕਿ ਅਸੀਂ ਹਾਲੇ ਇੱਥੇ ਹਾਲੈਂਡ ਦੇ ਵਿੱਚ ਇੰਨੇ ਪੋਪੂਲਰ ਨਹੀਂ ਹੈਗੇ। ਦੂਜਾ ਸਾਡਾ ਮਕਸਦ ਇਹ ਸੀਗਾ ਕਿ ਅਸੀਂ ਵੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਅਸੀਂ ਪੈਸਾ ਲਾਉਣਾ ਚਾਹੁੰਦੇ ਸੀਗੇ ਗਰੀਬ ਕੁੜੀਆਂ ਦੀ ਪੜ੍ਹਾਈ ਦੇ ਵਿੱਚ, ਜੋ ਕਿ ਅਸੀਂ ਹੁਣ ਲਾ ਵੀ ਰਹੇ ਹਾਂ। ਚਾਹੇ ਅਸੀਂ 10 ਸੈਂਟ ਭੇਜਦੇ ਹਾਂ, ਚਾਹੇ 10 ਯੂਰੋ ਭੇਜਦੇ ਹਾਂ, ਜਿੰਨਾ ਕੁ ਸਾਡੇ ਕੋਲ ਹੋ ਸਕਦਾ ਉਨਾ ਅਸੀਂ ਭੇਜਦੇ ਹਾਂ। ਕਿ ਅਸੀਂ ਸਮਝਦੇ ਹਾਂ ਕਿ ਆਪਣੇ ਦਸਵੰਧ ਨੂੰ ਅਸੀਂ ਇਸ ਤਰ੍ਹਾਂ ਯੂਜ਼ਫੁਲੀ ਯੂਜ਼ ਕਰ ਸਕਦੇ ਹਾਂ। ਅਤੇ ਵੰਡ ਕੇ ਛਕੋ ਦੇ ਉੱਤੇ ਜੇ ਕੋਈ ਵਿਚਾਰ ਕਰਨਾ ਚਾਹੁੰਦਾ ਆ ਕਿ ਵੰਡ ਕੇ ਛਕੋ ਦਾ ਮਤਲਬ ਇੱਦਾਂ ਹੀ ਆ ਕਿ ਆਪਣਾ ਦਸਵੰਧ ਆਪਾਂ ਦਈਏ ਕਿ ਹੋਰ ਵੀ ਕੁਛ ਇਹਦੇ ਵਿੱਚ ਆਉਂਦਾ ਆ। ਕਿਉਂਕਿ ਜੋ ਵੰਡ ਛਕਣ ਵਾਲਾ ਵੀ ਮੈਸੇਜ ਹੈਗਾ ਆ ਨਾ, ਉਹਨੂੰ ਆਪਾਂ ਬਹੁਤ ਜਿੱਦਾਂ ਇੱਕ ਦਿਨ 'ਚ ਜਾਂ ਕੁਛ ਸਮੇਂ ਵਿੱਚ ਨਹੀਂ ਕਵਰ ਕਰ ਸਕਦੇ ਹੈਗੇ। ਇਸ 'ਤੇ ਬਹੁਤ ਵੱਡੀ ਡਿਸਕਸ਼ਨ ਦੀ ਲੋੜ ਹੈਗੀ ਆ। ਜਿਵੇਂ ਸਾਡੇ ਪਾਸ 2 ਪ੍ਰੋਫੈਸਰ ਸਾਹਿਬ ਬੈਠੇ ਹੈਗੇ ਆ, ਇਹ ਵੱਧ ਐਕਸਪਲੇਨ ਕਰ ਸਕਦੇ ਹੈਗੇ ਆ। ਸ਼ੁਰੂਆਤ 'ਚ ਮੈਂ ਇਹ ਗੱਲ ਕਹਿ ਸਕਦਾ ਹੈਗਾ ਕਿ ਆਪਾਂ ਸਾਰੇ ਪੰਜਾਬ ਤੋਂ ਆਏ ਹੋਏ ਹੈਗੇ ਆ। ਜਿਹੜੇ ਸਾਡੇ ਬੱਚੀਆਂ ਸ਼ਾਇਦ ਇਹਨਾਂ ਦੇ ਬੋਰਨ ਇੱਥੇ ਦੇ ਹੋਣਗੇ ਜਾਂ ਉੱਥੇ ਛੋਟੇ ਆਏ ਹੋਣਗੇ। ਆਪਾਂ ਜਿਹੜੇ ਸਾਰੇ ਵੱਡੀ ਉਮਰ 'ਚੋਂ ਆਏ ਹੈਗੇ ਆ, ਅਤੇ ਆਪਣੇ ਪਿੰਡਾਂ ਵਿੱਚ ਬਹੁਤ ਸਾਰੇ ਘਰਾਂ ਵਿੱਚ ਲੋਕ ਆਉਂਦੇ ਸੀ ਜੋ ਘੁੰਡੀ ਜਿਹੀ ਖੜਕਾਉਂਦੇ ਹੁੰਦੇ ਸੀ ਨਾ ਆਪਣੇ, ਅਤੇ ਤਕਰੀਬਨ 99% ਕਿ 100% ਹੀ ਘਰ ਦੀਆਂ ਜਿਹੜੀਆਂ ਸਵਾਣੀਆਂ ਵੱਡੀਆਂ ਬੀਬੀਆਂ ਹੁੰਦੀਆਂ ਸੀਗੀਆਂ ਉਹ ਕਦੀ ਉਹਨਾਂ ਨੂੰ ਖਾਲੀ ਨਹੀਂ ਜਾਣ ਦਿੰਦੀਆਂ ਸੀ। ਭਾਵੇਂ ਤੁਹਾਡੇ ਘਰ ਵਿੱਚ ਥੋੜ੍ਹਾ ਜਿਹਾ ਹੈਗਾ, ਭਾਵੇਂ ਇੱਕ ਕੌਲੀ ਹੀ ਆਟੇ ਦੀ ਉਹਨਾਂ ਨੂੰ ਪਾ ਦੇਣ ਜਾਂ ਦਾਣੇ ਦੀ ਪਾ ਦੇਣ, ਜ਼ਰੂਰ ਪਾਉਂਦੀਆਂ ਸੀ। ਕਿਉਂਕਿ ਗੁਰੂ ਨਾਨਕ ਦਾ ਇਹ ਘਰ ਹੈਗਾ, ਆਪਾਂ ਗੁਰੂ ਨਾਨਕ ਦੇ ਘਰ ਦੇ ਵਿੱਚ ਪੈਦਾ ਹੋਏ ਹੈਗੇ ਹਾਂ। ਚਾਹੇ ਅੰਮ੍ਰਿਤਧਾਰੀ ਹਾਂ, ਚਾਹੇ ਸਹਿਜਧਾਰੀ ਹਾਂ, ਚਾਹੇ ਅਸੀਂ ਕਲੀਨ ਸ਼ੇਵਨ ਹੈਗੇ ਹਾਂ, ਅਸੀਂ ਸਾਰੇ ਉਸ ਧਰਮ ਦੇ ਨਾਲ ਸੰਬੰਧਿਤ ਬੰਦੇ ਹੈਗੇ ਹਾਂ। ਅਤੇ ਸਾਡੇ ਘਰਾਂ 'ਚ ਆਮ ਹੀ ਰਵਾਇਤ ਹੁੰਦੀ ਸੀ ਕਿ ਆਪਾਂ ਬੰਦੇ ਨੂੰ ਘਰੋਂ ਖਾਲੀ ਨਹੀਂ ਮੋੜਨਾ ਹੈਗਾ। ਅਤੇ ਜੇ ਕੋਈ ਬੰਦਾ ਤੁਹਾਡੇ ਘਰ, ਕਿਉਂਕਿ ਮੰਗਣਾ ਬਹੁਤ ਔਖਾ ਹੈਗਾ, ਮੰਗਣ ਗਿਆ ਸੋ ਮਰ ਗਿਆ, ਆਪਾਂ ਇੱਕ ਹਫ਼ਤਾ ਆਮ ਸੁਣਦੇ ਹੈਗੇ ਹਾਂ। ਅਤੇ ਮੰਗਣ ਵੀ ਜਾਣਾ ਜਿਹੜਾ ਉਹ ਮਰ ਕੇ ਹੀ ਜਾਣਾ ਪੈਂਦਾ ਬੰਦੇ ਨੂੰ। ਅਤੇ ਇਸ ਕਰਕੇ ਮੇਨ ਚੀਜ਼ ਇਹੀ ਹੈਗੀ ਆ ਵੀ ਜਿੱਥੇ ਕਿਤੇ ਲੋੜ ਹੈਗੀ ਆ, ਚਾਹੇ ਉਹ ਗੁਰਦੁਆਰਾ ਸਾਹਿਬ ਹੋਵੇ, ਚਾਹੇ ਉਹ ਸਕੂਲ ਹੋਵੇ, ਚਾਹੇ ਉਹ ਕਾਲਜ ਹੋਵੇ, ਚਾਹੇ ਉਹ ਹਸਪਤਾਲ ਹੋਵੇ, ਚਾਹੇ ਉਹ ਗਰੀਬ ਬੱਚੀਆਂ ਦੇ ਵਿਆਹ ਹੋਣ ਜਾਂ ਉਹਨਾਂ ਦੀ ਪੜ੍ਹਾਈ ਦਾ ਕੰਮ ਹੋਵੇ, ਜਾਂ ਜਿਵੇਂ ਵੀ ਤੁਸੀਂ ਲੈ ਸਕਦੇ ਹੈਗੇ ਆ, ਜਿੱਥੋਂ ਵੀ ਕਿਤੇ ਕਿਤੇ ਲੋੜ ਪੈਂਦੀ ਹੈਗੀ ਆ, ਅਤੇ ਉੱਥੇ ਜਿਹੜਾ ਮੰਨ ਲਓ ਆਪਾਂ ਨੂੰ ਯੋਗਦਾਨ ਪਾਉਣਾ ਚਾਹੀਦਾ। ਕਿਉਂਕਿ ਜਦੋਂ ਸਿੰਘ ਪਹਿਲਾਂ ਲੰਗਰ ਛਕਦੇ ਸੀ ਨਾ, ਭਾਵੇਂ ਲੜਾਈਆਂ ਵੀ ਹੁੰਦੀਆਂ ਸੀ, ਲੜਾਈਆਂ ਦੇ ਇਤਿਹਾਸ ਪਿਛਲੇ ਪੁਰਾਤਨ ਸਮੇਂ ਦੇ ਵਿੱਚ, ਅਤੇ ਉਹ ਨਗਾਰਾ ਵਜਾਉਂਦੇ ਸੀ। ਉਸ ਦਾ ਮਤਲਬ ਇਹ ਹੁੰਦਾ ਸੀ ਕਿ ਆ ਜਾਓ ਸਾਰੇ ਲੰਗਰ ਛਕ ਲਈਏ, ਕਿ ਉਸ ਵਕਤ ਮੰਨ ਲਓ ਆਪਣੇ ਲੜਾਈ ਬੰਦ ਹੋ ਜਾਂਦੀ ਸੀ ਅਤੇ ਜਿਹੜੇ ਦੁਸ਼ਮਣ ਵੀ ਕਈ ਵਾਰ ਲੰਗਰ ਛਕ ਲੈਂਦੇ ਸੀ। ਇਤਿਹਾਸ ਇਹ ਕਹਿੰਦਾ। ਵੰਡ ਕੇ ਛਕਣ ਦਾ ਮਤਲਬ ਹੈ ਕਿ ਜੋ ਵੀ ਤੁਸੀਂ ਕਿਰਤ ਕਮਾਈ ਕੀਤੀ ਆਪਣੀ ਹਾਰਡ ਵਰਕਿੰਗ ਵਿੱਚੋਂ, ਹੁਣ ਫਿਰ ਵੰਡ ਕੇ ਛਕਣ ਦਾ 2 ਨੰਬਰ ਦਾ ਪੈਸਾ ਵੀ ਹੈ। ਫਿਰ ਉੱਥੇ ਵੀ ਇੱਕ ਕੁਐਸਚਨ ਆ ਜਾਣਾ, ਤੁਸੀਂ ਗਲਤ ਤਰੀਕੇ ਨਾਲ ਪੈਸਾ ਕਮਾ ਰਹੇ ਹੋ, ਉਹਨੂੰ ਕਹਿੰਦੇ ਤੁਸੀਂ ਵੰਡ ਕੇ ਛਕ ਰਹੇ ਆ। ਇੱਥੇ ਗੁਰਬਾਣੀ ਨੇ ਜਿਹੜਾ ਹੈ ਉਹ ਆਪਣੀ 10 ਨੌਂ ਦੀ ਕਿਰਤ ਕਮਾਈ ਹਾਰਡ ਵਰਕਿੰਗ ਨੂੰ, ਜਿਹਨੂੰ ਬਾਬਾ ਫਰੀਦ ਜੀ ਨੇ ਕਿਹਾ ਫਰੀਦਾ ਰੋਟੀ ਮੇਰੀ ਕਾਠ ਦੀ, ਕਾਠ ਦੀ ਮਤਲਬ ਲੱਕੜ ਦੀ ਨਹੀਂ ਗੀ, ਕਾਠ ਦੀ ਮਤਲਬ ਹੈ ਬੜੀ ਸਖਤ ਮਿਹਨਤ ਦੀ, ਅਤੇ ਲਾਵਣ ਮੇਰੀ ਭੁੱਖ। ਉੱਥੇ ਫਿਰ ਜਦੋਂ ਸਖਤ ਮਿਹਨਤ ਕਰਕੇ ਫਿਰ ਜਿਹੜੀ ਸਬਜ਼ੀ ਆ ਉਹ ਭੁੱਖ ਹੀ ਬਣ ਜਾਂਦੀ ਹੈ। ਕਿਉਂਕਿ ਜਦੋਂ ਕੋਈ ਕਿਰਤ ਕਰਕੇ ਆਪਣੇ ਹੱਥੀਂ ਕਿਰਤ ਕਰਕੇ ਕੋਈ ਖਾਂਦਾ, ਅਤੇ ਭਾਵੇਂ ਉਹ ਅਚਾਰ ਨਾਲ ਖਾਂਦਾ ਜਾਂ ਕਿਸ ਤਰ੍ਹਾਂ ਵੀ, ਉਹਦੇ ਵਾਸਤੇ ਉਹੀ ਉਹ ਸਬਜ਼ੀ ਭਾਜੀ ਬਣ ਜਾਂਦੀ ਹੈ। ਅਤੇ ਜਿਨ੍ਹਾਂ ਖਾਧੀ ਚੋਪੜੀ ਦਾ ਮਤਲਬ ਇੱਥੇ ਇਹ ਨਹੀਂ ਵੀ ਘਿਓ ਲਾਇਆ, ਚੋਪੜੀ ਦਾ ਮਤਲਬ ਹੈ ਜਿਹੜੀ ਠੱਗੀ ਠੋਰੀ ਦੀ, ਹਰਾਮ ਦੇ ਪੈਸੇ, ਮਾੜੇ ਪੈਸਿਆਂ ਦੇ ਨਾਲ ਜਿਹੜਾ ਕਿਰਤ ਕਮਾਈ ਕਰਨੀ ਆ, ਉਹਦਾ ਮਤਲਬ ਫਰਕ ਹੈਗਾ। ਅਤੇ ਘਣੇ ਸਹਿਣਗੇ ਦੁੱਖ, ਕਿ ਉਹ
ਚਿਕਨੀ ਚੋਪੜੀ ਬੜੀ ਲੱਗਦੀ ਹੈ, ਬੜੇ ਉਹਦੇ ਵਿੱਚ ਸੁੱਖ ਸਹੂਲਤਾਂ ਦਿਖਦੀਆਂ ਨੇ, ਬੜੀ ਲਗਜ਼ਰੀ ਲਾਈਫ ਲੱਗਦੀ ਹੈ, ਲੇਕਿਨ ਉਹ ਕਹਿੰਦੇ ਵੀ ਹੈ ਨਿਰਾ ਜ਼ਹਿਰ। ਸੋ ਹੁਣ ਇੱਥੇ ਵੀ ਇਸੇ ਗੱਲ ਫੇਰ ਆ ਜਾਂਦੀ ਆ ਵੰਡ ਕੇ ਛਕਣ ਦੀ। ਮਤਲਬ ਹੁਣ ਲੋਕੀ ਕਰੋੜਾਂ ਰੁਪਈਏ ਵੀ ਦਾਨ ਕਰ ਰਹੇ ਨੇ, ਲੇਕਿਨ ਉਹਨੂੰ ਅਸੀਂ ਦਾਨੀ ਮੰਨਦੇ ਹਾਂ, ਬੜਾ ਦਾਨੀ ਹੈ, ਲੇਕਿਨ ਉਹ ਕਿੱਥੋਂ ਆ ਰਿਹਾ ਪੈਸਾ, ਕਿਵੇਂ ਕਮਾ ਰਿਹਾ? ਜੇ ਕੋਈ ਡਰੱਗ ਵੇਚ ਕੇ ਪੈਸੇ ਕਮਾ ਕੇ ਵਿੱਚੋਂ ਤੇ ਦਾਨ ਕਰ, ਤੇ ਅਸੀਂ ਨੂੰ ਕਹਾਂਗੇ ਕਿ ਉਹ ਵੰਡ ਕੇ ਛਕ ਰਿਹਾ। ਇਹ ਬੜੇ ਵੱਡੇ ਪ੍ਰਿੰਸੀਪਲ ਨੇ ਸਿੱਖੀਜ਼ਮ ਦੇ। ਸਿੱਖੀਜ਼ਮ ਜਿਹੜੀ ਆ ਕੋਈ ਇਹ ਇੱਕ ਬੜੀ ਪ੍ਰੈਕਟੀਕਲ ਲਾਈਫ ਹੈ। ਇਹ ਕਹਿੰਦੇ ਨੇ ਵੀ ਖੰਡੇ ਧਾਰ 'ਤੇ ਚੱਲਣ ਵਾਲੀ ਗੱਲ ਹੈ। ਇੱਥੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ। ਫਿਰ ਦੂਸਰਾ ਜਿਹੜਾ ਵੇਖਣਾ ਆਪਾਂ ਵੀ ਇਹ ਅਸੀਂ ਵੰਡ ਕੇ ਵੀ ਕਿੱਥੇ ਛਕ ਰਹੇ ਹਾਂ। ਨੀਡੀ ਪੀਪਲ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਜਿਹੜਾ ਹੈ ਆਪਾਂ ਜੇ ਉਹਦੇ ਵਿੱਚ ਸ਼ੇਅਰ ਕਰਦੇ ਹਾਂ ਕੋਈ ਨਾ ਕਿਸੇ ਢੰਗ ਨਾਲ, ਜਿੰਨਾ ਕੁ ਜਥਾ ਸ਼ਕਤ ਅਸੀਂ ਕਰਦੇ ਹਾਂ, ਜੋ ਕਿਰਤ ਕਮਾਈ ਉਹਦੇ ਵਿੱਚੋਂ ਵੰਡ ਕੇ ਛਕਣਾ, ਜਾਣੀ ਲੋੜਵੰਦਾਂ ਦੀ ਸਹਾਇਤਾ ਕਰਨੀ। ਹੁਣ ਗੁਰਦੁਆਰਿਆਂ ਵਿੱਚ ਤਾਂ ਸੋਨੇ ਵੀ ਲੱਗ ਰਿਹਾ, ਕਿੰਨਾ ਸੋਨਾ ਅਸੀਂ ਥਾਪੀ ਜਾ ਰਹੇ ਹਾਂ, ਲੇਕਿਨ ਸਾਡਾ ਬੇਸ ਦੇਖੋ, ਸਾਡੀ ਹਕੀਕਤ ਦੇਖੋ ਕੀ ਹੈ। ਕਿਸਾਨ ਮਰ ਰਿਹਾ, ਜਵਾਨ ਮਰ ਰਿਹਾ, ਅਤੇ ਅਸੀਂ ਗੁਰਦੁਆਰਿਆਂ ਉੱਤੇ ਸੋਨਾ ਲਾਈ ਅਸੀਂ ਸੋਚਦੇ ਹਾਂ ਵੀ ਗੁਰੂ ਦੀ ਅਸੀਂ ਬੜੀ ਸੇਵਾ ਕਰ ਰਹੇ ਹਾਂ। ਜਦੋਂ ਹਰਿਮੰਦਰ ਸਾਹਿਬ ਦੇ ਉੱਤੇ ਸੋਨਾ ਨਹੀਂ ਸੀ ਲੱਗਿਆ, ਤੁਹਾਨੂੰ ਕੀ ਕਹਿੰਦੇ ਸੀ? ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਪਰ ਜਦੋਂ ਸੋਨਾ ਲੱਗ ਗਿਆ, ਹੁਣ ਸਵਰਨ ਮੰਦਰ ਬਣ ਗਿਆ, ਸੋਨੇ ਦਾ ਮੰਦਰ ਬਣ ਗਿਆ, ਹੁਣ ਹਰੀ ਦਾ ਮੰਦਰ। ਯਾਨੀ ਇਹ ਗੱਲਾਂ ਵੇਖਣੀਆਂ ਪੈਣੀਆਂ ਨੇ ਕਿ ਅਸੀਂ ਕਿਸ ਢੰਗ ਨਾਲ ਜਾਂ ਕਿੱਥੇ ਅਸੀਂ ਕਰ ਰਹੇ ਹਾਂ, ਵੰਡ ਕੇ ਛਕ ਰਹੇ ਹਾਂ, ਜਾਂ ਅਸੀਂ ਕਿਹੋ ਜਿਹਾ ਕਿਰਤ ਕਮਾਈ ਕਰਕੇ ਅਤੇ ਉਹਨੂੰ ਅਸੀਂ ਵੰਡ ਕੇ ਛਕ ਰਹੇ ਹਾਂ। ਬਾਕੀ ਜੇ ਅਸੀਂ ਕੰਮਾਂ ਦਾ ਵੇਖੀਏ ਤਾਂ ਕੰਮ ਫਿਰ ਬਹੁਤ ਇੱਕ ਲਾਈਫ ਸੀਮਤ ਹੋ ਜਾਏਗੀ। ਜਿਵੇਂ ਫਿਰ ਰੈਸਟੋਰੈਂਟ ਖੋਲ੍ਹਣਾ, ਉਹ ਵੀ ਫਿਰ ਸਿੱਖ ਦੇ ਬਸ ਦੀ ਗੱਲ ਨਹੀਂ ਰਹਿਣੀ। ਰੈਸਟੋਰੈਂਟ ਵਿੱਚ ਤੁਹਾਨੂੰ ਹਰ ਚੀਜ਼ ਜਿਹੜੀ ਆ ਉਹ ਤਕਰੀਬਨ ਸੇਲ ਕਰਨੀ ਪੈਂਦੀ ਹੈ ਗਾਹਕ ਦੇ ਹਿਸਾਬ ਦੇ ਨਾਲ। ਹੋਰ ਕਈ ਇਹੋ ਜਿਹੇ ਕਿੱਤੇ ਨੇ ਜਿਨ੍ਹਾਂ ਵਿੱਚੋਂ ਤੁਹਾਨੂੰ ਬਾਹਰ ਨਿਕਲਣਾ ਪੈਣਾ। ਸੋ ਕਾਫੀ ਵੱਡਾ ਫੀਲਡ ਹੈ ਇਹਦਾ, ਇਹ ਛੋਟਾ ਮੋਟਾ ਸਬਜੈਕਟ ਨਹੀਂ ਹੈਗਾ। ਵੰਡ ਕੇ ਛਕਣਾ ਜਿਹੜਾ ਹੈ ਉਹ ਜਾਣੀ ਵੀ ਦੂਜਿਆਂ ਦੇ ਵਿੱਚ, ਲੋੜਵੰਦਾਂ ਦੇ ਵਿੱਚ। ਲੋੜਵੰਦ ਇੱਥੇ ਕੋਈ ਵੀ ਇਹ ਨਹੀਂ ਕਿ ਆਪਣੇ ਸਿੱਖਾਂ ਦਾ ਹੀ ਹੋਵੇ, ਕੋਈ ਵੀ ਐਨੀ ਬੋਡੀ ਹੋਵੇ, ਜਿਹੜਾ ਸਰਬੱਤ ਦੇ ਭਲੇ ਵਿੱਚ ਗੱਲ ਆ ਜਾਂਦੀ ਹੈ, ਉਹਨਾਂ ਦੇ ਵਿੱਚ ਆਪਣਾ ਸ਼ੇਅਰ ਕਰਨਾ ਜਥਾ ਸ਼ਕਤ ਜਿੰਨਾ ਕੁ ਤੁਸੀਂ ਕਿਰਤ ਕਮਾਈ ਕੀਤੀ। ਅਗੇਨ ਲਾਈਕ ਮੇਰੀ ਇੰਨੀ ਮੱਤ ਨਹੀਂ ਹੈਗੀ ਜਿੰਨੀ, ਬਟ ਭਾਈ ਸਾਹਿਬ ਨੇ ਜਿਹੜੀ ਗੱਲ ਸ਼ੇਅਰ ਕੀਤੀ ਆ ਕਿ ਸਾਨੂੰ ਇਹ ਦੇਖਣਾ ਪਏਗਾ ਜਦੋਂ ਆਪਾਂ ਵੰਡ ਕੇ ਛਕ ਰਹੇ ਹਾਂ ਅਤੇ ਆਪਾਂ ਕਿਸ ਤਰ੍ਹਾਂ ਕਮਾਈ ਕਰਦੇ ਹਾਂ, ਕਿਸ ਤਰ੍ਹਾਂ ਕਿਰਤ ਕਰਦੇ ਹਾਂ। ਇੱਥੇ ਇੱਕ ਚੀਜ਼ ਆਉਂਦੀ ਹੈ ਵੰਡ ਕੇ ਛਕਣ 'ਚ ਆਪਾਂ ਦੋ ਚੀਜ਼ਾਂ ਹੈ ਕਿ ਦਸਵੰਧ ਆਪਾਂ ਜਿਹੜਾ ਹੈਗਾ ਆਮ ਪ੍ਰਚਲਿਤ ਵਰਡ ਯੂਜ਼ ਕਰਦੇ ਹਾਂ। ਗੁਰੂ ਸਾਹਿਬ ਨੇ ਸਾਨੂੰ ਦਸਵੰਧ ਦੀ ਜਿਹੜੀ ਪ੍ਰਥਾ ਦੱਸੀ ਆ। ਇੱਕ ਉਹ ਹੁੰਦਾ ਲਾਈਕ ਜਦੋਂ ਦਸਵੰਧ ਦੀ ਗੱਲ ਕਰਦੇ ਹਾਂ, ਇਟਸ ਨਾਟ ਜਸਟ ਅਬਾਊਟ ਮਨੀ। ਸਾਨੂੰ ਜਦ ਦਸਵੰਧ ਦੇਣਾ ਹੈ ਤਾਂ ਇਟਸ ਮੋਰ ਅਬਾਊਟ ਤੁਹਾਡਾ ਤਨ ਮਨ ਧਨ ਤਿੰਨਾਂ ਦਾ ਦਸਵੰਧ ਹੋਣਾ ਚਾਹੀਦਾ ਹੈ। ਲਾਈਕ ਯੂ ਹੈਵ ਟੂ ਟੇਕ 10th part of your life for the seva. You have to take 10th part of your money what you are earning for the seva. ਅਤੇ ਤੁਹਾਨੂੰ ਆਪਣੇ ਮਨੋਂ ਵੀ ਕਰਨਾ ਹੁੰਦਾ ਉਹ ਚੀਜ਼। ਬਟ ਜਿੱਥੇ ਤੱਕ ਸੇਵਾ ਦੀ ਗੱਲ ਆਉਂਦੀ ਹੈ, ਜਦੋਂ ਵੀ ਟਾਕ ਅਬਾਊਟ ਵੰਡ ਕੇ ਛਕਣਾ, ਇਹਦੇ 'ਚ ਸੇਵਾ ਇਜ਼ ਲਾਈਕ ਵਨ ਆਫ ਦ ਮੋਸਟ ਇੰਪੋਰਟੈਂਟ ਐਸਪੈਕਟ ਆਫ ਵੰਡ ਕੇ ਛਕਣਾ। ਜਦੋਂ ਗੱਲ ਸੇਵਾ ਦੀ ਆਉਂਦੀ ਹੈ, ਜਦੋਂ ਜਿੱਦਾਂ ਭਾਈ ਸਾਹਿਬ ਨੇ ਕਿਹਾ ਕਿ ਆਪਾਂ ਸੋਨਾ ਚੜ੍ਹਾਉਂਦੇ ਹਾਂ ਜਾਂ ਵੀ ਐਕਚੁਅਲੀ ਗਿਵ ਅ ਲੋਟ ਆਫ ਮਨੀ ਨਾ, ਅਤੇ ਇੱਕ ਸਿੰਘ ਸਾਹਿਬ ਨੇ ਬੜੀ ਪਿਆਰੀ ਜਿਹੀ ਗੱਲ ਦੱਸੀ ਸੀ। ਕਹਿੰਦੇ ਸੇਵਾ ਕੌਣ ਕਰਦਾ? ਹੂ ਡੂ ਦ ਸਰਵਿਸ? ਅ ਸਲੇਵ ਡੂ ਦ ਸਰਵਿਸ ਟੂ ਹਿਜ਼ ਮਾਸਟਰ। ਇੱਕ ਜਿਹੜਾ ਨੌਕਰ ਹੁੰਦਾ ਹੈ ਉਹ ਆਪਣੇ ਮਾਲਕ ਦੀ ਸੇਵਾ ਕਰਦਾ। ਅਤੇ ਜਦੋਂ ਆਪਾਂ ਕਹਿੰਦੇ ਹਾਂ ਕਿ ਆਪਾਂ ਸੇਵਾ ਕਰ ਰਹੇ ਹਾਂ, ਤਾਂ ਇਟਸ ਨਾਟ ਜਸਟ ਵੀ ਆਰ ਯੂਜ਼ਿੰਗ ਅ ਵਰਡ, ਦੇਰ ਇਜ਼ ਅ ਵੈਰੀ ਡੀਪ ਮੀਨਿੰਗ, ਇੱਕ ਬੜਾ ਗੂਡ ਮੀਨਿੰਗ ਹੈਗਾ ਇਹਦੇ 'ਚ। ਅਤੇ ਗੁਰੂ ਸਾਹਿਬ ਨੇ ਜਦੋਂ ਸਾਨੂੰ ਇਹ ਸੇਵਾ ਵਰਡ ਦਿੱਤਾ, ਦੈਟ ਮੀਨਸ ਜਦੋਂ ਤੁਸੀਂ ਕਿਸੇ ਨੂੰ ਕੁਛ ਦਿੰਦੇ ਹੋ ਆਪਣੀ ਕਮਾਈ 'ਚੋਂ ਜਾਂ ਆਪਣੇ ਦਸਵੰਧ 'ਚੋਂ, then the feeling you should have inside is not ki I'm giving something, but it's like I'm taking the blessings from them. It's not you who is actually doing something good for somebody else. It's something the other person is giving you. He's giving you an opportunity to actually be more humble. ਜਦੋਂ ਗੁਰੂ ਸਾਹਿਬ ਸਾਖੀ ਹੈਗੀ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਦੋਂ ਉਹਨਾਂ ਨੂੰ ਸੰਗਤ ਨੇ ਦੇਖਿਆ ਸੀ ਉਹ ਬਾਲ ਜੋੜੇ ਝਾੜ ਰਹੇ ਸਨ, ਦੈਨ ਪੰਜੇ ਪਾਤਸ਼ਾਹ ਆਮ ਸੌਰੀ ਗੁਰੂ, ਅਤੇ this actually symbolizes the thing that when you actually do seva, it's not about like how big you are, ਤੁਹਾਡੇ ਕੋਲ ਕਿੰਨਾ ਹੈਗਾ ਅਤੇ ਤੁਸੀਂ ਕਿੰਨਾ ਉਹਦੇ 'ਚੋਂ ਨਿਕਾਲ ਕੇ ਕਿਸੇ ਦੀ ਹੈਲਪ ਕਰ ਸਕਦੇ ਹੋ। ਇਟਸ ਅਬਾਊਟ ਕਿ ਤੁਸੀਂ ਕਿੰਨੀ ਕਿਸੇ ਤੋਂ ਹੈਲਪ ਲੈ ਸਕਦੇ ਹੋ, ਬੀਇੰਗ ਮੋਰ ਨਿਮਾਣਾ, ਬੀਇੰਗ ਮੋਰ ਹੰਬਲ। ਅਤੇ ਗੁਰੂ ਸਾਹਿਬ ਸਾਨੂੰ ਇਹ ਚੀਜ਼ ਦੱਸਦੇ ਨੇ, ਮਨ ਨੀਵਾ ਮਤ ਉੱਚੀ। ਇੱਕ
again there are many stories actually ਬੜੀ ਪੌਰਾਣਿਕ ਕਥਾ ਹੈਗੀਆਂ ਨੇ ਤੇ there are ways to explain this ਇੱਕ ਵਾਰੀ ਬੜੇ ਪੁਰਾਤਨ ਕੀਰਤਨੀਏ ਹੋਏ ਨੇ ਉਹ ਕਥਾ ਕਰ ਰਹੇ ਸਨ and then generally they used the examples from different sadhus and then they used to actually tell that ਤੇ ਇੱਕ ਇੱਦਾਂ ਦੀ I remember the story ਤੇ ਇੱਕ ਵਾਰੀ ਇੱਕ ਰਾਜਾ ਜਿਹੜਾ ਹੈਗਾ ਇੱਕ ਸਾਧੂ ਕੋਲ ਜਾਂਦਾ ਹੈ and then ਉਹਨੂੰ ਕਹਿੰਦਾ ਕਿ ਮੈਨੂੰ ਰੱਬ ਦੇ ਦਰਸ਼ਨ ਕਰਾਓ ਐਂਡ ਕਾਫੀ ਮਾਇਆ ਲੈ ਕੇ ਜਾਂਦਾ ਹੈ ਐਵਰੀਥਿੰਗ ਸਾਧੂ ਆਪਣੇ ਧਿਆਨ 'ਚ ਹੁੰਦਾ ਹੈ ਉਹ ਸੁਣਦਾ ਨਹੀਂ ਹੈ ਹੀ ਟੈਲਸ ਅਗੇਨ ਕਿ ਮੈਨੂੰ ਰੱਬ ਦੇ ਦਰਸ਼ਨ ਕਰਾਓ ਤੇ ਸਾਧੂ ਨੂੰ ਲੱਤ ਮਾਰਦਾ ਹੈ ਉਹ ਥੱਲੇ ਗਿਰ ਜਾਂਦਾ ਜ਼ਮੀਨ 'ਤੇ ਬਟ ਰਾਜਾ ਨੂੰ ਪਤਾ ਹੁੰਦਾ ਹੈ ਕਿ ਸਾਧੂ ਬੜਾ ਪਰਾਕਰਮੀ ਹੈਗਾ ਦੈਨ ਹੀ ਆਪਣਾ ਗੁੱਸਾ ਅੰਦਰ ਰੱਖ ਕੇ ਹੀ ਗੋਜ਼ ਬੈਕ the next day he comes with more maya with more hathi and ਘੋੜੇ and give it to the sadhu and ask him the same thing ਕਿ ਉਹਨੂੰ ਰੱਬ ਦੇ ਦਰਸ਼ਨ ਕਰਾਓ ਸਾਧੂ ਫਿਰ ਉਹਨੂੰ ਥੱਲੇ ਲੱਤ ਮਾਰ ਕੇ ਥੱਲੇ ਗਿਰਾ ਦਿੰਦਾ this continues goes on and on ਹੁਣ ਜਦੋਂ ਲਾਸਟ ਟਾਈਮ ਰਾਜਾ ਆਉਂਦਾ ਹੈ ਉਹ ਆਪਣਾ ਸਾਰਾ ਰਾਜਪਾਟ ਸਾਰਾ ਕੁਝ ਦੇ ਦਿੰਦਾ ਹੈ ਐਂਡ ਹੀ ਬਿਕਮਸ ਅ ਭਿਖਾਰੀ ਐਂਡ ਦੈਨ ਹੀ ਅਗੇਨ ਆਸਕਸ ਦ ਸੇਮ ਥਿੰਗ ਸਾਧੂ ਨੂੰ ਸਾਧੂ ਫਿਰ ਉਹਨੂੰ ਲੱਤ ਮਾਰ ਕੇ ਥੱਲੇ ਗਿਰਾ ਦਿੰਦਾ ਹੁਣ ਉਹ ਰੁਆਸਾ ਜਿਹਾ ਹੋ ਜਾਂਦਾ ਹੈ ਪੁੱਛਦਾ ਹੈ ਸਾਧੂ ਨੂੰ ਕਿ ਮੈਂ ਤੁਹਾਨੂੰ ਆਪਣਾ ਸਾਰਾ ਕੁਝ ਦੇ ਦਿੱਤਾ ਫਿਰ ਵੀ ਤੁਸੀਂ ਮੈਨੂੰ ਰੱਬ ਦੇ ਦਰਸ਼ਨ ਕਿਉਂ ਨਹੀਂ ਕਰਾਉਂਦੇ ਸਾਧੂ ਮੁਸਕਰਾ ਕੇ ਕਹਿੰਦਾ ਹੈ ਉਹ ਭੋਲਿਆ ਦ ਵੈਰੀ ਫਰਸਟ ਡੇ ਯੂ ਕੇਮ ਹੇਅਰ ਮੈਂ ਤੈਨੂੰ ਉਸ ਟਾਈਮ ਰੱਬ ਕੋਲ ਭੇਜਿਆ ਸੀ ਕਹਿੰਦਾ ਤੁਸੀਂ ਤਾਂ ਮੈਨੂੰ ਲੱਤ ਮਾਰ ਕੇ ਥੱਲੇ ਗਿਰਾਤਾ ਸੀ ਕਹਿੰਦੇ ਉਹੀ ਤਾਂ ਜਿਸ ਦਿਨ ਤੇਰੀ ਮੱਤ ਜਿਹੜੀ ਹੈਗੀ ਹੈ ਉਹ ਥੱਲੇ ਚੱਲਦੀ ਹੋਈ ਚੀਟੀ ਦੇ ਪੈਰ ਦੇ ਥੱਲੇ ਹੋਏਗੀ ਜਦੋਂ ਤੇਰੀ ਮੱਤ ਇੰਨੀ ਨੀਵੀਂ ਹੋਏਗੀ ਤੈਨੂੰ ਰੱਬ ਆਪੇ ਮਿਲ ਜਾਣਾ ਹਾਂਜੀ ਜਿਹੜਾ ਵੰਡ ਛਕਣਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਿਲਰ ਦਿੱਤਾ ਹੈ ਮੈਂ ਸਮਝਦਾ ਜਿਹੜਾ ਕਿਰਤ ਕਰਨਾ ਅਤੇ ਨਾਮ ਜਪਣਾ ਬੰਦੇ ਦਾ ਸ਼ਖਸੀ ਨਿੱਜੀ ਆਪਣਾ ਜੀਵਨ ਵਿਹਾਰ ਦਾ ਕੰਮ ਹੈ ਕਰਮ ਹੈ ਜਿਹੜਾ ਬੰਦਾ ਕਰਦਾ ਹੈ ਕਿਰਤ ਕਰਦਾ ਹੈ ਆਪਣੇ ਲਈ ਕਰਦਾ ਹੈ ਨਾਮ ਜਪਦਾ ਆਪਣੇ ਲਈ ਜਪਦਾ ਹੈ ਅਤੇ ਜਿਹੜਾ ਵੰਡ ਛਕਣਾ ਹੈ ਇਹ ਸੰਸਾਰ ਲਈ ਹੈ ਜੋ ਤੂੰ ਕੀਤਾ ਹੈ ਕਮਾਇਆ ਹੈ ਤੂੰ ਇਹਦੇ ਵਿੱਚੋਂ ਕੁਛ ਦੇ ਅਤੇ ਦੇਏਗਾ ਤਾਂ ਤੇਰੇ ਵਿੱਚੋਂ ਦਇਆ ਪੈਦਾ ਹੋਏਗੀ ਦਇਆ ਦਾ ਜਿਹੜਾ ਗੁਣ ਆ ਉਹ ਵਿਕਾਸ ਵਿੱਚ ਆਏਗਾ ਅਤੇ ਦਇਆ ਧਰਮ ਦਾ ਪੁੱਤਰ ਹੈ ਦਇਆ ਅਤੇ ਧਰਮ ਉੱਥੇ ਹੈ ਜਿੱਥੇ ਦਇਆ ਹੈ ਅਤੇ ਜਿੰਨਾ ਚਿਰ ਤੁਸੀਂ ਕਿਸੇ ਨੂੰ ਕੁਛ ਆਪਣੇ ਜੀਵਨ 'ਚੋਂ ਕਿਸੇ ਨੂੰ ਦਿੰਦੇ ਨਹੀਂ ਹੈ ਅਤੇ ਧਰਮ ਦਾ ਉੱਥੇ ਪੈਦਾ ਹੋਣਾ ਧਰਮ ਦਾ ਉੱਥੇ ਜੀਵਨ ਦਾ ਝਲਕਾਰਾ ਪੈਣਾ ਜੀਵਨ 'ਚੋਂ ਕਦੇ ਨਹੀਂ ਹੋ ਸਕਦਾ ਅਤੇ ਦੂਜੀ ਗੱਲ ਦਾਨ ਸਾਨੂੰ ਦੇਣਾ ਕਿੱਥੇ ਚਾਹੀਦਾ ਹੈ ਮਹਾਰਾਜ ਨੇ ਅਕਲੀ ਸਾਹਿਬ ਸੇਵੀਏ ਅਕਲੀ ਕੀਚੈ ਦਾਨ ਇਹ ਸਾਨੂੰ ਜਿਵੇਂ ਭੈਣ ਜੀ ਕਹਿੰਦੇ ਸੀ ਅਸੀਂ ਬੱਚਿਆਂ ਨੂੰ ਪੜ੍ਹਾਉਣ ਡਏ ਹਾਂ ਇਹ ਬਹੁਤ ਵਧੀਆ ਗੱਲ ਹੈ ਕਿਸੇ ਨੂੰ ਤੁਸੀਂ ਖਾਣ ਲਈ ਪਦਾਰਥ ਦੇ ਸਕਦੇ ਉਹਦਾ 1 ਦਿਨ ਦਾ 2 ਦਿਨ ਦਾ ਰੋਟੀ ਦਾ ਕੰਮ ਚੱਲ ਸਕਦਾ ਹੈ ਪਰ ਜੇਕਰ ਤੁਸੀਂ ਕਿਸੇ ਦੀ ਵਿੱਦਿਆ 'ਤੇ ਉਹਦੇ ਗਿਆਨ 'ਤੇ ਵਿਕਾਸ 'ਤੇ ਤੁਸੀਂ ਪੈਸਾ ਲਾਉਂਦੇ ਹੋ ਮੈਂ ਸਮਝਦਾ ਕਿ ਉਹ ਬੰਦੇ ਨੂੰ ਤੁਸੀਂ ਪੰਖ ਲਾ ਕੇ ਦੇਣ ਡਏ ਆ ਕਿ ਤੂੰ ਉੱਡ ਸਕੇਗਾ ਤੂੰ ਕੱਲ੍ਹ ਨੂੰ ਆਪਣੇ ਘਰ ਵੀ ਬਣਾ ਸਕੇਗਾ ਆਪਣੇ ਬੱਚੇ ਵੀ ਪਾਲ ਸਕੇਗਾ ਕਿਸੇ ਨੂੰ ਤੁਸੀਂ ਕੁਛ ਰਾਸ਼ਨ ਦਿੰਦੇ ਆ ਜਾਂ ਸੂਟ ਬੂਟ ਦਿੰਦੇ ਹੋ ਪਾ ਕੇ ਉਹਨੂੰ ਸੁੱਟ ਦੇਣੇ ਆ ਪਰ ਜਿਹੜੀ ਵਿੱਦਿਆ ਹੈ ਗਿਆਨ ਹੈ ਇਹ ਬੰਦੇ ਦੇ ਇੱਕ ਨਹੀਂ ਕਈ ਕੁੱਲਾਂ ਤਾਰਦਾ ਹੈ ਕਈ ਕੁੱਲਾਂ ਉੱਤੋਂ ਫਾਇਦਾ ਉਠਾਉਂਦੀਆਂ ਹੈ ਇਹ ਬਹੁਤ ਵਧੀਆ ਗੱਲ ਇਹਨਾਂ ਦੀ ਕਿ ਵਿੱਦਿਆ 'ਤੇ ਤੁਸੀਂ ਦਾਨ ਦਿੰਦੇ ਆ ਅਤੇ ਬਾਕੀ ਆ ਜਿਹੜੀ ਸੋਨੇ ਚੜ੍ਹਾਉਣ ਦੀ ਪੈਸੇ ਚੜ੍ਹਾਉਣ ਦੀ ਇਹ ਆ ਸਾਡੇ ਹਰੇਕ ਮਨ ਦੀ ਸ਼ਰਧਾ ਮੈਂ ਸਮਝਦਾ ਕਿ ਸਾਡੇ ਕੋਲ 1 ਰੁਪਈਆ ਦੇਣ ਲਈ ਹੈ ਅਸੀਂ 1 ਰੁਪਈਆ ਹੀ ਦੇਵਾਂਗੇ 1 ਰੁਪਈਆ ਹੀ ਦੇਵਾਂਗੇ ਪਰ ਇਹ ਕਈਆਂ ਕੋਲ ਲੱਖ ਰੁਪਈਆ ਦੇਣ ਲਈ ਆ ਕਿ ਕੋਈ ਕਰੋੜ ਰੁਪਈਆ ਦੇਣ ਲਈ ਆ ਉਹ ਕਰੋੜ ਦਿੰਦਾ ਹੈ ਅਤੇ ਮੈਂ ਜਿਹੋ ਜਿਹੀ ਸੰਸਥਾ 'ਚ ਮੈਂ ਪੜ੍ਹ ਕੇ ਆਇਆ ਮੈਨੂੰ ਸਮਝਦਾ ਕਿ ਉਹ ਸੰਸਥਾ ਜਿਹੜੀ ਹੈ ਨਾ ਇੱਕ ਬੰਦੇ ਨੇ 8 ਕਰੋੜ ਰੁਪਈਆ ਦਾਨ ਦਿੱਤਾ ਸਿਰਫ ਵਿੱਦਿਆ ਲਈ ਉਹਨੇ ਆਪਣੇ ਨਾਂ ਤੋਂ ਕਦੇ ਜਣਾਇਆ ਹੀ ਨਹੀਂ ਕਿ ਮੈਂ ਇਹ ਦਾਨ ਦਿੱਤਾ ਇਹ ਤੋਂ ਪਿੱਛੋਂ ਉਹਨੇ 25-26 ਕਰੋੜ ਰੁਪਈਆ ਹੋਰ ਦਿੱਤਾ ਸਿਰਫ ਇੱਕ ਵਿੱਦਿਆ ਲਈ ਦਿੱਤਾ ਅਤੇ ਭਾਵੇਂ ਚਲੋ ਉਹਦੀ ਇੱਕ ਸਮਝਦਾ ਸ਼ਾਇਦ ਉਹਦਾ ਕਾਰੋਬਾਰ ਚਲੋ ਮੈਂ ਕਾਰੋਬਾਰ ਬਾਰੇ ਜਾਣਦਾ ਨਹੀਂ ਪਰ ਉਤੋਂ ਜਿਹੜੀ ਉਹ ਸੰਸਥਾ ਬਣੀ ਹੈ ਉਹਦੇ ਵਿੱਚੋਂ ਲੱਖਾਂ ਬੰਦਿਆਂ ਨੇ ਹਜ਼ਾਰਾਂ ਬੱਚਿਆਂ ਨੇ ਪੜ੍ਹ ਕੇ ਵੱਡਿਆਂ ਹੋਣਾ ਪੜ੍ਹਨਾ ਰੋਜੀ ਰੋਟੀ ਆਪਣੀ ਲੱਗਣਾ ਹੈ ਪਰ ਉਹਨੇ ਇੰਨਾ ਕਰੋੜ ਰੁਪਈਆ ਦਾਨ ਦੇ ਕੇ ਕੋਈ ਸੰਸਥਾ ਚਲਾ ਦਿੱਤੀ ਆ ਬਣਾ ਦਿੱਤੀ ਆ ਤਾਂ ਉਹਦਾ ਪੈਸਾ ਇੰਨਾ ਕੀਤਾ ਕੰਮ ਆ ਗਿਆ ਜੇਕਰ ਕੋਈ ਗੁਰੂ ਮਹਾਰਾਜ ਨੂੰ ਕੋਈ ਭੇਂਟ ਕਰਦਾ ਹੈ ਸੋਨੇ ਦੀ ਨਾ ਅਤੇ ਮਹਾਰਾਜ ਨਗੀਨੇ ਭੇਂਟ ਕਰਦਾ ਹੈ ਤਾਂ ਉਹ ਗੁਰੂ ਦੀ ਇੱਕ ਵਡਿਆਈ ਹੈ ਗੁਰੂ ਦੀ ਸ਼ਾਨੋ ਸ਼ੌਕਤ ਆ ਅਤੇ ਬਾਕੀ ਤੁਸੀਂ ਖੁਦ ਆਪਣੇ ਜੀਵਨ 'ਚ ਜਿੰਨੇ ਕੁ ਦੇਣ ਜੋਗੇ ਆ ਸ਼ਾਇਦ ਜਿਹੜਾ ਕਰੋੜ ਰੁਪਈਆ ਦਾ ਕੋਈ ਸਮਾਨ ਗੁਰੂ ਨੂੰ ਭੇਂਟ ਕਰ ਰਿਹਾ ਕੀ ਪਤਾ ਕਰੋੜ ਰੁਪਈਆ ਉਹਨੇ ਕਿਤੇ ਭੁੱਖਿਆਂ ਨੂੰ ਰੋਟੀ ਵੀ ਖਵਾਈ ਹੋਵੇਗੀ ਐਸੀ ਗੱਲ ਨਹੀਂ ਹੈ ਇਕੱਲਾ ਉਹ ਗੁਰੂ ਨੂੰ ਮਹਾਰਾਜ ਨੂੰ ਹੀ ਦੇਣ ਆਇਆ ਹੈ ਉਹਨੇ ਕੀ ਹੈ ਕਈਆਂ ਨੂੰ ਰੋਜ਼ ਪੇਟ 'ਚ ਵੀ ਪਾਇਆ ਹੋਊਗਾ ਪਰ ਸਾਨੂੰ ਇਹ ਹਮੇਸ਼ਾ ਹੀ ਜਿਹੜੀ ਪੋਜ਼ੀਟਿਵ ਜਿਹੜੀ ਥਿੰਕਿੰਗ ਆ ਉਹਦੇ ਨਾਲ ਚੱਲਣਾ ਚਾਹੀਦਾ ਨਾ ਕਿ ਹਮੇਸ਼ਾ ਨੈਗੇਟਿਵ ਹੀ ਗੱਲ ਨੂੰ ਲੈ ਕੇ ਭੱਜਣਾ ਚਾਹੀਦਾ ਸਾਨੂੰ ਕਿ ਪੋਜ਼ੀਟਿਵ ਦੇਖੀਏ ਪੋਜ਼ੀਟਿਵ ਸੰਸਾਰ ਹੁੰਦਾ ਕੀ ਹੈ
ਉਹਨੂੰ ਸਾਨੂੰ ਪ੍ਰਮੋਟ ਕਰਨਾ ਚਾਹੀਦਾ ਹੈ। ਅਤੇ ਵੰਡ ਛਕਣਾ ਇਹ ਸਾਡੇ ਇੱਕ ਪੰਥਕ, ਅੱਜ ਮੈਨੂੰ ਸ਼ਾਇਦ ਅਲੀਗੜ੍ਹ ਯੂਨੀਵਰਸਿਟੀ ਸੀ, ਉਹਦਾ VC ਬੋਲ ਰਿਹਾ ਸੀ। ਉਹ ਕਹਿੰਦਾ ਅੱਜ ਦੇ ਦੌਰ ਵਿੱਚ ਸਿੱਖੀਜ਼ਮ ਜਿਹੜਾ ਕਿਉਂ ਉੱਪਰ ਜਾ ਰਿਹਾ ਹੈ, ਇਹ ਹਰੇਕ ਥਾਂ ਇਹਦੀ ਪਹਿਚਾਣ ਕਿਉਂ ਬਣ ਰਹੀ ਹੈ, ਕਿਉਂ ਪਹਿਚਾਣ ਬਣ ਰਹੀ ਹੈ? ਉਹਦਾ ਪਹਿਚਾਣ ਦਾ ਇੱਕੋ ਕਾਰਨ ਹੈ, ਇਹ ਵੰਡ ਕੇ ਛਕਦੇ ਆ। ਇਹ ਜਿੱਥੇ ਵੀ ਮੁਸੀਬਤ ਬਣਦੀ ਆ ਅਤੇ ਆਪਣਾ ਸਾਰਾ ਕੁਛ ਉੱਤੋਂ ਵਾਰਨ ਤੱਕ ਜਾਂਦੇ ਆ। ਇਹ ਗੁਰੂ ਨੇ ਸਾਨੂੰ ਤੀਜਾ ਪਿਲਰ ਦਿੱਤਾ ਹੈ, ਇਹ ਸੰਸਾਰ ਲਈ ਦਿੱਤਾ ਹੈ। ਇਹ ਇਕੱਲਾ ਮਨੁੱਖ ਨੂੰ ਨਹੀਂ ਦਾਨ ਦਿੱਤਾ ਜਾਂਦਾ, ਇੱਥੇ ਇੱਕ ਜੀਵ 'ਤੇ ਵੀ ਦਾਨ ਕਰਕੇ, ਦਇਆ ਕਰਕੇ ਉਹਦੇ ਉੱਤੇ ਦਾਨ ਕੀਤਾ ਜਾਂਦਾ ਹੈ। ਇੱਥੇ ਇੱਕ ਰੁੱਖ ਬੂਟਾ ਲਾ ਕੇ ਧਰਤੀ 'ਤੇ ਵੀ ਦਾਨ ਕੀਤਾ ਜਾਂਦਾ। ਨਹੀਂ ਲੋਕ ਤਾਂ ਵੱਢੀ ਜਾਂਦੇ ਆ ਨਾ, ਹਵਾ ਨੂੰ ਸਾਫ਼ ਕਰਕੇ ਇਹ 'ਤੇ ਵੀ ਦਾਨ ਕੀਤਾ ਜਾਂਦਾ ਹੈ। ਅਸੀਂ ਪ੍ਰਦੂਸ਼ਣ ਨਾ ਕਰੀਏ, ਸਾਰਾ ਕੁਛ ਇਹ ਦਾਨ ਦੇ ਵਿੱਚ ਬਹੁਤ ਕੁਛ ਆਉਂਦਾ। ਇਕੱਲਾ ਪੈਸਾ ਨਹੀਂ ਦਾਨ ਹੁੰਦਾ, ਦਾਨ ਦੇ ਵਿੱਚ ਜੀਵਨ ਸਮਰਪਿਤ ਕਰਨਾ ਹੈ ਇੱਕ ਸੰਸਾਰ ਬਾਰੇ, ਸੰਸਾਰ ਦੇ ਹਰੇਕ ਜੀਵ ਬਾਰੇ, ਕਾਇਨਾਤ ਬਾਰੇ। ਇਹ ਸਤਿਗੁਰੂ ਮਹਾਰਾਜ ਨੇ ਸਾਨੂੰ ਇਹ ਦਾਨ ਦੀ ਜਿਹੜੀ ਵੱਡੀ ਹੈ, ਬਹੁਤ ਵੱਡਾ ਪਿਲਰ ਦਿੱਤਾ ਹੈ। ਜੇ ਤੁਸੀਂ ਲੋਕਾਂ ਸੰਸਾਰ ਵਾਸਤੇ ਕੀ ਕਰ ਸਕਦੇ ਹੋ, ਉਹ ਦਾਨ ਦੇ ਵਿੱਚ ਹੀ ਕਰ ਸਕਾਂਗੇ। ਉਹ ਪੈਸਾ ਹੋਵੇ, ਜੀਵਨ ਵਿੱਚ ਗਿਆਨ ਦਾ ਦਾਨ ਹੋਵੇ, ਸੰਸਾਰ 'ਤੇ ਕੋਈ ਰੁੱਖ ਬੂਟਾ ਲਾਉਣ ਦਾ ਦਾਨ ਹੋਵੇ, ਕੁਛ ਵੀ ਹੋਵੇ, ਇਹ ਗੱਲ ਵੱਡੀ ਹੈ। ਇਹਦੇ ਨਾਲ ਹੀ ਸਾਡੀ ਸਿੱਖ ਕੌਮ ਦੀ, ਸਾਡੇ ਜੀਵਨ ਦੀ ਜਿਹੜੀ ਹੈ ਇੱਥੋਂ ਪਹਿਚਾਣ ਬਣਦੀ ਆ। ਉੱਦਾਂ ਤਾਂ ਹਰੇਕ ਕਿਰਤ ਆਪਣੀ ਨਿੱਜੀ ਲਈ ਕਰਦਾ ਹੈ, ਨਾਮ ਆਪਣੇ ਨਿੱਜ ਲਈ ਜਪਦਾ ਹੈ। ਤਾਂ ਇਹ ਸਾਂਝੀ ਵਾਲਦਾ ਦਾ ਸਾਡਾ ਇਹ ਸਿਧਾਂਤ ਹੈ ਅਤੇ ਸਿੱਖ ਨੂੰ ਇਹ ਫੋਲੋ ਕਰਨਾ ਚਾਹੀਦਾ ਹੈ। ਬਹੁਤ ਅਕਲ ਦੇ ਨਾਲ, ਅਕਲ ਦੇ ਨਾਲ ਨਾ ਮਾਰੇ ਅਕਲੀ ਸਾਹਿਬ ਸੇਵੀ ਅਕਲੀ ਕੀਚੇ ਦਾਨ। ਅਤੇ ਇਹ ਮੇਰੀ ਬੇਨਤੀ ਹੈ। ਸਭ ਤੋਂ ਅਖੀਰੇ ਦਾਸ ਬੋਲ ਰਿਹਾ ਹੈ, ਮਾਫ਼ ਕਰਨਾ ਇਹ, ਕਿਉਂਕਿ ਨਾਮ ਜਪਣ ਦਾ ਜਿਹੜਾ ਕੌਨਸੈਪਟ ਹੈਗਾ ਜੀ, ਉਹ ਹੈਗਾ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋਗੇ, ਸਹਿਜ ਪਾਠ ਕਰੋਗੇ ਤਾਂ ਹੀ ਤੁਹਾਨੂੰ ਨਾਮ ਦਾ ਕੌਨਸੈਪਟ ਸਮਝਾਉਣਾ। ਜਿਹੜਾ ਹੁਣ ਵੰਡ ਕੇ ਛਕਣਾ, ਉਹਦੇ ਵਿੱਚ ਵੀ 2 ਕੌਨਸੈਪਟ ਹੈਗੇ ਆ, ਇੱਕ ਤੇ ਧਨ ਦੇ ਰੂਪ ਵਿੱਚ, ਇੱਕ ਆਪਣੇ ਐਕਸਪੀਰੀਅੰਸ ਵਿੱਚ ਜਿਹੜੇ ਗੁਰਬਾਣੀ 'ਚ ਐਕਸਪੀਰੀਅੰਸ ਹੈਗੇ ਉਹ ਸ਼ੇਅਰ ਕਰਨ ਨਾਲ ਵੀ ਤੁਸੀਂ ਵੰਡ ਕੇ ਛਕਣੇ ਵਾਲੇ ਕੰਮ ਕਰ ਰਹੇ ਆ। ਜਿੱਦਾਂ ਤੁਹਾਡੇ ਨਾਲ ਨਾਮ ਜਪਦੇ ਆ, ਜਿੱਦਾਂ ਤੁਹਾਡੇ ਨਾਲ ਕੁਛ ਐਕਸਪੀਰੀਅੰਸ ਕੋਈ ਵਾਪਰਦਾ, ਜੇ ਅਗਰ ਦੂਸਰੇ ਨੂੰ ਜੇ ਅਗਰ ਉਹਦਾ ਫਾਇਦਾ ਮਿਲਦਾ ਵਾ ਤਾਂ ਤੁਸੀਂ ਉਹਨੂੰ ਸ਼ੇਅਰ ਕਰੋ, ਤਾਂ ਬਹੁਤ ਚੰਗੀ ਗੱਲ ਹੈ। ਅਤੇ ਦੂਜਾ ਸਿੱਖ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ, ਜੋ ਕਿ ਸਿੱਖ ਚੈਨਲ ਲੇਟ ਵੱਲੋਂ ਜੋ ਕਿ ਰਿਮੋਟ ਏਰੀਆ ਵਿੱਚ, ਨੇਪਾਲ ਦੇ ਰਿਮੋਟ ਏਰੀਆ ਵਿੱਚ ਜੋ ਕਿ ਗੁਰਦੁਆਰਾ ਸਾਹਿਬ ਖੋਲ੍ਹਿਆ ਗਿਆ ਹੈ ਸਿੱਖ ਚੈਨਲ ਲੇਟ ਵੱਲੋਂ, ਉਹਨਾਂ ਦਾ ਅਤੀ ਸ਼ਲਾਘਾਯੋਗ ਕਦਮ ਹੈ। ਇਹਦੇ ਲਈ ਵੀ ਧੰਨਵਾਦ ਹੈ। ਅੱਜ ਬਹੁਤ ਵਧੀਆ ਲੱਗਾ ਕਿ ਜਿਹੜੇ ਬਹੁਤ ਵਿਸ਼ਾ ਜਿਹੜਾ ਸੀ ਚੰਗਾ ਸੀ, ਇੱਦਾਂ ਦੇ ਵਿਸ਼ੇ ਜ਼ਰੂਰ ਲੈ ਕੇ ਆਉਣੇ ਚਾਹੀਦੇ ਨੇ। ਜਦੋਂ ਕਿ ਕਦੋਂ ਆਪਾਂ ਕੋਈ ਵਿਚਾਰਾਂ ਕਰਾਂਗੇ, ਵਿਚਾਰਾਂ 'ਚ ਵਿਚਾਰਾਂ ਮਿਲ ਕੇ ਕੋਈ ਨਾ ਕੋਈ ਸੋਲੂਸ਼ਨ ਜਿਹੜਾ ਉਹ ਲੱਭਦਾ ਹੈਗਾ। ਜਿੱਦਾਂ ਭਾਈ ਸਾਹਿਬ ਨੇ ਬਹੁਤ ਵਧੀਆ ਢੰਗ ਦੇ ਨਾਲ, ਵਿਸਤਾਰ ਨਾਲ ਆਪਣੇ ਜਿਹੜੇ ਜੋ ਵੀ ਉਹਨਾਂ ਦੀ ਮੱਤ ਸੀਗੀ ਗੁਰੂ ਸਾਹਿਬ ਨੇ ਦਿੱਤੀ, ਉਹਦੇ ਮੁਤਾਬਕ ਉਹਨਾਂ ਨੇ ਹਰ ਇੱਕ ਨੇ ਵਧੀਆ ਆਪਣੇ ਜਿਹੜੇ ਦੱਸੇ ਨੇ। ਜਿੱਦਾਂ ਕਿ ਵੰਡ ਕੇ ਛਕਣਾ, ਇਹ ਵੀ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਸੀ ਸਾਡਾ, ਉਹਦੇ 'ਤੇ ਅੱਜ ਪਹਿਰਾ ਵੀ ਦੇ ਰਹੇ ਨੇ। ਬੈਲਜੀਅਮ ਦੀ ਧਰਤੀ ਤੋਂ ਵੀ ਸ਼ੁਰੂ ਹੋ ਗਿਆ ਇਹ ਕਾਰਜ ਜਿਹੜਾ ਆ, ਸ਼ੁਰੂ ਹੋ ਗਿਆ। ਜਿੱਦਾਂ ਇਹ ਮੈਸੇਜ ਹੋਰ ਜਿੱਦਾਂ ਇੱਦਾਂ ਦੇ ਡਿਸਕਸ਼ਨ ਹੋਣੇ ਚਾਹੀਦੇ ਨੇ ਪ੍ਰੋਗਰਾਮ, ਤਾਂ ਕਿ ਕਈਆਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਕੀ ਪ੍ਰੋਗਰਾਮ ਹੋਣੇ ਚਾਹੀਦੇ ਨੇ, ਕਿੱਦਾਂ ਸਾਡਾ। ਕਈਆਂ ਨੂੰ ਨਹੀਂ ਸੀ ਪਤਾ, ਉਹ ਵੀ ਚੱਲ ਪਏ ਨੇ ਸਾਡੇ ਨਾਲ। ਭਾਈ ਸਾਹਿਬ ਭਾਈ ਕਮਲਜੀਤ ਸਿੰਘ ਬੈਠੇ ਨੇ, ਇਹਨਾਂ ਨੇ ਵੀ ਇਹ ਉਪਰਾਲਾ ਸ਼ੁਰੂ ਕਰ ਦਿੱਤਾ ਹੈ। ਇੱਕ ਆਪਣੇ ਸਿੱਖ ਧਰਮ ਦੀ ਪਹਿਚਾਣ ਦੱਸਣੀ, ਸਿਰ 'ਤੇ ਦਸਤਾਰ, ਚੁੰਨੀਆਂ, ਬੱਚਿਆਂ ਦੇ ਜੂੜੇ, ਰੁਮਾਲ, ਉਹ ਇਹਨਾਂ ਦੇ ਵਿੱਚ ਆਪਾਂ 20-25 ਸਾਲ 50 ਸਾਲ ਤੋਂ ਰਹਿ ਰਹੇ ਹਾਂ, ਆਪਾਂ ਨੂੰ ਨਹੀਂ ਸੀ ਦੱਸ ਸਕੇ, ਲੇਕਿਨ ਹੁਣ ਇਹਨਾਂ ਸਕੂਲਾਂ ਦੇ ਵਿੱਚ ਜਾ ਕੇ ਸ਼ੁਰੂ ਕਰਤਾ। ਬਹੁਤ ਚੰਗਾ ਲੱਗਾ। ਇੱਦਾਂ ਜਿਹੜਾ ਤੁਸੀਂ ਅੱਜ ਪ੍ਰੋਗਰਾਮ ਇੱਥੇ ਰੱਖਿਆ, ਉਹ ਸਿੱਖ ਚੈਨਲ ਦੇ ਜ਼ਰੀਏ ਬਹੁਤ ਦੁਨੀਆ ਤੱਕ ਇਹ ਆਵਾਜ਼ ਜਾਏਗੀ। ਔਰ ਬੜੇ ਸੁਚੱਜੇ ਢੰਗ ਨਾਲ ਭਾਈ ਸਾਹਿਬ ਨੇ ਵੀ ਬਿਆਨ ਕੀਤਾ, ਸਾਰਿਆਂ ਨੇ ਸਤਿਕਾਰਯੋਗ ਆਪਣੇ ਮਤ ਦੇ ਮੁਤਾਬਕ ਦੱਸਿਆ। ਅਤੇ ਉਹਦੇ ਨਾਲ ਜਿਹੜਾ ਤੁਸੀਂ ਗੱਲ ਕਰਦੇ ਸੀਗੇ ਵੀ ਜਿੱਦਾਂ ਪਾਠ ਕਰਨਾ, ਪਾਠ ਕਰਕੇ ਕੋਈ ਦੇਖੇ ਉਹਨੂੰ ਫੇਰ ਹੀ ਪਤਾ ਲੱਗ ਸਕਦਾ। ਸ਼ੁਰੂ ਕਰੋ, ਜਿਹਨੇ ਨਹੀਂ ਵੀ ਕੀਤਾ ਉਹ ਸ਼ੁਰੂ ਕਰੇ। ਉਹ ਸ਼ੁਰੂ ਕਰਕੇ ਕਿਸੇ ਵੀ ਤਰੀਕੇ ਨਾਲ ਕਰੇ, ਉਹ ਤੋਤਾ ਰਟਣ ਕਰੇ ਜਾਂ ਘਰ ਬਹਿ ਕੇ ਕਰੇ ਜਾਂ ਗੁਟਕਾ ਸਾਹਿਬ ਤੋਂ ਕਰੇ ਜਾਂ ਇਸ਼ਨਾਨ ਕਰਦੇ ਕਰੇ, ਪਰ ਕਰਕੇ ਦੇਖ ਲਏ, ਇੱਧਰ ਨੂੰ ਤੁਰ ਪਏ, ਉਹਨੂੰ ਉਹਦਾ ਆਪਣੇ ਆਪ ਹੀ ਅਸਰ ਜਿਹੜਾ ਹੈ ਉਹ ਜ਼ਰੂਰ ਮਹਿਸੂਸ ਹੋ ਜਾਊਗਾ। ਕਿਉਂਕਿ ਦਾਸ ਨਾਲੇ ਬੀਤੀਆਂ ਨੇ, ਆਪਾਂ ਵੀ ਇੱਧਰੋਂ ਸ਼ੁਰੂ ਕੀਤਾ ਸੀ, ਪਹਿਲਾਂ ਅਸੀਂ ਵੀ ਅਣਜਾਣ ਸੀਗੇ, ਪਰ ਜਦੋਂ ਇਸ ਪਾਸੇ ਨੂੰ ਅਸੀਂ ਤੁਰੇ ਹਾਂ ਅਤੇ ਮਾਲਕ ਨੇ ਬੁਲੰਦੀਆਂ ਤੱਕ ਲਈ ਜਾਣ ਦੇ, ਸਾਨੂੰ ਪੈਰੋਂ ਪੈਰ ਸਾਨੂੰ ਇੱਜ਼ਤ ਮਾਣ ਸ਼ੌਕਤ ਸ਼ਾਨ ਹਰ ਚੀਜ਼ ਮਿਲ ਰਹੀ ਹੈ। ਇਹ ਸਾਰੀ ਵਡਿਆਈ ਗੁਰੂ ਸਾਹਿਬ ਨੂੰ ਮੈਂ ਦਿੰਦਾ, ਕਿਉਂਕਿ ਗੁਰੂ ਸਾਹਿਬ ਦੇ ਲੜ ਲੱਗੇ ਹਾਂ, ਅੱਜ ਸਾਨੂੰ ਸਾਰਾ ਕੁਝ ਮਿਲ ਰਿਹਾ। ਅਤੇ ਇਹ ਬਹੁਤ ਵਧੀਆ ਤੁਹਾਡਾ ਯੋਗ ਉਪਰਾਲਾ ਹੈਗਾ, ਜਿਹੜੀ ਹੋਲੈਂਡ ਦੀ ਧਰਤੀ ਤੁਸੀਂ ਸ਼ੁਰੂ ਕੀਤਾ ਹੈਗਾ। ਇੱਦਾਂ ਦੇ ਜ਼ਰੂਰ ਪ੍ਰੋਗਰਾਮ ਕਰੋ ਤਾਂ ਕਿ ਦੁਨੀਆ ਨੂੰ ਜਾਗਰਤ ਆਵੇ। ਆਪਾਂ ਕਿਸੇ ਵਾਦ ਵਿਵਾਦ 'ਚ ਨਹੀਂ ਪੈਣਾ, ਪਰ ਜਿਹੜੀ ਚੰਗਾ ਗੁਣ ਹੈ, ਚੰਗੀ ਗੱਲ ਹੈ, ਉਹਨੂੰ ਆਪਾਂ ਪੱਲੇ ਬੰਨ੍ਹ ਕੇ ਉਹਦੇ ਨਾਲ ਕਈ ਪ੍ਰਾਣੀਆਂ ਦਾ ਹੋਰ ਵੀ ਭਲਾ ਹੋ ਸਕਦਾ। ਅਤੇ ਇੰਨੀਆਂ ਕਿ 10 ਬੇਨਤੀਆਂ ਕਰਦੇ ਹਾਂ ਸਿੱਖ ਚੈਨਲ ਸਾਰੀ ਹੋਲੈਂਡ ਦੀ ਅਤੇ ਬੈਲਜੀਅਮ ਦੀ ਧਰਤੀ 'ਤੇ ਜਿੰਨੇ ਵੀ ਆਪਣੇ ਪੰਜਾਬੀ ਵੀਰ ਨੇ ਜਿਹੜੇ ਇਹਨਾਂ ਉਪਰਾਲਿਆਂ ਦੇ ਵਿੱਚ ਯੋਗਦਾਨ ਪਾ ਰਹੇ ਨੇ, ਹਿੱਸਾ ਲੈ ਰਹੇ ਨੇ,
ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਂਡ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਟਿਖਟਿੰਗ ਸਿੱਖਿਜ਼ਮ ਐਂਡ ਕਲਚਰ ਵੱਲੋਂ ਅਸੀਂ ਇਹ ਜੋ ਉਪਰਾਲਾ ਕਰ ਰਹੇ ਹਾਂ ਉਹ ਅਸੀਂ ਇਸ ਕਰਕੇ ਹੀ ਕਰ ਰਹੇ ਹਾਂ ਕਿਉਂਕਿ ਜਿਹੜੀ ਇੱਥੋਂ ਦੀ ਯੂਥ ਆ ਉਹ ਕਈ ਪ੍ਰੋਬਲਮਸ ਫੇਸ ਕਰਦੀ ਸੀਗੀ, ਜਿੱਦਾਂ ਬੱਚਿਆਂ ਨੇ ਕੇਸ ਵਾਲ ਲੰਬੇ ਰੱਖਣੇ ਤੇ ਇੱਥੇ ਗੋਰਿਆਂ ਨੂੰ ਨਹੀਂ ਪਤਾ ਸੀ। ਤਾਂ ਅਸੀਂ ਹੁਣ ਇਹ ਉਪਰਾਲਾ ਇਸ ਕਰਕੇ ਕਰਦੇ ਕਿ ਅਸੀਂ ਸਕੂਲਾਂ ਵਿੱਚ ਜਾ ਕੇ ਸਪਰੇਕ ਬਿਰਤ ਜਿਹਨੂੰ ਕਹਿੰਦੇ ਪ੍ਰੈਜੈਂਟੇਸ਼ਨ ਦਈਏ ਤਾਂ ਕਿ ਬੱਚਿਆਂ ਨੂੰ ਉਹ ਬੁਲੀ ਨਾ ਕਰਨ ਨਿਆਣਿਆਂ ਨੂੰ ਕਿ ਕਿਉਂ ਤੁਸੀਂ ਕੇਸ ਲੰਬੇ ਰੱਖਦੇ ਆ, ਤੁਸੀਂ ਕੁੜੀ ਆ, ਕੋਈ ਮੁੰਡਿਆਂ ਨੂੰ ਪੁੱਛਦੇ ਜਿੱਦਾਂ। ਉਹ ਚੀਜ਼ ਵਾਸਤੇ ਵੀ ਅਸੀਂ ਉਪਰਾਲਾ ਕਰਨਾ ਚਾਹੁੰਦੇ ਹਾਂ। ਗਾਂ ਅਸੀਂ ਇੱਕ ਪ੍ਰੋਜੈਕਟ ਸ਼ੁਰੂ ਕਰਨਾ ਚਾਹੁੰਦੇ ਕਿ ਭਗਤ ਪੂਰਨ ਸਿੰਘ ਬਾਰੇ ਜੀ ਅਸੀਂ ਕਿਤਾਬ ਲਿਖਣਾ ਚਾਹੁੰਦੇ ਹਾਂ ਡੱਚ ਦੇ ਵਿੱਚ, ਅਤੇ ਜਿੰਨੀ ਵੀ ਤੁਸੀਂ ਸਾਡੀ ਹੈਲਪ ਕਰ ਸਕਦੇ ਆ ਉਹ ਸਾਨੂੰ ਉਸ ਦੀ ਲੋੜ ਹੈਗੀ ਆ। ਤਾਂ ਅਸੀਂ ਇਹ ਨਹੀਂ ਕਹਿਣਾ ਚਾਹੁੰਦੇ ਕਿ ਅਸੀਂ ਇਹ ਕਰ ਰਹੇ ਹਾਂ, ਇਹ ਸਾਡੇ ਤੋਂ ਗੁਰੂ ਮਹਾਰਾਜ ਖੁਦ ਕਰਾ ਰਹੇ ਆ। ਅਤੇ ਮੈਂ ਅੱਜ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਜਿਨ੍ਹਾਂ ਨੇ ਡਿਸਕਸ਼ਨ ਵਿੱਚ ਹਿੱਸਾ ਲਿਆ ਆ। ਅਤੇ ਗਾਂ ਵੀ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਚਾਹੇ ਤੁਸੀਂ ਕੇਸਧਾਰੀਆਂ, ਚਾਹੇ ਤੁਸੀਂ ਸਹਿਜਧਾਰੀਆਂ, ਚਾਹੇ ਤੁਸੀਂ ਅੰਮ੍ਰਿਤਧਾਰੀਆਂ, ਤੁਸੀਂ ਇੱਦਾਂ ਦੇ ਡਿਸਕਸ਼ਨ 'ਚ ਜ਼ਰੂਰ ਹਿੱਸਾ ਲਿਆ ਕਰੋ ਕਿਉਂਕਿ ਇਹ ਹੀ ਸਾਡੀ ਸੰਗਤ ਆ। ਅਤੇ ਇਹਦੇ ਨਾਲ ਹੀ ਫਿਰ ਆਪਣੀ ਸਿੱਖੀ ਦੀ ਥੋੜ੍ਹੀ ਜਿਹੀ ਬਾਹਰ ਨੂੰ ਜਾਗਰੂਕਤਾ ਹੋਏਗੀ। ਅਤੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।